लो जी साडी रिकॉर्डिंग ऑन हो गई है। दोस्तों तुहानू सारिਆਂ ਨੂੰ पंजाब संगीत नाट्य अकेडमी वालों जी आया। आपां हर रोज की तरह शाम ਨੂੰ 5 ਤੋਂ 6 ਵਜੇ अपनी रंग यात्रा ਦੀਆਂ ਬਾਤਾਂ ਪਾਉਣ ਲਈ ਇਕੱਠੇ ਹੁੰਨੇ ਆ। ਆਪਾਂ ਹਰ ਰੋਜ਼ ਆਪਣੇ ਕ੍ਰੀਏਟਿਵ ਐਕਸਪੀਰੀਅੰਸ ਕ੍ਰੀਏਟਿਵ ਐਕਸਪ੍ਰੈਸ਼ਨ ਉਸ ਨੂੰ ਆਪਾਂ ਸਾਂਝਾ ਕਰਦੇ ਆ। ਸੋ ਇਹ ਜਿਹੜੀ ਸਾਡੀ ਰੰਗ ਯਾਤਰਾ ਦੀ ਲੜੀ ਹੈ ਇਹਦੇ ਵਿੱਚ ਅਸੀਂ ਸੰਗੀਤ ਨਾਟਕ ਨ੍ਰਿਤ ਉਹਦੇ ਬਾਰੇ ਜਿਹੜੀਆਂ ਸ਼ਖਸੀਅਤਾਂ ਨੇ ਆਪਣੇ ਜੀਵਨ 'ਚ ਕੋਈ ਸੰਘਰਸ਼ ਕੀਤਾ ਕੁਝ ਵਿਲੱਖਣ ਕੰਮ ਕੀਤਾ ਇਹ ਜਿਹੜੇ ਸਾਡੇ ਹਿੱਸੇ ਦੇ ਸ਼ੋਭੇ ਆਏ ਨੇ ਜਿਹੜੇ ਸਾਡੇ ਹਿੱਸੇ ਰੰਗਮੰਚ ਸੰਗੀਤ ਨ੍ਰਿਤ ਉਹਦੇ ਬਾਰੇ ਅਸੀਂ ਉਹਨਾਂ ਦੋਸਤਾਂ ਨਾਲ ਕਲਾਕਾਰਾਂ ਨਾਲ ਰੰਗਕਰਮੀਆਂ ਨਾਲ ਅਸੀਂ ਗੱਲਾਂ ਸਾਂਝੀਆਂ ਕਰਦੇ ਉਹਨਾਂ ਦੇ ਸਫ਼ਰ ਦੀ ਬਾਤ ਪਾਉਂਦੇ ਆ ਉਹਨਾਂ ਦੀ ਵਿਲੱਖਣਤਾ ਦੀ ਗੱਲ ਕਰਦੇ ਆ ਉਹਨਾਂ ਦੇ ਰੰਗਮੰਚ ਤਜਰਬੇ ਰੰਗਮੰਚ ਸੰਘਰਸ਼ ਦੀ ਗੱਲ ਕਰਦੇ ਆ। ਸੋ ਇਹ ਲੜੀ ਦਾ ਸਾਡਾ ਅੱਜ 37ਵਾਂ ਦਿਨ ਹੈ ਤੇ 37ਵੀਂ ਸ਼ਖਸੀਅਤ ਸਾਡੇ ਨਾਲ ਮਾਸਟਰ ਤਰਲੋਚਨ ਜੀ ਸਮਰਾਲੇ ਤੋਂ ਨੇ ਔਰ ਇਹ ਸਾਡੇ ਮਿੱਤਰ ਪਿਆਰੇ ਵੀ ਨੇ ਔਰ ਮਿੱਤਰ ਪਿਆਰੇ ਸਾਡੇ ਸਫ਼ਰ ਦੇ ਹਿੱਸੇ ਦੇ ਵਿੱਚੋਂ ਹੀ ਇਹ ਮਿੱਤਰ ਪਿਆਰੇ ਸਾਡੇ ਨਾਲ ਬਣੇ। ਸਾਡਾ ਰੰਗਮੰਚ ਦਾ ਸਫ਼ਰ ਉਹਦੇ ਰਾਹੀਂ ਅਸੀਂ ਇੱਕ ਦੂਜੇ ਨੂੰ ਜਾਣਨਾ ਸ਼ੁਰੂ ਕੀਤਾ ਔਰ ਬਹੁਤ ਸਾਰੇ ਇਹਨਾਂ ਦੇ ਰੰਗ ਤਜਰਬੇ ਬਹੁਤ ਸਾਰੀਆਂ ਇਹਨਾਂ ਦੀਆਂ ਕਹਿ ਲੋ ਕਿ ਇਸ ਕੰਮ ਦੇ ਵਿੱਚ ਪਾਈਆਂ ਹੋਈਆਂ ਪੈੜਾਂ ਜਿਹੜੀਆਂ ਕਲਾ ਨਾਲ ਜੁੜੀਆਂ ਹੋਈਆਂ। ਮਾਸਟਰ ਤਰਲੋਚਨ ਹੁਰੀ ਇੱਕ ਚੀਜ਼ ਮਾਸਟਰ ਤਰਲੋਚਨ ਜੀ ਤੁਹਾਡੇ ਵਿੱਚ ਮੇਰੇ ਸਾਡੀ ਦੋਨਾਂ ਦੀ ਬੜੀ ਇੱਕ ਸਾਂਝੀ ਹੈ ਕਿ ਸਾਡਾ ਜਨਮ ਜਿਹੜਾ ਕਿ ਉਹ ਸਾਂਝੇ ਪੰਜਾਬ 'ਚ ਹੋਇਆ ਤੇ ਹੁਣ ਉਹ ਦੋਵੇਂ ਥਾਵਾਂ ਜਿਹੜੀਆਂ ਹਰਿਆਣੇ ਨੂੰ ਚਲੇ ਗਈਆਂ। ਤੁਹਾਡਾ ਜਨਮ ਵੀ ਉਦੋਂ ਹੋਇਆ ਕਿਹੜੇ ਪਾਸੇ ਸੀਗਾ ਪਾਣੀਪਤ ਹਰਿਆਣੇ ਨੂੰ ਚਲੇ ਗਿਆ। ਮੇਰਾ ਜਨਮ ਸਰਸੇ ਹੋਇਆ ਵੀ ਹਰਿਆਣੇ 'ਚ ਚਲੇ ਗਿਆ ਹੈ ਨਾ ਤੁਹਾਡਾ। ਸੋ ਇਹ ਅਸੀਂ ਹੁਣ ਅਸੀਂ ਇਹ ਤਾਂ ਨਹੀਂ ਕਹਿੰਦੇ ਅਸੀਂ ਹਰਿਆਣੇ ਵਾਲੇ ਆ ਪਰ ਅਸੀਂ ਇਹ ਮਾਣ ਕਰਦੇ ਆ ਕਿ ਅਸੀਂ ਸਾਂਝੇ ਪੰਜਾਬ ਵਾਲੇ ਆ ਹੈ ਨਾ। ਉਦੋਂ ਪੰਜਾਬ ਹੀ ਸਾਂਝਾ ਸੀ ਬਿਲਕੁਲ ਸਾਂਝੇ ਪੰਜਾਬ ਵਾਲੇ ਆ ਅਸੀਂ ਤੇ ਇਹ ਜਿਹੜੀ ਗੱਲ ਹੈ ਇਹ ਸਾਡੇ ਵਿੱਚ ਇੱਕ ਕਾਮਨ ਹੈਗੀ ਆ ਤੇ ਰੰਗਮੰਚ ਦੀ ਗੱਲ ਤੇ ਕਾਮਨ ਹੈ ਹੀ ਆ। ਸੋ ਬਹੁਤ ਸਾਰੇ ਦੋਸਤ ਮਿੱਤਰ ਪਿਆਰੇ ਜਿਹੜੇ ਆ ਇਹ ਮਾਸਟਰ ਤਰਲੋਚਨ ਹੋਰਾਂ ਦੀ ਕਲਾ ਤੋਂ ਇਹਨਾਂ ਦੇ ਰੰਗਮੰਚ ਤੋਂ ਇਹਨਾਂ ਦੀਆਂ ਪਾਈਆਂ ਹੋਈਆਂ ਪੈੜਾਂ ਤੋਂ ਸਾਰੇ ਵਾਕਿਫ ਨੇ। ਇਹਨਾਂ ਨੇ ਮਾਸਟਰੀ ਕੀਤੀ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਇਆ ਸਿਰਫ ਪੜ੍ਹਾਇਆ ਹੀ ਨਹੀਂ ਬਲਕਿ ਉਹਨਾਂ ਨੂੰ ਚੰਗੀ ਕਲਾ ਦੇ ਲੇਖੇ ਵੀ ਲਾਇਆ ਚੰਗੀ ਕਲਾ ਦੇ ਰਾਹ ਤੇ ਤੋਰਿਆ। ਇਹਨਾਂ ਨੇ ਬਹੁਤ ਸਾਰੀਆਂ ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਇਹਨਾਂ ਨੇ ਤੇ ਬਹੁਤ ਸਾਰੀ ਜਿਹੜੀ ਕਿ ਪੜ੍ਹਾਈ ਗਿਆਨੀ ਦੀ BA ਦੀ ਉਹ ਸਾਰੀ ਪ੍ਰਾਈਵੇਟ ਤੌਰ ਤੇ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੇ ਲਾਗੇ ਕਾਲਜ ਕੌਂਦਲੀ ਕਾਲਜ ਤੋਂ ਵੀ ਇਹਨਾਂ ਨੇ ਕੀਤੀ ਪੜ੍ਹਾਈ ਤੇ ਫਿਰ ਜਦੋਂ ਇਹ ਮਾਸਟਰੀ ਦੀ ਦੁਨੀਆ ਵਿੱਚ ਆਏ ਉੱਥੇ ਫਿਰ ਇਹਨਾਂ ਨੂੰ ਸਕੂਲ ਫਿਰ ਇਹਨਾਂ ਨੇ ਲੋਕ ਕਲਾ ਮੰਚ ਮਾਛੀਵਾੜਾ ਬਣਾਇਆ ਔਰ ਮਾਛੀਵਾੜੇ ਦੇ ਉਸ ਨਾਟਕ ਮੰਡਲੀ ਦੇ ਨਾਲ ਇਹਨਾਂ ਨੇ ਬੇਸ਼ੁਮਾਰ ਪੇਸ਼ਕਾਰੀਆਂ ਕੀਤੀਆਂ। ਇਹਨਾਂ ਨੇ ਫਿਰ ਮੁੜ ਕੇ ਇੱਕ ਸਮਾਂ ਵੀ ਆਇਆ ਕਿ ਜਦੋਂ ਇਹਨਾਂ ਨੇ ਆਪਣੇ ਸਮਰਾਲੇ ਤੋਂ ਆਰਟ ਸੈਂਟਰ ਸਮਰਾਲਾ ਉਹਦੇ ਮੋਢੀ ਸੰਸਥਾਪਕ ਜਿਹੜੇ ਮਾਸਟਰ ਤਰਲੋਚਨ ਹੁਰੀ ਉਹਦੇ ਨਿਰਦੇਸ਼ਕ ਬਣੇ ਔਰ ਕਈ ਕਲਾਕਾਰਾਂ ਨੂੰ ਉਹਦੇ ਵਿੱਚ ਜੋੜਿਆ ਉਹਨਾਂ ਨੂੰ ਨਾਲ ਲੈ ਕੇ ਤੁਰੇ ਤੇ ਕਈ ਹੋਰ ਪੇਸ਼ਕਾਰੀਆਂ ਕੀਤੀਆਂ। ਕਈ ਕਿਤਾਬਾਂ ਦਾ ਸੰਪਾਦਨ ਕੀਤਾ ਇਹਨਾਂ ਨੇ ਕਈ ਨਾਟਕ ਇਹਨਾਂ ਨੇ ਲਿਖੇ। ਇਹਨਾਂ ਦਾ ਰੁਝਾਨ ਗੀਤਾਂ ਵੱਲ ਰਿਹਾ ਹੁਣ ਵੀ ਇਹਨਾਂ ਦੇ ਨਾਟਕ ਗੀਤ ਜਿਹੜੇ ਆ ਗਾਏ ਬਗਾਏ ਕਿਧਰੇ ਸਾਨੂੰ ਮੈਗਜ਼ੀਨਾਂ ਵਿੱਚ ਛਪਦੇ ਹੋਏ ਨਜ਼ਰ ਆਉਂਦੇ ਆ ਦੇਖਣ ਨੂੰ ਮਿਲਦੇ ਪੜ੍ਹਨ ਨੂੰ ਮਿਲਦੇ ਆ। ਇਹਨਾਂ ਦੇ ਬਾਲ ਗੀਤਾਂ ਦੀ ਪੁਸਤਕ ਬਾਲ ਨਾਟਕਾਂ ਦੀ ਪੁਸਤਕ ਇਹਨਾਂ ਦੇ ਆਪਣੇ ਨਾਟਕਾਂ ਦੀ ਪੁਸਤਕ ਸੰਪਾਦਿਤ ਕੀਤੀਆਂ ਹੋਈਆਂ ਪੁਸਤਕਾਂ ਇਹਨਾਂ ਦੀਆਂ। ਸੋ ਇਹ ਸਾਰੀ ਇੱਕ ਲੰਬੀ ਲੜੀ ਹੈ ਉਹਨਾਂ ਬਾਰੇ ਗੱਲਾਂ ਅਸੀਂ ਮਾਸਟਰ ਤਰਲੋਚਨ ਹੋਰਾਂ ਦੇ ਮੂੰਹ ਸੁਣਾਂਗੇ। ਔਰ ਇੱਕ ਹੋਰ ਜਿਹੜੀ ਇਹਨਾਂ ਨੇ ਮੁੜ ਕੇ ਕਿ ਬਹੁਤ ਸਾਰੀਆਂ ਜਿਹੜੀਆਂ ਗਾਂਹ ਵਧੂ ਸੰਸਥਾਵਾਂ ਸੀ ਪ੍ਰੋਗਰੈਸਿਵ ਜਿਹੜੀਆਂ ਧਿਰਾਂ ਸੀਗੀਆਂ ਉਹਨਾਂ ਦੇ ਨਾਲ ਤੁਰੇ ਔਰ ਪਲਸ ਮੰਚ ਦੇ ਜਿਹੜੇ ਮੋਢੀ ਮੈਂਬਰ ਸੀਗੇ ਤਰਲੋਚਨ ਜੀ ਵਨ ਆਫ them ਕਿ ਜਿਹੜੇ ਵਨ ਆਫ ਦੇ ਫਾਊਂਡਰ ਮੈਂਬਰ ਸੀਗੇ ਉਸ ਲੜੀ ਦੇ ਔਰ ਉਹ ਇਹਨਾਂ ਨੇ ਬੜਾ ਕੰਮ ਕੀਤਾ ਬਤੌਰ ਮੀਤ ਪ੍ਰਧਾਨ ਉਹਨਾਂ ਦੇ ਜਨਰਲ ਸਕੱਤਰ ਦੇ ਤੌਰ ਤੇ ਫਾਈਨਾਂਸ ਸਕੱਤਰ ਦੇ ਤੌਰ ਤੇ ਹੋਰ ਵੀ ਕਈ ਉਹਨਾਂ ਦੇ ਮੈਂਬਰ ਦੇ ਤੌਰ ਤੇ ਇਹਨਾਂ ਨੇ ਕਈ ਕੰਮ ਕੀਤੇ। ਗੁਰਸ਼ਰਨ ਭਾਜੀ ਬਾਰੇ ਬੜੀ ਖੂਬਸੂਰਤ ਇਹਨਾਂ ਨੇ ਇੱਕ ਡਾਕੂਮੈਂਟਰੀ ਫਿਲਮ ਬਣਾਈ TV ਨਾਟਕ ਲਿਖੇ ਔਰ ਬੱਬੂ ਮਾਨ ਦੀਆਂ ਬਹੁਤ ਸਾਰੀਆਂ ਫਿਲਮਾਂ ਇਹਨਾਂ ਨੇ ਲਿਖੀਆਂ ਹਸ਼ਰ ਤੇ ਏਕਮ ਤੇ ਉਹਨਾਂ ਦੇ ਡਾਇਲੌਗ ਵੀ ਇਹਨਾਂ ਨੇ ਲਿਖੇ
ਇੱਕ ਫਿਲਮ ਦੇ ਵਿੱਚ ਇਹਨਾਂ ਨੇ ਥਾਣੇਦਾਰ ਦਾ ਰੋਲ ਵੀ ਕੀਤਾ, ਬਾਜ ਫਿਲਮ ਦੇ ਵਿੱਚ। ਤੇ ਬਾਕੀ ਦੀਆਂ ਗੱਲਾਂ ਮੈਨੂੰ ਸਾਹ ਚੜ ਗਿਆ ਸਾਰਾ ਕੁਝ ਦੱਸਦੇ ਆ। ਤੇ ਮਾਸਟਰ ਜੀ ਤੇ ਹੋਰ ਬਹੁਤ ਸਾਰੀਆਂ ਗੱਲਾਂ ਨੇ, ਤੇ ਮੈਂ ਚਾਹਾਂਗਾ ਕਿ ਇਹਨਾਂ ਗੱਲਾਂ ਚੋਂ ਪੜਾਵਾਰ ਜਿਹੜੀਆਂ ਗੱਲਾਂ ਨੇ, ਇਹ ਗੱਲਾਂ ਸਾਰੀਆਂ ਇੱਥੋਂ ਤੱਕ ਪਹੁੰਚਣ ਦੀ ਤਰਤੀਬ ਕੀ ਸੀ, ਤੇ ਕਿਉਂ ਕਿਉਂ ਤੁਸੀਂ ਇਹ ਸਾਰੇ ਕੰਮ ਕਰਦੇ ਰਹੇ? ਕਦੀ ਟੀਵੀ ਵੱਲ ਜਾਂਦੇ, ਫਿਰ ਨਾਟਕ ਵੱਲ ਆਉਂਦੇ, ਫਿਰ ਨਿਆਣਿਆਂ ਨੂੰ ਕੁੱਟਣ ਸਕੂਲ ਚਲੇ ਜਾਂਦੇ, ਫਿਰ ਤੁਸੀਂ ਉਹਨਾਂ ਨੂੰ ਗੀਤ ਕਰਾਉਣ ਲੱਗ ਪੈਂਦੇ ਸੀ, ਕਦੀ ਐਕਸ਼ਨ ਸੌਂਗ ਕਰਾਉਂਦੇ ਸੀ, ਔਰ ਤੁਸੀਂ ਇੱਕ ਹੋਰ ਲੜੀ ਤੋੜ ਦਿੱਤੀ ਕੋਰੀਓਗ੍ਰਾਫੀ ਦੀ, ਹੈ ਨਾ। ਇਹ ਕੋਰੀਓਗ੍ਰਾਫੀ ਜਿਹੜੀ ਮੈਂ ਵਸਦੀ ਉੱਜੜ ਗਈ, ਇਹ ਬੇਸ਼ੁਮਾਰ ਲੋਕਾਂ ਦੀ ਜ਼ੁਬਾਨ ਤੇ ਇਹਨਾਂ ਗੁਰਦਾਸ ਮਾਨ ਨੇ ਨਹੀਂ ਗਾਇਆ ਜਿੰਨਾ ਤੁਹਾਡੀਆਂ ਕੋਰੀਓਗ੍ਰਾਫੀ ਰਾਹੀਂ ਇਹ ਪੇਸ਼ ਹੋਇਆ। ਔਰ ਉਸ ਕੁੜੀ ਦੇ ਕੁੜੀ ਛੋਟੀ ਬੱਚੀ ਜਿਹੜੀ ਬਲਜਿੰਦਰ, ਮੇਰੇ ਖਿਆਲ ਉਹਦਾ ਨਾਮ ਸੀ, ਤੁਹਾਡੇ ਗਰੁੱਪ ਦੇ ਵਿੱਚ ਉਹਨੇ ਬੜੀ ਖੂਬਸੂਰਤ ਅਦਾਕਾਰਾ ਸੀ। ਇਸ ਗੀਤ ਦੇ ਵਿੱਚ ਉਹ ਕੋਰੀਓਗ੍ਰਾਫੀ ਕਰਦੀ ਸੀ, ਔਰ ਉਹਨੂੰ ਮੈਂ ਬਚਪਨ ਤੋਂ ਲੈ ਕੇ ਉਹਦੇ ਜਵਾਨ ਹੋਣ ਤੱਕ, ਵਿਆਹ ਹੋਣ ਤੱਕ ਉਸ ਨੂੰ ਕੁੜੀ ਨੂੰ ਮੈਂ ਕੋਰੀਓਗ੍ਰਾਫੀ ਕਰਦਿਆਂ ਵੇਖਦਾ ਰਿਹਾ। ਉਹ ਇੰਨੀ ਕੋਰੀਓਗ੍ਰਾਫੀ ਤੁਸੀਂ ਉਹ ਕੀਤੀ, ਹੋਰ ਵੀ ਕਈ ਤੁਸੀਂ ਕੀਤੀਆਂ ਕੋਰੀਓਗ੍ਰਾਫੀਆਂ। ਸੋ ਇਹ ਇੱਕ ਲੰਬੀ ਲੜੀ ਹੈ ਤੁਹਾਡੇ ਕੰਮਾਂ ਦੀ, ਤੁਹਾਡੇ ਵੱਖ-ਵੱਖ ਪੜਾਵਾਂ ਦੀ। ਤੁਸੀਂ 1975 ਚ ਜਦੋਂ ਮੇਰਾ ਖਿਆਲ ਕੋਈ ਅਧਿਆਪਕ ਸੰਘਰਸ਼ ਵਾਲੀ ਸ਼੍ਰੇਣੀ ਚ ਤੁਸੀਂ ਜੇਲ੍ਹ ਵੀ ਚਲੇ ਗਏ, ਐਮਰਜੈਂਸੀ ਟਾਈਮ 75 ਚ ਮੇਰੇ ਖਿਆਲ 78 ਵਿੱਚ, ਤੇ ਫਿਰ ਤੁਸੀਂ ਜੇਲ੍ਹ ਵਿੱਚ ਵੀ ਇੱਕ ਨਾਟਕ ਤਿਆਰ ਕਰ ਮਾਰਿਆ, ਤੂੰ ਖੁਦਕਸ਼ੀ ਕਰੇਗਾ ਮੈਂ ਸ਼ਹੀਦ ਹੋਵਾਂਗਾ। ਇਹ ਨਾਟਕ ਅਸੀਂ ਬਾਹਰ ਕਰਦੇ ਸੀ ਗੁਰਸ਼ਰਨ ਭਾਜੀ ਨਾਲ, ਤੁਸੀਂ ਜੇਲ੍ਹ ਦੇ ਵਿੱਚ ਹੀ ਕਰ ਦਿੱਤਾ, ਹੈ ਨਾ। ਇਹ ਪਿੱਛੇ ਜੇ ਇਹ ਡਾਕਟਰ ਜਸਵਿੰਦਰ ਸ਼ਰਮਾ ਜੀ ਸਾਡੇ ਨਾਲ ਜੁੜੇ ਨੇ ਇੱਥੇ, ਮੈਂ ਇਹਨਾਂ ਨੂੰ ਦੱਸਾਂ ਕਿ ਜਦੋਂ ਲਹੂ ਦੀ ਲੋ ਆਪਣੇ ਜਸਵੰਤ ਸਿੰਘ ਕਮਲ ਹੋਰਾਂ ਦਾ 100 ਸਾਲਾ ਮਨਾਇਆ ਗਿਆ, ਤੇ ਕਿਉਂਕਿ ਇਹ ਕਾਂਡ ਜਿਹੜਾ ਤੂੰ ਖੁਦਕਸ਼ੀ ਕਰੇਗਾ ਮੈਂ ਸ਼ਹੀਦ ਹੋਵਾਂਗਾ, ਇਹ ਲਹੂ ਦੀ ਲੋ ਨਾਵਲ ਦੇ ਵਿੱਚੋਂ ਆ। ਤੇ ਮੈਂ ਉੱਥੇ ਜਦੋਂ ਬੋਲਿਆ, ਮੈਂ ਕਿਹਾ ਜੀ ਮੈਂ ਤੇ ਕਮਲ ਹੋਰਾਂ ਦਾ ਹੀਰੋ ਵਾਂ। ਤੇ ਹੱਸ ਪਏ, ਕਹਿੰਦੇ ਕਿੱਦਾਂ ਮੇਰਾ ਹੀਰੋ? ਮੈਂ ਕਿਹਾ ਮੈਂ ਇਹਦੇ ਵਿੱਚ ਲੀਡ ਰੋਲ ਕਰਦਾ ਸੀਗਾ, ਤੂੰ ਖੁਦਕਸ਼ੀ ਕਰੇਗਾ ਤੇ ਮੈਂ ਸ਼ਹੀਦ ਹੋਵਾਂਗਾ। ਸੋ ਉਹ ਜਿਹੜੀਆਂ ਯਾਦਾਂ ਉਹਨਾਂ ਸਮੇਂ ਦੀਆਂ, ਕਿ ਉਸ ਨਾਵਲ ਦੇ ਉੱਤੇ ਆਧਾਰਿਤ ਉਹ ਨਾਟਕ ਅਸੀਂ ਬਾਹਰ ਕਰ ਰਹੇ ਸੀ, ਤੁਸੀਂ ਜੇਲ੍ਹ ਦੇ ਅੰਦਰ ਕਰ ਰਹੇ ਸੀ। ਸੋ ਬੜੇ ਖੂਬਸੂਰਤ, ਬੜੇ ਸੰਘਰਸ਼ ਵਾਲੇ ਪੜਾਅ ਨੇ। ਕਈ ਤਰ੍ਹਾਂ ਦੀਆਂ ਚੁਣੌਤੀਆਂ ਆਈਆਂ ਤੁਹਾਡੇ ਰਸਤੇ ਵਿੱਚ। ਮੈਨੂੰ ਪਤਾ ਤੁਹਾਡੇ ਵਿਭਾਗੀ ਕੰਮਾਂ ਦੇ ਵਿੱਚ ਵੀ ਤੁਹਾਨੂੰ ਕਈ ਵਾਰੀ ਤੰਗ ਵੀ ਕੀਤਾ ਗਿਆ, ਹੈ ਨਾ, ਸਰਕਾਰੀ ਤੌਰ ਤੇ ਵੀ ਤੂੰ ਕਿੱਧਰ ਨਿਆਣੇ ਨੂੰ ਲੈ ਕੇ ਤੁਰਿਆ ਫਿਰਦਾ ਮਾਸਟਰਾ, ਇਹਨਾਂ ਨੂੰ ਕੋਈ ਅਕਲ ਦਾ ਕੰਮ ਦੇ, ਤੂੰ ਨਾਟਕ ਕਰਵਾਈ ਜਾਂਦਾ, ਕਹਿੰਦੇ। ਤੇ ਉਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਕੇਵਲ ਜੀ ਸਿਰਫ ਤੁਸੀਂ ਹੀ ਲਿਖਿਆ ਸੀ। ਹਾਂ ਬਿਲਕੁਲ ਬਿਲਕੁਲ। ਤੇ ਮੈਨੂੰ ਯਾਦ ਹੈ ਕਿਉਂਕਿ ਅਸੀਂ ਬਹੁਤ ਇੱਕ ਦੂਜੇ ਨੂੰ ਮਿਲਦੇ ਰਹੇ। ਮੈਂ ਤਰਲੋਚਨ ਹੋਰਾਂ ਨਾਲ ਅਸੀਂ ਵਰਦੀਆਂ ਗੋਲੀਆਂ ਵਿੱਚ ਅਸੀਂ ਮਾਸਟਰ ਰਾਮ ਕੁਮਾਰ ਦੇ ਪਿੰਡ ਥੀਏਟਰ ਵਰਕਸ਼ਾਪ ਲਾਈ ਸੀ। ਕਿਹੜਾ ਪਿੰਡ ਆ ਉਹਨਾਂ ਦਾ? ਭਦੌੜ। ਭਦੌੜ ਚ 86 ਦੀ ਗੱਲ ਹੈ ਆਈ ਥਿੰਕ, ਹੈ ਨਾ, 86, ਹੈ ਨਾ। ਤੇ 86 ਚ ਵਰਦੀਆਂ ਗੋਲੀਆਂ ਸਾਨੂੰ ਉਹਨਾਂ ਲਗਾ ਕੇ ਰੱਖਿਆ, ਤੇ ਅਸੀਂ ਨਾਟਕ ਦੀ ਵਰਕਸ਼ਾਪ ਲਾ ਰਹੇ ਸੀ। ਮਾਸਟਰ ਤਰਲੋਚਨ ਹੋਰਾਂ ਦਾ ਗਰੁੱਪ ਸੀਗਾ, ਤੇ ਮੈਂ ਇਹਨਾਂ ਦੇ ਨਾਲ ਬਤੌਰ ਨਿਰਦੇਸ਼ਕ ਗੁਰਸ਼ਰਨ ਭਾਜੀ ਨੇ ਮੈਨੂੰ ਭੇਜਿਆ ਕਿ ਇਹਨਾਂ ਨੂੰ ਨਾਟਕ ਹਾਂ ਬਿਲਕੁਲ, ਵਿਹੜੇ ਵਾਲੇ। ਤੇ ਇੱਕ ਨਾਟਕ ਹੋਰ ਵੱਡਾ ਤਿਆਰ ਕੀਤਾ ਸੀ, ਰਾਤ ਦੇ ਹਨੇਰੇ ਵਿੱਚ, ਜਿਹਦੀ ਪੇਸ਼ਕਾਰੀ ਫਿਰ ਅਸੀਂ ਮਾਛੀਵਾੜੇ ਵੀ ਆ ਕੇ ਕੀਤੀ। ਬਿਲਕੁਲ, ਪੰਜਾਬੀ ਭਵਨ ਵੀ ਕੀਤੀ। ਸੋ ਇਸ ਤਰ੍ਹਾਂ ਦੀਆਂ ਯਾਦਾਂ ਨੇ, ਇਸ ਤਰ੍ਹਾਂ ਦੇ ਕੰਮ ਨੇ, ਸਾਂਝੀਆਂ ਪੈੜਾਂ ਨੇ ਸਾਡੀਆਂ। ਮਾਸਟਰ ਤਰਲੋਚਨ ਜੀ, ਜੀ ਆਇਆਂ ਤੁਹਾਨੂੰ, ਬਹੁਤ ਸ਼ੁਕਰੀਆ ਕਿ ਅੱਜ ਮੈਨੂੰ ਚੰਗਾ ਲੱਗ ਰਿਹਾ ਕਿ ਮੈਂ ਆਪਣੇ ਮਿੱਤਰ ਪਿਆਰੇ ਨਾਲ, ਰੰਗਕਰਮੀ ਯੋਧੇ ਨਾਲ, ਸੰਘਰਸ਼ਸ਼ੀਲ ਇੱਕ ਜਿਹੜਾ ਕਿ ਰੰਗਮੰਚੀ ਸਫ਼ਰ ਹੈ ਜਿਨ੍ਹਾਂ ਦਾ, ਉਹਨਾਂ ਨਾਲ ਗੱਲ ਕਰ ਰਿਹਾ ਵਾ। ਮਾਸਟਰ ਜੀ, ਮੈਂ ਜੇ ਹੁਣ ਮੁੱਢੋਂ ਸੁੱਢੋਂ ਗੱਲ ਸ਼ੁਰੂ ਕਰਨੀ ਚਾਹਾਂ, ਤੇ ਮੈਂ ਮਾਸਟਰ ਤਰਲੋਚਨ ਜਿਨ੍ਹਾਂ ਨੇ ਇੰਨੀਆਂ ਪੈੜਾਂ ਸਿਰਜੀਆਂ, ਇੰਨੇ ਪੜਾਵਾਂ ਤੇ ਕੰਮ ਕੀਤਾ, ਮਾਸਟਰ ਜੀ ਤੁਸੀਂ ਸ਼ੁਰੂ ਤੋਂ ਮਾਸਟਰ ਬਣਨਾ ਚਾਹਿਆ ਸੀ ਜਾਂ ਤੁਸੀਂ ਐਕਟਰ ਨਿਰਦੇਸ਼ਕ ਬਣਨਾ ਚਾਹੇ? ਕਿਹੜੀ ਗੱਲ ਆਈ ਸੀ ਪਹਿਲਾਂ ਤੁਹਾਡੇ ਦਿਮਾਗ 'ਚ? ਦਰਅਸਲ ਮੈਂ ਕੇਵਲ ਜੀ ਤਾਂ ਤੁਹਾਡਾ ਧੰਨਵਾਦ ਇਹ ਕਰਦੇ ਹਾਂ ਕਿ ਤੁਸੀਂ ਬਹੁਤ ਲੰਬਾ ਜਿਹੜੀ ਗੱਲ ਕੀਤੀ ਹੈ। ਮੈਂ ਸ਼ਾਇਦ ਮੈਨੂੰ ਵੀ ਕਈ ਚੀਜ਼ਾਂ ਨਵੀਆਂ ਲੱਗੀਆਂ ਕਿ ਹਾਂ ਯਾਰ ਇਹ ਵੀ। ਸੋ ਤੁਹਾਡਾ ਮੈਂ ਤਾਂ ਧੰਨਵਾਦੀ ਹਾਂ ਪਹਿਲਾਂ ਤਾਂ ਇਸ ਗੱਲ ਲਈ, ਅਕੈਡਮੀ ਦਾ ਵੀ। ਤੇ ਦੂਜਾ ਤੁਹਾਡਾ ਜਿਹੜਾ ਸਵਾਲ ਹੈਗਾ ਕਿ ਤੁਸੀਂ ਪੜ੍ਹਨਾ ਕੀ ਚਾਹੁੰਦੇ ਸੀ ਤਰਲੋਚਨ, ਰਾਈਟ? ਹਾਂ, ਮੈਨੂੰ ਲੱਗਿਆ ਕਿ ਮੈਂ ਕਲਾਕਾਰ ਬਣਨਾ। ਮੈਨੂੰ ਨਹੀਂ ਪਤਾ ਕਿ ਰੰਗਮੰਚ ਦਾ ਕਲਾਕਾਰ ਬਣਦਾ ਜਾਂ ਕੀ ਬਣਦਾ। ਮੈਂ ਚੌਥੀ ਜਮਾਤ ਦੇ ਵਿੱਚ ਕੇਵਲ ਜੀ ਆਪਣੇ ਲਿਖੇ ਗੀਤ ਨੂੰ ਗਾਉਣ ਦਾ
ਕਹਿ ਸਕਦਾ ਕਿ ਸਟੇਜ ਦੇ ਉੱਤੇ ਗਾਉਣ ਦਾ ਹੁਣ ਨਹੀਂ ਗਾਇਆ ਜਾਂਦਾ, ਪਰ ਮੈਂ ਗਾਉਂਦਾ ਵੀ ਮੇਰਾ ਸ਼ੌਕ ਸੀਗਾ, ਲਿਖਣ ਦਾ ਸ਼ੌਕ ਸੀ। ਮੇਰੇ ਖਿਆਲ ਉਹ ਗੀਤ ਸਰਾਬੇ ਬਾਰੇ ਸੀ ਸ਼ਾਇਦ। ਹਾਂਜੀ, ਉਹ ਸਰਾਬੇ ਬਾਰੇ ਗੀਤ ਸੀਗਾ। ਹਾਂ, ਕਰਤਾਰ ਸਿੰਘ ਸਰਾਬੇ ਬਾਰੇ। ਦੇਖੋ ਮੈਨੂੰ ਬੜਾ ਮੇਰਾ ਮਤਲਬ ਕਿ ਮੇਰਾ ਕੋਈ ਇਹ ਨਹੀਂ ਸੀਗਾ ਕਿ ਮੈਂ ਥੀਏਟਰ ਦਾ ਬਣਨਾ ਜੀ, ਹੁਣ ਤੇ ਇਵੇਂ ਨਹੀਂ ਹੁੰਦਾ। ਤੇ ਮੈਂ ਜਿਹੜੀ ਮਿੱਟੀ ਚੋਂ ਆਉਣਾ ਨਾ ਕੇਵਲ ਜੀ, ਹਨਾ, ਜਿਹੜੀ ਜ਼ਮੀਨ ਹੈ ਮੇਰੀ, ਉੱਥੇ ਇਸ ਤਰ੍ਹਾਂ ਦਾ ਰੰਗਮੰਚ ਦਾ ਕੋਈ ਬਣਿਆ ਬਣਾਇਆ ਕੁਝ ਵੀ ਨਹੀਂ ਸੀਗਾ। ਕਈ ਬੰਦੇ ਮੈਨੂੰ ਐਵੇਂ ਗੱਲ ਵੀ ਕਰ ਲੈਂਦੇ ਨੇ ਵੀ ਤੁਹਾਡਾ ਪ੍ਰੇਰਨਾ ਸਰੋਤ ਕੌਣ ਹੈ। ਮੈਨੂੰ ਲੱਗਦਾ ਕਿ ਅਸਲ ਦੇ ਵਿੱਚ ਉਵੇਂ ਇਹ ਮੈਥੇਮੈਟੀਕਲੀ ਨਹੀਂ ਦੇਖਿਆ ਜਾ ਸਕਦਾ। ਸਾਡੇ ਪਿੰਡਾਂ ਦੇ ਵਿੱਚ ਕੇਵਲ ਜੀ ਮਲੂਕ ਚੰਦ, ਮਾਸਟਰ ਮਲੂਕ ਚੰਦ ਜਾਡਲੇ ਵਾਲੇ ਰਵਿਦਾਸ ਲੀਲਾ ਕਰਿਆ ਕਰਦੇ ਸੀ, ਰੱਬੀ ਬੈਰੋਂਪੁਰੀ ਜਲਸਾ ਕਰਿਆ ਕਰਦਾ ਸੀਗਾ, ਸਾਜਨ ਰਾਏਕੋਟੀ ਤੇ ਕਮਲ ਉਹਦੇ ਨਾਲ ਨਿਚਾਰ ਹੁੰਦਾ ਸੀ। ਮੈਂ ਉਸ ਮਾਹੌਲ 'ਚ ਪੜ੍ਹਿਆ। ਮੇਰਾ ਜੇ ਕਲਾਕਾਰ ਬਣਨ ਦਾ ਕਦੇ ਆਇਆ ਵੀ ਕਿ ਯਾਰ ਇਹ ਵੀ ਡਰਾਮਾ ਵੀ ਵਧੀਆ ਹੁੰਦਾ, ਤਾਂ ਮੇਰੇ ਲਈ ਉਸ ਟਾਈਮ ਦੇ ਵਿੱਚ ਮੇਰਾ ਖਿਆਲ ਹੈ ਕਿ ਮਲੂਕ ਚੰਦ ਦੇ ਤਰਜ਼ ਤੇ ਅਸੀਂ ਕੁਝ ਕੰਮ ਕਰਨਾ ਚਾਹੁੰਦੇ ਸੀ। ਉਹਦਾ ਕਨਸੈਪਟ ਵੀ ਹੈ ਨਹੀਂ ਸੀ, ਓਨੈਸਟਲੀ ਗੱਲ। ਫਿਰ ਇਹ ਆਉਂਦਾ ਕਿ ਗੀਤ ਗੂਤ ਲਿਖੀ ਜਾਂਦੇ ਆ, ਕਿਤੇ ਗਾ ਲਏ, ਕਿਤੇ ਕਰ ਲਏ। ਪੜ੍ਹਾਈ 'ਚ ਮੈਂ ਠੀਕ ਸੀਗਾ, ਪੜ੍ਹਾਈ ਦੇ ਮਾਮਲੇ 'ਚ ਮੇਰਾ ਕੰਮ ਗਿਣਿਆ ਜਾਂਦਾ ਸੀ। ਫਿਰ ਕੀ ਹੁੰਦਾ ਕਿ 1973 ਦੇ ਵਿੱਚ ਇੱਕ ਮੋੜ ਆਉਂਦਾ ਕਿ ਗੁਰਸ਼ਰਨ ਭਾਜੀ ਉਦੋਂ ਨਾਟਕ ਲੈ ਕੇ ਸਾਡੇ ਪਿੰਡਾਂ ਦੇ ਵਿੱਚ ਆਉਂਦੇ ਨੇ। ਜਿਹੜੇ ਪਿੰਡ 'ਚ ਮੈਂ ਉਹ ਨਾਟਕ ਉੱਥੇ ਹੋਇਆ, ਉਹ ਮੇਰੇ ਪਿੰਡ ਤੋਂ 5 ਕਿਲੋਮੀਟਰ ਤੇ ਸੀ। ਉਹ ਨਾਟਕ ਸੀਗੇ, ਇੱਕ ਤਾਂ ਉਹਨਾਂ ਨੇ ਉਦੋਂ, ਕਿਉਂਕਿ 73 ਦੇ ਵਿੱਚ ਉਹ 72 ਵਾਲਾ ਕਾਂਡ ਵਾਪਰ ਗਿਆ ਸੀਗਾ, ਮੋਗੇ ਦੇ ਵਾਲਾ, ਹਨਾ, ਮੋਗਾ ਗੋਲੀ ਕਾਂਡ। ਇੱਕ ਤਾਂ ਉਹਦੇ ਤੇ ਸੀਗਾ ਡਾਇਰ ਅਜੇ ਮਰਿਆ ਨਹੀਂ, ਸ਼ਾਇਦ ਇਸ ਤਰ੍ਹਾਂ ਦਾ ਸੀ। ਦੂਜਾ ਸੀਗਾ ਉਹ ਜਿਹੜਾ ਆਪਣਾ ਪੁਲ ਸਾਹਿਬ ਦਾ ਹੈਗਾ, ਜਿਨ ਸੱਚ ਪੱਲੇ ਹੋਏ, ਹੈਨਾ। ਤੇ ਇਹਨਾਂ ਨੇ ਜਦੋਂ ਖੇਡਿਆ, ਮੈਨੂੰ ਲੱਗਿਆ ਯਾਰ ਇਹ ਵੀ ਬਹੁਤ ਵਧੀਆ ਫਾਰਮ ਹੈਗੀ ਆ, ਕਿਆ ਬਾਤ ਹੈ, ਹੈਨਾ। ਤੇ ਜਿਹੜਾ ਇੱਕ ਬੱਚਾ, ਮੈਂ ਉਦੋਂ ਬੱਚਾ ਹੀ ਸੀਗਾ, ਤੇ ਮੇਰੇ ਪਿੰਡ ਤੋਂ ਕਟਾਲਾ ਜਿਹੜਾ ਮੇਰਾ ਸਕੂਲ ਸੀ ਉਹ 5 ਕਿਲੋਮੀਟਰ ਪੈਂਦਾ ਸੀਗਾ। ਤੇ ਮੈਨੂੰ ਵੀ ਜਾਂ ਕਈ ਹੋਰ ਵੀ ਸੀਗੇ ਸਾਡੇ ਵਰਗੇ ਜਿਹੜੇ ਤੁਰ ਕੇ ਜਾਂਦੇ ਸੀ, ਤੇ ਸਾਨੂੰ ਤੁਰ ਕੇ ਨਾਟਕ ਦੇਖਣ ਵੀ ਜਾਣਾ ਹੀ ਸੀਗਾ, ਨੈਚੁਰਲੀ, ਜਾਂ ਪੜ੍ਹਨ ਹੀ ਤੁਰ ਕੇ ਜਾਣਾ ਸੀਗਾ ਪੈਦਲ। ਸੋ ਉੱਥੋਂ ਮੈਨੂੰ ਲੱਗਿਆ ਕਿ ਗੁਰਸ਼ਰਨ ਸਿੰਘ ਜੋ ਗੱਲ ਕਹਿ ਰਹੇ ਨੇ, ਉਦੋਂ ਐ ਨਹੀਂ ਸੀ ਪਤਾ ਕਿ ਭਾਜੀ ਨੇ ਜਾਂ ਮੇਰਾ ਇੰਨਾ ਵਾਹ ਪੈਣਾ। ਥੋੜੀ ਇੱਕ ਡਾਇਵਰਸ਼ਨ ਆਉਂਦੀ ਹੈ ਕਿ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ। ਹਾਂਜੀ, ਫਿਰ ਇਹ ਹੁੰਦਾ ਕਿ ਕਲਾਕਾਰੀ, ਜਦੋਂ ਮੈਂ ਕਾਲਜ ਦਾਖਲ ਹੋਇਆ 74 ਦੇ ਵਿੱਚ, ਉਦੋਂ ਦੇਖੋ ਕਾਲਜ ਦੇ ਵਿੱਚ ਇੱਕ ਪੈਂਟ ਟੀਮ ਸੀ, ਮਨਜੀਤ ਰਾਏ, ਪਰਮਜੀਤ ਰਾਏ ਜਾਂ ਹੋਰ ਸਾਰੇ ਲੋਕ। ਉੱਥੇ ਤਾਂ ਕਿਸੇ ਨੇ ਦੇਖੋ ਉਂਗਲੀ ਐਂਟਰੀ ਨਹੀਂ ਕਰਨ ਦਿੱਤੀ, ਉਂਗਲੀ ਖੋਬਣ ਨਹੀਂ ਸੀ ਦਿੰਦੀ। ਤੇ ਫਿਰ ਥੋੜਾ ਜਿਹਾ ਚਲਦਿਆਂ ਇਹ ਲੱਗਿਆ ਕਿ ਯਾਰ ਕੁਝ ਕਰਨਾ ਚਾਹੀਦਾ। ਮੈਂ ਕਾਲਜ ਦੇ ਵਿੱਚੋਂ ਵੀ ਵਿਚਾਲਿਓਂ ਮੇਰੀ ਅਪਾਇੰਟਮੈਂਟ ਜਾਂ ਕਹ ਲਓ ਕਿ ਸਿਲੈਕਸ਼ਨ ਹੋ ਗਈ JBT ਦੇ ਵਿੱਚ। ਤੇ ਅਸੀਂ JBT ਕਰਦੇ ਹਾਂ। ਪਹਿਲਾ ਜਿਹੜਾ ਨਾਟਕ ਆ ਉਹ ਮੈਨੂੰ ਯਾਦ ਹੈ ਕਿ ਵਿਸ਼ਵਕਰਮਾ ਡੇ ਸੀਗਾ, ਦੀਵਾਲੀ ਤੋਂ ਦੂਜਾ ਦਿਨ 75 ਦਾ। ਉੱਥੇ ਅਸੀਂ ਸਮਰਾਲੇ ਨਾਟਕ ਕੀਤਾ, ਜਿਹੜਾ ਸੀਗਾ ਸਰਹੰਦ ਦੀ ਕੰਧ ਤੇ ਚਮਕੌਰ ਦੀ ਗੜੀ। ਇੱਥੇ ਇੱਕ ਟੀਮ ਸੀ ਸਾਡੇ ਬੜੀ ਵਧੀਆ, ਕੁਲਵੰਤ ਮਲੌਦਵੀ ਜੀ, ਤਰਸੇਮ ਗਗਨਦੀਪ ਜੀ, ਹੋਰ ਸਾਰੇ ਸੀ। ਅਸੀਂ JBT ਵਾਲੇ ਕਈ ਜਣੇ ਰਲ ਕੇ। ਸੋ ਕਹਿਣ ਦਾ ਮਤਲਬ ਕਿ ਮਾਸਟਰ ਜੀ ਉਸ ਟੀਮ ਦਾ ਕੋਈ ਨਾਮ ਸੀਗਾ? ਕੀ ਟੀਮ ਸੀ ਉਹ? ਨਹੀਂ, ਉਦੋਂ ਉਹ ਸੱਚ ਨਾਮ ਨਹੀਂ ਸੀ। ਅਸੀਂ ਟੀਚਰ ਸੀ ਬਾਹਲੇ, ਕੁਝ ਲੱਗੇ ਹੋਏ ਟੀਚਰ, ਕੁਝ ਦੂਜੇ ਟੀਚਰ ਜਿਹੜੇ ਟ੍ਰੇਨਿੰਗ ਲੈ ਰਹੇ ਸੀ। ਸੋ ਉਹ ਮੇਰਾ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਵਿਧੀਵਤ ਤਰੀਕੇ ਨਾਲ ਮੇਰੀ ਥੀਏਟਰ ਦੇ ਵਿੱਚ ਐਂਟਰੀ ਜਿਹੜੀ ਹੈ ਉਹ ਉਦੋਂ ਹੁੰਦੀ ਹੈ। ਇਹ ਮੇਰੇ ਕਲਾਕਾਰ ਬਣਨ ਦਾ ਕਹਿ ਲਓ ਕਿ ਮੈਨੂੰ ਚੰਗਾ ਲੱਗਦਾ ਸੀ ਇਸ ਤਰ੍ਹਾਂ ਦਾ, ਪਰ ਸਾਧਨ ਜਾਂ ਸਬੱਬ ਨਹੀਂ ਸੀ ਜੀ। ਤੇ ਇਹ ਤੇ ਤੁਹਾਡੀ ਬਿਲਕੁਲ ਸ਼ੁਰੂਆਤ ਵੀ ਤੁਹਾਨੂੰ ਥੋੜਾ ਜਿਹਾ ਲੱਗ ਗਿਆ ਵੀ ਅੱਜ ਸਮਰਾਲੇ ਵਿੱਚ ਵੀ ਅਸੀਂ ਇਹ ਨਾਟਕ ਕਰ ਲਈਏ, ਪਰ ਇਹਦੇ ਨਾਲ ਹੀ ਤੁਸੀਂ ਥੋੜੇ ਚਿਰ ਬਾਅਦ ਹੀ ਪ੍ਰੋਗਰੈਸਿਵ ਧਿਰਾਂ ਜਿਹੜੀਆਂ ਸੀਗੀਆਂ, ਸੰਘਰਸ਼ ਕਰਨ ਵਾਲੇ ਲੋਕ ਜਿਹੜੇ ਸੀ, ਤੁਸੀਂ ਉਹਨਾਂ ਦੇ ਨਾਲ ਤੁਰ ਪੈਂਦੇ ਹੋ। ਤੇ ਉਹਦੇ ਨਾਲ ਪਰ
ਇਹ ਜਿਹੜਾ ਪੱਲਾ ਨਹੀਂ ਤੁਸੀਂ ਛੱਡਦੇ, ਜਿਹੜਾ ਰੰਗਮੰਚ ਦਾ ਜਿਹੜਾ ਹੈ ਨਾ, ਮੈਂ ਇਹ ਜਿਹੜਾ ਸਫ਼ਰ ਹੈ ਨਾ, ਇਹ ਦੋਨਾਂ ਚੀਜ਼ਾਂ ਦਾ ਸਾਈਮਲਟੇਨੀਅਸਲੀ ਚੱਲ ਰਿਹਾ ਸੀ, ਉਹਦੇ ਬਾਰੇ ਸੁਣਨਾ ਚਾਹੁੰਦਾ ਮੈਂ। ਦੇਖੋ ਗੱਲ ਇਹ ਹੈ ਕਿ ਜਦੋਂ ਮੈਂ ਕਾਲਜ ਦੇ ਵਿੱਚ ਜਾਣਾ ਤਾਂ ਉੱਥੇ ਪੰਜਾਬ ਸਟੂਡੈਂਟ ਯੂਨੀਅਨ ਦਾ ਇੱਕ ਅੱਛਾ ਬੋਲਬਾਲਾ ਹੈ, ਮੈਨੂੰ ਚੰਗੇ ਲੱਗਦੇ ਨੇ ਕਿ ਜਿਹੜੀਆਂ ਗੱਲਾਂ ਮੇਰੇ ਮਨ 'ਚ ਨੇ ਉਹ ਇਹ ਲੋਕ ਕਰ ਰਹੇ ਨੇ। ਮੈਂ ਥੋੜਾ ਹਲਕਾ ਜਿਹਾ ਵੀ ਸੀਗਾ, ਜਾਂ ਉਹ ਕਹਿ ਲਓ ਕਿ ਅਜੇ ਨਵੇਂ ਜਿਹੜਾ ਪ੍ਰੈਪ ਦੇ ਵਿੱਚ ਜਾਂਦਾ ਬੱਚਾ ਉਹਨੂੰ ਬਹੁਤ ਜ਼ਿਆਦਾ ਵੇਟੇਜ ਨਹੀਂ ਸੀ, ਪਰ ਅਸੀਂ ਕੰਮ ਕਰ ਰਹੇ ਸੀ ਉਹਨਾਂ ਦੇ ਨਾਲ ਰਲ ਕੇ। ਸਾਡੇ ਆਗੂ ਸੀ ਹਰਵਿੰਦਰ ਭੱਟੀ ਹੋਣੀ, ਜੱਸੀ ਜਸਪਾਲ ਜੱਸੀ, ਇਹ ਇੱਕ ਚੱਲ ਰਿਹਾ। ਜਦੋਂ ਅਸੀਂ ਇੱਧਰ ਆ ਗਏ ਤੇ ਉਹ ਨੈਚੁਰਲੀ ਆਪਾਂ ਲਿੰਕ ਤਾਂ ਬਣ ਹੀ ਰਹੇ, ਤੇ ਉਦੋਂ ਬਾਅਦ ਮੈਨੂੰ ਮਿਲ ਗਈ ਨੌਕਰੀ ਮਿਲੀ ਇੱਧਰ ਜਗਰਾਵਾਂ ਦੇ ਕੋਲ ਅਖਾੜੇ ਤੇ। ਉੱਥੇ ਜਦੋਂ ਸਾਡੇ PSU ਦੇ ਆਗੂ ਗਏ, ਉਹ ਕਹਿੰਦੇ ਵੀ ਕਿਵੇਂ ਚੱਲਦਾ ਤਰਲੋਚਨ? ਮਾਂ ਜੀ ਵਧੀਆ ਚੱਲਦਾ। ਉਹ ਕਹਿੰਦੇ ਜਿਹੜੇ ਕਾਲਜ ਦੇ ਵਿੱਚੋਂ ਤੂੰ ਛੱਡ ਕੇ ਆਇਆ ਉੱਥੇ ਦੀ PSU ਦਾ ਯੂਨਿਟ ਆਪਣਾ ਖਿੰਡ ਗਿਆ। ਮੈਂ ਕੀ ਕਰ ਸਕਦਾ? ਕਹਿੰਦੇ ਦੇਖ ਲੈ ਮਾਸਟਰੀ ਕਰਨੀ ਹੈ ਕਿ ਪੜ੍ਹਨਾ। ਮੈਂ ਕਿਹਾ ਜਿਵੇਂ ਤੁਹਾਡਾ ਹੁਕਮ। ਮੈਂ ਮੁੜ ਕੇ ਨੌਕਰੀ ਛੱਡੀ, ਮੈਂ ਕਾਲਜ ਜਾ ਕੇ ਦਾਖਲ ਹੋ ਗਿਆ। ਅੱਛਾ, ਉੱਥੋਂ ਕੀ ਹੋਇਆ ਕਿ ਚਲੋ ਜੀ ਐਜੀਟੇਸ਼ਨ ਚੱਲ ਰਹੀ ਸੀ ਕਿ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ। ਉਦੋਂ ਅਸੀਂ PSU ਵੱਲੋਂ ਵੀ ਪ੍ਰਿਥਵੀ ਰੰਧਾਵੇ ਹੋਰਾਂ ਦੀ ਅਗਵਾਈ 'ਚ ਅਸੀਂ ਕੰਮ ਕਰਦੇ ਸੀਗੇ। ਇਹ ਵੀ ਆ ਗਿਆ ਕਿ ਜੇਲ੍ਹ ਜਾਣਾ ਚਾਹੀਦਾ, ਇਹ ਆਪਾਂ ਨੇ ਸਪੋਰਟ ਕਰ ਰਹੇ ਹਾਂ ਵਿਦਿਆਰਥੀ ਯੂਨੀਅਨ ਵੱਲੋਂ, ਤੇ ਅਸੀਂ ਜੇਲ੍ਹ ਚਲੇ ਗਏ। ਹੁਣ ਜਿਹੜੀ ਤੁਸੀਂ ਸਵਾਲ ਕੀਤਾ ਉਹ ਇੱਥੇ ਆਉਂਦਾ। ਉੱਥੇ ਅਸੀਂ 886 ਬੰਦੇ ਸੀ ਕੇਵਲ ਜੀ ਪਟਿਆਲਾ ਜੇਲ੍ਹ ਦੇ ਵਿੱਚ, ਤੇ ਉਹੀ ਜੇਲ੍ਹ ਸੀਗੀ ਉਸ ਐਜੀਟੇਸ਼ਨ ਦੀ ਜਿਹਦੇ 'ਚ ਗੋਲੀ ਚੱਲੀ ਸੀ, ਜਿਹਦੇ 'ਚ ਜੇਲ੍ਹ ਦੇ ਅੰਦਰ ਗੋਲੀ ਨਾਰਮਲੀ ਚੱਲਦੀ ਨਹੀਂ ਹੈ। ਬਹੁਤ ਅਧਿਆਪਕ ਕੁੱਟੇ ਸੀ ਉਹਨਾਂ ਨੇ, ਗੁੰਡਿਆਂ ਵਾਂਗੂ, ਲੰਬੜਦਾਰਾਂ ਇਹ ਬੁੱਕਰ। ਅਸੀਂ ਉੱਥੇ ਇਹ ਕਰ ਰਹੇ ਹਾਂ ਕਿ ਅਸੀਂ ਇੱਕ ਨਾਟਕ ਕਰਾਂਗੇ। ਅੱਛਾ। ਉੱਥੇ ਮਹਿੰਦਰ ਤਖਾਣਵਧ ਹੁੰਦਾ ਸੀ, ਸ਼ਾਇਦ ਤੁਹਾਡੇ ਧਿਆਨ 'ਚ ਹੋਵੇ, ਮਹਿੰਦਰ ਤੋਤਾ ਕਹਿ ਲੈਂਦੇ ਸੀ। ਠੀਕ। ਮਹਿੰਦਰ ਸੀਗਾ, ਉਹ ਕਹਿੰਦਾ ਵੀ ਜਿਨ੍ਹਾਂ ਨੇ ਨਾਟਕ 'ਚ ਰੋਲ ਕਰਨਾ ਉਹ ਆਪਣੇ ਨਾਂ ਲਿਖਾਓ। ਪਿੰਡੇ ਸੀ ਨਾ 886 ਬੰਦੇ, ਕਾਫੀ ਕੀਮਤੀ ਸਾਡੀ ਅਧਿਆਪਕਾਂ ਦੀ। ਅਸੀਂ ਨਾਂ ਲਿਖਾਤਾ, ਮੈਂ ਵੀ ਲਿਖਾਤਾ। ਉਹ ਬੜਾ ਦਿਲਚਸਪ ਹੈ ਵੈਸੇ ਕਿੱਸਾ, ਜੇ ਤੁਸੀਂ ਆਗਿਆ ਦਿਓ। ਸੁਣਾਓ। ਅੱਛਾ, ਸਾਡੇ ਕੋਲ ਕੀ ਸੀਗਾ ਨਾਟਕ ਕਰਨ ਨੂੰ? ਪੰਗਾ ਲੈ ਲਿਆ ਕਿ ਵੀ ਤੂੰ ਖੁਦਕੁਸ਼ੀ ਕਰੇਗਾ, ਅਸੀਂ ਸ਼ਹੀਦ ਹੋਵਾਂਗੇ। ਮੈਨੂੰ ਕਹਿੰਦੇ ਵੀ ਚੱਲ ਐਂ ਕਰ, ਤੂੰ ਸਿਪਾਹੀ ਦਾ ਰੋਲ ਕਰ। ਠੀਕ ਹੈ ਜੀ। ਉਹ ਤੋਤਾ ਕਹਿੰਦਾ ਵੀ ਮੈਂ ਕਰਨਾ ਹੈ ਥਾਣੇਦਾਰ ਦਾ। ਉਹਨੇ ਕਿਸੇ ਤੋਂ ਸਫਾਰੀ ਸੂਟ ਲੈ ਲਿਆ, ਉੱਤੇ ਜੀ ਚੌੜੀ ਜੀ ਬੈਲਟ ਲਾ ਲਈ, ਉਹ ਤਾਂ ਬਣ ਗਿਆ। ਉਹ ਮੇਰਾ ਇਹ ਸੀਗਾ ਕਿ ਮੈਂ ਸਿਪਾਹੀ ਦੇ ਕਿੱਥੋਂ ਕਰਾਂ? ਮੈਂ ਹੌਲੀ ਹੌਲੀ ਕਰਦਿਆਂ ਕਦੀ ਖਾਕੀ ਪੈਂਟ ਮੰਗ ਲਈ, ਕਿਸੇ ਦਾ ਕੁਛ ਮੰਗ ਲਿਆ, ਕਿਸੇ ਦਾ ਕੁਛ ਮੰਗ ਲਿਆ। ਬਾਕੀ ਮੈਂ ਤਿਆਰ ਹੋ ਗਿਆ। ਹੁਣ ਪੰਗਾ ਇਹ ਰਹਿ ਗਿਆ, ਨੀਲੀ ਪੱਗ ਵੀ ਲੈ। ਅੱਛਾ। ਪੰਗਾ ਇਹ ਰਹਿ ਗਿਆ ਕਿ ਜਿਹੜੀ ਇੱਥੇ ਝਾਲਰ ਲਾਉਂਦੇ ਆ ਉਹਦਾ ਕੀ ਕਰੀਏ? ਉਹ ਮੈਨੂੰ ਲੱਗਿਆ ਕਿ ਨਾਟਕ ਜਗਾੜ ਬਹੁਤ ਸਿਖਾਉਂਦਾ। ਅੱਛਾ, ਅਸੀਂ ਕਿਹਾ ਵੀ ਯਾਰ ਸਾਨੂੰ ਕਿਸੇ ਦਾ ਜਾਂਗੀਆ ਹੈ ਕਿਸੇ ਕੋਲ ਲਾਲ ਰੰਗ ਦਾ, ਇੱਕ ਬੰਦੇ ਤੋਂ ਡੋਨੇਟ ਕਰਾ ਲਿਆ, ਇਵੇਂ ਹੀ ਮੋੜ ਦਿਓ। ਉਹ ਮਹਿੰਦਰ ਕਹਿੰਦਾ ਵੀ ਇਹ ਕੀ ਮਤਲਬ ਹੋਗਾ ਕਿ ਮੈਂ ਪਿੰਨ ਲਾਵਾਂਗੇ ਤਾਂ ਵੀ ਇੱਥੇ ਝਾਲਰ ਚਾਹੀਦੀ? ਅਸੀਂ ਉਹ ਬੰਦੇ ਨੂੰ ਬਿਨਾਂ ਦੱਸੇ ਜਾਂਗੇ ਦੀ ਝਾਲਰ ਬਣਾਤੀ। ਲੱਗਿਆ ਪਰ ਇੱਕ ਸੀਗਾ ਕਿ 200 ਵਾਟ ਦਾ ਬੱਲਬ ਲੱਗਿਆ ਸੀ ਕੇਵਲ ਜੀ ਉੱਥੇ, ਪਰ ਦੇਖਣ ਵਾਲੇ ਕਿਉਂਕਿ ਬਹੁਤ ਉਹਨਾਂ ਦੀਆਂ ਅੱਖਾਂ ਦੀ ਲਾਈਟ ਤੇਜ਼ ਸੀ, ਤੇ ਅਸੀਂ ਉਹ ਨਾਟਕ ਕੀਤਾ। ਉਹ ਸਿਪਾਹੀ ਦਾ ਰੋਲ ਵੀ ਤੁਹਾਨੂੰ ਪਤਾ ਕਿ ਠੀਕ ਸੀ ਉਹਦੇ 'ਚ, ਪਰ ਮਹਿੰਦਰ ਆਪ ਐਕਟਰ ਬਹੁਤ ਵਧੀਆ ਸੀ। ਅਸੀਂ ਉੱਥੇ ਜਣੀ 886 ਬੰਦਿਆਂ ਨੂੰ ਪੂਰਾ, ਉਹ ਇੱਕ ਤਾਂ ਮਿਸ਼ਨਰੀ ਬੰਦੇ ਹੀ ਸੀਗੇ ਕਹਿ ਲਓ, ਹੈ ਨਾ। ਹੁਣ ਕੀ ਹੈ ਕਿ ਸਵੇਰੀਓ ਜਿੰਦਾਬਾਦ ਚੱਲਦੀ ਹੈ, ਲੜਾਈ ਵੀ ਚੱਲਦੀ ਹੈ, ਕੁੱਟ ਟਾਪਾ ਵੀ ਚੱਲਦਾ ਹੈ, ਪੇਸ਼ੀਆਂ ਵੀ ਪੈਂਦੀਆਂ ਨੇ, ਵਿਚਾਰਧਾਰਾ ਵੀ ਚੱਲਦੀ ਹੈ, ਮੀਟਿੰਗਾਂ ਵੀ ਚੱਲਦੀਆਂ, ਗਰੁੱਪਾਂ ਦਾ ਟਕਰਾਓ ਵੀ ਚੱਲਦਾ। ਪਰ ਨਾਲ ਦੀ ਨਾਲ ਇਹ ਸੀਗਾ ਕਿ ਸ਼ੋ ਮਸਟ ਗੋ। ਅਸੀਂ ਉੱਥੇ ਉਹ ਨਾਟਕ ਕੀਤਾ ਤੇ ਸਾਰਿਆਂ ਦੇ ਨਿਗਾਹ ਦੇ ਵਿੱਚ ਆ ਗਿਆ ਕਿ ਯਾਰ ਜਵਾਕ ਜਿਹੜਾ ਆਇਆ, ਉਦੋਂ ਮੇਰੀ ਉਮਰ ਵੀ ਮਹਿਜ 20 ਸਾਲ ਹੀ ਸੀਗੀ। ਤੇ ਮੈਨੂੰ ਲੱਗਿਆ ਕਿ ਉਹ ਵੀ ਫਿਰ
ਨੌਕਰੀ ਲੈਣੀ ਸੀਗੀ। ਨੌਕਰੀ ਮੇਰੇ ਪਿੰਡ ਦੇ ਕੋਲੇ ਮਿਲ ਸਕਦੀ ਸੀ, ਜਦੋਂ ਜੇਲ੍ਹ ਤੋਂ ਆ ਕੇ ਦੁਬਾਰਾ ਇੰਟਰਵਿਊਆਂ ਹੋਈਆਂ, ਨੌਕਰੀਆਂ ਮਿਲੀਆਂ, ਉਹ ਮੈਨੂੰ ਮਿਲ ਸਕਦੀ ਸੀ। ਪਰ ਉਹ ਤੁਹਾਡੇ ਵਾਲੀ ਗੱਲ ਨੂੰ ਮੈਂ ਵੱਡਿਆ ਕਰਦਾ ਕਿ ਉਹ ਬੰਦਿਆਂ ਨੇ ਕਹਿ ਦਿੱਤਾ, 22 ਹੁੰਦੇ ਸੀ ਉਦੋਂ, ਤੁਹਾਨੂੰ ਪਤਾ ਹੈ ਸਾਰੇ ਕਹਿੰਦੇ, 22 ਕਹਿੰਦੇ ਵੀ ਤੂੰ ਮਾਛੀਵਾੜੇ ਚੱਲ, ਉੱਥੇ ਆਪਾਂ ਨੇ ਕੰਮ ਨੂੰ ਕੇਂਦਰ ਬਣਾਉਣਾ ਕੰਮ ਦਾ। ਮਾਸਟਰ ਜੀ ਮੈਂ ਇੱਥੇ 1 ਮਿੰਟ ਤੁਹਾਨੂੰ ਟੋਕ ਰਿਹਾ, ਮੈਨੂੰ ਇਹ ਦੱਸੋ ਤੁਹਾਨੂੰ ਫਿਰ ਉਹ ਜੇਲ੍ਹ 'ਚ ਇਜਾਜ਼ਤ ਮਿਲ ਗਈ ਸੀ ਵੀ ਕਿੱਦਾਂ ਉਹਨਾਂ ਇਜਾਜ਼ਤ ਦੇਤੀ ਵੀ ਨਾਟਕ ਕਰ ਲਓ? ਨਹੀਂ, ਇਜਾਜ਼ਤ ਐ ਸੱਚ ਨਾ ਅਸੀਂ ਮੰਗੀ, ਨਾ ਉਹਨਾਂ ਨੇ ਦਿੱਤੀ। ਓਕੇ, ਵੇਖਣ ਆਏ? ਸਾਡੀ ਗਿਣਤੀ ਕੇਵਲ ਉੱਥੇ ਬਹੁਤ ਸੀ। ਅਸੀਂ ਕੀ ਹੁੰਦਾ ਸੀ, ਅਸੀਂ ਸਵੇਰਿਓਂ ਇੱਕ ਰੈਲੀ ਕਰਦੇ ਸੀਗੇ, ਇੱਕ ਸ਼ਾਮ ਨੂੰ ਕਰਦੇ ਸੀ। ਅਸੀਂ ਸ਼ਾਮ ਵਾਲੀ ਰੈਲੀ ਜਿਹੜੀ ਹੈ ਉਹ ਲੇਟ ਕਰ, ਓਕੇ, ਸ਼ਾਮ ਵਾਲੀ ਰੈਲੀ ਲੇਟ ਕਰਕੇ 200 ਵਾਟ ਦਾ ਬੱਲਬ ਲਾਤਾ ਤੇ ਉਹਦੀ ਰੋਸ਼ਨੀ ਦੇ ਵਿੱਚ ਉੱਚਾ ਖੜਾ ਸੀਗਾ, ਤੇ ਅਸੀਂ ਉੱਥੇ ਭਾਜੀ ਦੀ ਜਿੰਦਾਬਾਦ ਕੀਤੀ ਪੂਰੀ। ਤੇ ਮੈਨੂੰ ਲੱਗਦਾ ਹੈ ਕਿ ਉਹ ਪੁਲਿਸ, ਅੱਛਾ ਇਹ ਜਿਹੜਾ ਪ੍ਰਸ਼ਾਸਨ ਸੀ ਨਾ ਜੇਲ੍ਹ ਦਾ, ਉਹ ਚਿੜਿਆ ਸਭ ਤੋਂ ਬਹੁਤ। ਬਾਅਦ ਦੇ ਵਿੱਚ ਸਾਡੀਆਂ ਮੁਲਾਕਾਤਾਂ ਤੇ ਵੀ ਥੋੜੀ ਜਿਹੀ ਸਖਤਾਈ ਕਰਤੀ, ਹੋਰ ਚੀਜ਼ਾਂ ਤੇ ਜਿਹੜਾ ਸਮਾਨ ਖਾਣ ਪੀਣ ਨੂੰ ਆਉਂਦਾ ਸੀਗਾ ਉਹ ਵੀ ਤੁਸੀਂ ਤਾਂ ਯਾਰ ਆਪਣੀ ਮਰਜ਼ੀ ਕਰਦੇ ਹੋ ਸਕਦਾ ਉਹਨਾਂ ਦੀ ਕੋਈ ਰਿਪੋਰਟ ਗਈ ਹੋਵੇ, ਹੈਨਾ। ਇਹ ਠੀਕ ਆ, ਪਰ ਐ ਸੱਚ ਉਹਨਾਂ ਨੇ ਰੋਕਣ ਦੀ ਜ਼ਰੂਰਤ ਨਹੀਂ ਕੀਤੀ, ਨਾ ਹੀ ਰੁਕਣਾ ਸੀਗਾ, ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ। ਰੋਕਣ ਦੀ ਕੋਸ਼ਿਸ਼ ਵੀ ਕਰਦੇ, ਉਹਨਾਂ ਨੂੰ ਪਤਾ ਹੈ ਕਿ ਇੰਨੇ ਬੰਦੇ ਪੂਰੇ ਕਮਿਟਡ ਬੰਦੇ ਜਿਹੜੇ ਜੇਲ੍ਹ ਚ ਆਏ ਨੇ ਝੋਲੀ ਚੱਕ ਕੇ, ਉਹ ਕੋਈ ਐਵੇਂ ਤਾਂ ਹੈ ਨਹੀਂ। ਇਹ ਇੱਕ ਤਾਂ ਇਹ ਸੀਗਾ। ਫਿਰ ਮੈਂ ਜਾ ਵੜਦਾ ਮਾਛੀਵਾੜੇ 79 ਦੇ ਵਿੱਚ। 79 ਦੇ ਵਿੱਚ ਦੋਏ ਕੰਮ ਮੇਰੇ ਗਲ ਪੈ ਗਏ ਕਿ ਇੱਕ ਤਾਂ ਭਾਈ ਜੇ ਕਲਾਕਾਰੀ ਕਰਨੀ ਆਪਣੀ ਕਲਾਕਾਰੀ ਕਰ ਲੈ, ਇੱਕ ਜਿਹੜਾ ਹੈਗਾ ਜੇ ਤੂੰ ਕੰਮ ਕਰਨਾ ਤਾਂ ਇਹ ਤਾਂ ਕੰਮ ਤਾਂ ਕਰਨਾ ਹੀ ਹੈ ਨਾ। ਇਲਾਕੇ ਦੇ ਵਿੱਚ ਨੌਜਵਾਨ ਸਭਾਵਾਂ, ਹੋਰ ਪਤਾ ਨਹੀਂ ਕੀ ਕੁਛ, ਮੈਂ ਕੇਵਲ ਚਲੋ ਆਪਾਂ ਜਾਣਦੇ ਵੀ ਹਾਂ, ਪਰ ਮੈਂ ਤੁਹਾਨੂੰ ਇਹ ਮੈਨੂੰ ਲੱਗਦਾ ਕਿ ਇਹ ਦੱਸਣਾ ਕਿ ਮੈਂ 7 ਸਾਲ ਤਾਂ ਜਮਾਂ ਹੀ ਕਰਨੀ ਹੈ। ਮਾਛੀਵਾੜਾ ਮੇਰੇ ਘਰ ਤੋਂ ਕਿੰਨੀ ਕੁ ਦੂਰ ਆ? ਮੈਂ ਜਾਣਦਾ, ਬਿਲਕੁਲ 20 ਮਿੰਟ ਦਾ ਰਸਤਾ ਸੀਗਾ। ਪਰ ਉਦੋਂ ਐ ਸੀਗਾ ਕਿ ਨਹੀਂ ਅਸੀਂ ਇੱਥੇ ਕੰਮ ਨੂੰ ਕੇਂਦਰ ਬਣਾਉਣਾ, ਇਹ ਕਿਵੇਂ ਆਉਂਦਾ ਹੁੰਦਾ ਸੀ। ਪਰ ਇੱਕ ਸੀਗਾ ਕਿ ਉਸੇ ਸਾਲ ਅਸੀਂ ਉੱਥੇ ਲੋਕ ਕਲਾ ਮੰਚ ਵੀ ਬਣਾਉਂਦੇ, ਮਾਸਟਰ ਨਛੱਤਰ ਜੀ, ਅਸੀਂ ਸੀ, ਹੋਰ ਸਾਰੇ। ਤੁਸੀਂ ਜਾਣਦੇ ਹੋ ਦਲਜੀਤ ਸ਼ਾਹੀ ਹੈ ਨਾ? ਦਲਜੀਤ ਦੀ ਬੀਬੀ ਮੇਰੀ ਭੈਣ ਵਾਂਗੂ ਸੀਗੀ ਉਹ, ਕਿਉਂਕਿ ਦਲਜੀਤ ਮਾਮਾ ਕਹਿੰਦਾ ਸੀਗਾ। ਦਲਜੀਤ ਦੀ ਬੀਬੀ ਨੇ ਨਾ ਉਹਨੂੰ ਇੱਕ ਬੋਤਲ ਦੁੱਧ ਦੀ ਦੇਣੀ ਭਰ ਕੇ, ਕਿ ਤੁਸੀਂ ਰਾਤ ਨੂੰ ਰਿਹਰਸਲ ਕਰਨੀ ਹੈ ਤੇ ਪੁੱਤ ਸਵੇਰੀਓ ਚਾਹ ਬਣਾ ਲਿਓ, ਰਾਤ ਨੂੰ ਵੀ ਦੁੱਧ ਪੀ ਲਿਓ, ਹੈਨਾ। ਸਾਡੀਆਂ ਮਾਵਾਂ ਨੇ ਜਾਂ ਇਹਨਾਂ ਲੋਕਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਉਦੋਂ। ਤੇ ਇਹਨਾਂ ਨੂੰ ਉਠਾ ਕੇ, 11ਵੀਂ ਚ ਪੜ੍ਹਦਾ ਸੀ ਸ਼ਾਇਦ, ਤੇ ਇਹਨਾਂ ਨੂੰ ਉਠਾ ਕੇ ਸਵੇਰੀਓ ਪੜ੍ਹਾਉਣਾ ਵੀ ਜਾਂ ਪੜ੍ਹਨ ਲਾਉਣਾ, ਇਹ ਵੀ ਆਪਣਾ ਇੱਕ ਕੰਮ ਹੈ। ਰਿਹਰਸਲਾਂ ਬਹੁਤ ਜ਼ਿਆਦਾ ਅਸੀਂ ਮਿਹਨਤ ਬਹੁਤ ਕਰਦੇ ਸੀ। ਦੇਖੋ ਹੁਣ ਇੱਕ ਰੂਟੀਨ ਲਾਓ ਤੁਸੀਂ, ਆਪਾਂ ਜੇ ਗੱਲ ਕਰਦੇ ਹਾਂ ਕਿ ਦਿਨੇ ਬੰਦਾ ਸਕੂਲ ਦੇ ਵਿੱਚ ਜਾਂਦਾ, ਸਕੂਲ 'ਚ ਕਿਸੇ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਕਿ ਜਿੰਨੀ ਨੌਕਰੀ ਕੀਤੀ ਆ ਮੈਂ ਆਪਣੇ ਵੱਲੋਂ ਜੋੜ, ਬਿਲਕੁਲ ਆਪਣਾ ਇਹ ਨਹੀਂ ਕਿ। ਦੂਜੀ ਗੱਲ ਹੈ ਕਿ ਫਿਰ ਆ ਕੇ ਨੌਜਵਾਨ ਸਭਾਵਾਂ, ਹੋਰ ਸੰਸਥਾਵਾਂ, ਕੋਈ ਨਾ ਕੋਈ ਐਜੀਟੇਸ਼ਨ ਖੜੀ ਰਹਿੰਦੀ ਸੀਗੀ, ਉਹ ਕਰਨਾ। ਰਾਤ ਨੂੰ ਆ ਕੇ ਰਿਹਰਸਲ ਕਰਨੀ, ਸਵੇਰੇ ਉੱਠ ਕੇ ਇਹਨਾਂ ਨੂੰ ਤਿਆਰ ਤੁਰ ਕਰਕੇ ਜਾਂ ਹੋਰ ਕਰਕੇ ਫਿਰ ਸਕੂਲ ਚਲੇ। ਇਹ ਲਾਈਫ ਦਾ ਇੱਕ ਸੱਚ ਸੀਗਾ ਕਿ ਮੈਂ ਕੋਸ਼ਿਸ਼ ਕੀਤੀ ਕੇਵਲ ਜੀ ਕਿ ਮੈਂ ਆਪਣਾ ਜਿਹੜਾ ਵੀ ਕੰਮ ਮੈਂ ਹੱਥ 'ਚ ਲਿਆ ਉਹਦੇ ਨਾਲ ਥੋੜਾ ਇਨਸਾਫ ਕਰ। ਮਾਸਟਰ ਜੀ ਇਹ ਕੰਮ ਸੀਗੇ ਜਦੋਂ ਕਿ ਤੁਸੀਂ ਫਿਰ 78 79 ਤੋਂ ਬਾਅਦ ਜੇਲ੍ਹ ਵਾਲੇ ਸਮੇਂ ਤੋਂ ਬਾਅਦ ਫਿਰ ਤੁਸੀਂ ਉਹ ਪਰ ਨਾਟਕ ਦਾ ਪੱਲਾ ਛੱਡਿਆ ਹੀ ਨਹੀਂ, ਉਹ ਤਾਂ ਤੁਸੀਂ ਜੇਲ੍ਹ 'ਚ ਵੀ ਕਰਦੇ ਰਹੇ, ਬਾਅਦ 'ਚ ਆਏ ਤੁਸੀਂ ਫਿਰ ਜਦੋਂ ਲੋਕ ਕਲਾ ਮੰਚ ਮਾਛੀਵਾੜਾ ਵੀ ਬਣਾ ਲਿਆ। ਔਰ ਲੋਕ ਕਲਾ ਮੰਚ ਮਾਛੀਵਾੜਾ ਕਿਹੜੇ ਸਾਲ 'ਚ ਬਣਿਆ? ਤੁਸੀਂ ਸਿਰਫ ਇਹ ਉਹਨਾਂ ਦੱਸਿਓ ਮੈਨੂੰ। ਉਹ ਨਾ 79 ਦੇ ਵਿੱਚ ਜਦੋਂ ਮੈਂ ਉੱਥੇ ਚਲਾ ਗਿਆ ਤੇ ਸਾਨੂੰ ਲੱਗਿਆ ਕਿ ਨਾਟਕ ਕਰਨੇ ਨੇ, ਤਾਂ ਉੱਥੇ ਇੱਕ ਮਿਸਤਰੀ ਜੀ ਹੁੰਦੇ ਸੀ, ਸੋਮ ਮਾਸਟਰ ਨਛੱਤਰ ਜੀ, ਅਸੀਂ ਰਲ ਕੇ ਕਿਹਾ ਕਿ ਆਪਾਂ ਇੱਕ ਮੰਚ ਬਣਾਉਨੇ ਆ। ਉਦੋਂ ਸਾਨੂੰ ਐਂ ਤਾਂ ਨਹੀਂ ਸੀ ਪਤਾ ਕਿ ਔਲਖ ਸਾਹਿਬ ਜਿਹਨੂੰ ਮੈਂ ਬਹੁਤ ਪਿਆਰ ਕਰਦਾ, ਉਹਨਾਂ ਦਾ
ਰੰਗਮੰਚ ਦਾ ਨਾਮ ਵੀ ਲੋਕ ਕਲਾ ਮੰਚ ਸੀਗਾ, ਪਰ ਅਸੀਂ ਜਣੀ ਐਂ ਬਣਾ ਲਿਆ, ਇੱਕ ਮੰਚ ਬਣਾਉਣਾ ਸੀਗਾ, ਉਹਦਾ ਨਾਮ ਰੱਖ ਲਿਆ ਲੋਕ ਕਲਾ। ਹਾਂ। ਤੇ 79 ਤੋਂ ਕੇਵਲ ਜੀ ਅਸੀਂ ਪਿੰਡਾਂ ਨੂੰ ਨਿਕਲੇ। ਇਹ ਨਹੀਂ ਕਿ ਉੱਥੇ ਕੋਈ ਸ਼ੋਅ ਕਰਤਾ ਇੱਕ ਤੇ ਉਹ ਹੋ ਗਿਆ। ਅਸੀਂ ਪਿੰਡਾਂ ਜਾਣਾ ਸ਼ੁਰੂ ਕਰ ਲਿਆ। ਤੁਹਾਡੇ ਜਿਹੜੇ ਨਾਟਕ ਤੁਸੀਂ ਵੀ ਕਰਦੇ ਸੀ ਉਦੋਂ, ਤੇ ਭਾਜੀ ਦੇ ਹੀ ਨਾਟਕ ਬਹੁਤੇ ਅਸੀਂ ਕਰਿਆ ਕਰਦੇ ਸੀਗੇ। ਉਦੋਂ ਸ਼ਾਇਦ ਤੁਹਾਡੇ ਯਾਦ, ਹਰ ਇੱਕ ਨੂੰ ਜੀਣ ਦਾ ਹੱਕ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ। ਇਸ ਤਰ੍ਹਾਂ ਦੇ ਸਾਡੇ ਨਾਟਕ ਹੁੰਦੇ ਸੀਗੇ। ਅਸੀਂ ਉਹਨਾਂ ਨਾਟਕਾਂ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰਦੇ ਸੀਗੇ ਕਿ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਸੰਵਾਦ ਬਣੇ, ਹੋਰ ਬਣੇ। ਸਾਡਾ ਵਧੀਆ ਨੈਟਵਰਕ ਬਣ ਗਿਆ ਸੀ। ਇਹ ਨਾਟਕ ਮਾਸਟਰ ਜੀ, ਮੈਂ ਤੁਹਾਨੂੰ ਥੋੜਾ ਜਿਹਾ ਅੱਗੇ ਲੈ ਕੇ ਜਾ ਰਿਹਾ ਕਿ ਇਹ ਨਾਟਕ ਤੁਸੀਂ ਪਿੰਡਾਂ ਵਿੱਚ ਕਰਦੇ, ਲੋਕ ਕਲਾ ਮੰਚ ਮਾਛੀਵਾੜਾ ਵੱਲੋਂ, ਉਦੋਂ ਵਾਲੇ ਤੁਸੀਂ ਇਹੀ ਛੋਟੇ ਛੋਟੇ ਨਾਟਕ ਜਿਹੜੇ ਗੁਰਸ਼ਰਨ ਭਾਜੀ ਵਾਲੇ ਸੀ ਉਹੀ ਕਰਦੇ ਸੀਗੇ। ਫਿਰ ਇਹਦੇ ਨਾਲ ਨਾਲ ਤੁਹਾਡੇ ਸਮਰਾਲੇ ਦੇ ਵਿੱਚ ਇੱਕ ਮੇਲਾ ਲੱਗਦਾ ਸੀ ਨਾਟਕਾਂ ਦਾ, ਲਗਭਗ ਮੇਰੇ ਖਿਆਲ ਜਿਹੜਾ 3 ਦਿਨ ਜਾਂ 1 ਹਫ਼ਤਾ ਚੱਲਦਾ ਸੀ, ਕੁਝ ਏਦਾਂ ਦਾ ਸੀ। ਇਹ ਕੋਈ ਮੇਰੇ ਖਿਆਲ 84 85 86 ਦੀਆਂ ਗੱਲਾਂ ਨੇ ਜਾਂ ਉਸ ਤੋਂ ਵੀ ਪਹਿਲਾਂ ਦੀਆਂ ਗੱਲਾਂ ਨੇ। ਇਹ ਉਹਦੇ ਵਿੱਚ ਸਾਨੂੰ ਵੀ ਜਾਣ ਦਾ ਮੌਕਾ ਮਿਲਿਆ, ਪਰ ਉਹ ਹੈ ਬੜਾ ਉਹਨਾਂ ਸਮਿਆਂ 'ਚ ਇੰਪੋਰਟੈਂਟ ਸੀ। ਉਸ ਮੇਲੇ ਦਾ ਨਾਂ ਬੜਾ ਹੁੰਦਾ ਸੀ। ਮੈਂ ਤਾਂ ਉਹਦੇ ਬਾਰੇ ਜਾਣਨਾ ਚਾਹ ਰਿਹਾ ਤਾਂ ਕਿ ਦੂਜਿਆਂ ਨੂੰ ਵੀ ਪਤਾ ਲੱਗੇ ਤੇ ਸਾਡੇ ਰਿਕਾਰਡ ਵਿੱਚ ਵੀ ਉਹ ਚੀਜ਼ ਆ ਜਾਏ ਕਿ ਉਹ ਮੇਲਾ ਕੀ ਸੀਗਾ। ਉਹਨੂੰ ਜ਼ਰਾ ਥੋੜਾ ਜਿਹਾ ਸੰਖੇਪ ਵਿੱਚ ਜ਼ਰਾ ਦੱਸਿਓ ਮੈਨੂੰ, ਤਾਂ ਕਿ ਆਪਾਂ ਹੋਰ ਗੱਲਾਂ ਸੀਗਾ ਕਿ ਉਹ ਮੇਲਾ ਜਿਹੜਾ ਹੈਗਾ ਇੱਕ ਸੰਸਥਾ ਸੀ ਸਮਰਾਲੇ ਬਣੀ ਹੋਈ, ਨਵਰੰਗ ਮੰਚ, ਹਾਂਜੀ, ਜਿਨ੍ਹਾਂ ਦੇ ਪ੍ਰਧਾਨ ਸੂਰਿਆਕਾਂਤ ਵਰਮਾ ਜੀ ਵੀ ਰਹੇ, ਸਾਡੇ ਰਜੀਵ ਮਰਵਾਹਾ ਮਿੱਕੀ ਜਿਹਨੂੰ ਤੁਸੀਂ ਕਹਿੰਦੇ ਹੋ ਉਹ ਵੀ ਰਹੇ, ਮਨਜੀਤ ਰਾਏ ਸੱਚ ਕੀ ਪਰਸਨ, ਉਹਨੇ MA ਕੀਤੀ ਹੋਈ ਸੀਗੀ ਇੰਡੀਅਨ ਥੀਏਟਰ। ਤੇ ਮਨਜੀਤ ਹੋਰਾਂ ਨੇ, ਇਹਨਾਂ ਨੇ ਰਲ ਕੇ ਇੱਕ ਲੜੀ ਤੋਰੀ ਕਿੰਨੇ ਸਾਲ। ਅਸਲ 'ਚ ਕਹਾਣੀ ਤਾਂ ਚੱਲੀ ਕਿ ਰਾਮਲੀਲਾ ਦੇ ਮੁਕਾਬਲੇ 10 ਦਿਨ ਨਾਟਕ ਕਰਨੇ ਆਈ ਸੀ ਪਹਿਲਾਂ, ਪਰ ਉਹ ਬਹੁਤ ਇੰਪੋਰਟੈਂਟ ਮੇਲਾ ਬਣ ਗਿਆ ਸੀਗਾ। ਮੈਂ ਫਿਰ ਉਹਨਾਂ ਦਿਨਾਂ 'ਚ ਲੋਕ ਕਲਾ ਮੰਚ ਮਾਛੀਵਾੜੇ ਵੱਲੋਂ ਮੈਂ ਆਪ ਵੀ ਹਿੱਸਾ ਲੈਂਦਾ ਰਿਹਾ, ਤੁਹਾਡੇ ਨਾਟਕ ਸਾਰਿਆਂ ਦੇ ਦੇਖਦੇ ਵੀ ਰਹੇ ਹਾਂ। ਬਹੁਤ ਕਮਾਲ ਦੀਆਂ ਟੀਮਾਂ ਆਉਂਦੀਆਂ ਸੀਗੀਆਂ। ਇੱਕ ਵਧੀਆ ਗੱਲ ਇਹ ਸੀ, ਮੈਂ ਹੁਣ ਜੇ ਤੁਹਾਨੂੰ ਇਹ ਕਹਾਂ ਕਿ ਹੁਣ ਮੇਲਿਆਂ ਤੇ ਕਈ ਵਾਰ ਭਰੋਸਾ ਨਾ, ਕੰਪੀਟੀਸ਼ਨਾਂ ਤੇ ਭਰੋਸਾ ਨਹੀਂ ਬਣਦਾ। ਤਾਂ ਜੱਜਮੈਂਟ ਲਈ ਵੀ ਜਿਹੜਾ ਉਦੋਂ ਦਾ ਜਿਹੜੇ ਵਧੀਆ ਹਮ ਲੋਕ ਸੀਰੀਅਲ ਵਰਗੇ ਉਹਨਾਂ ਦੇ ਡਾਇਰੈਕਟਰ, ਉਹਨਾਂ ਦੇ ਜਾਂ ਸੁਰਿੰਦਰ ਸ਼ਰਮਾ ਜੀ, ਜਿਹੜੇ ਵੱਡੇ ਲੋਕ ਜੱਜਮੈਂਟ ਤੇ ਆਉਂਦੇ ਸੀਗੇ, ਜਿਨ੍ਹਾਂ ਤੋਂ ਪਾਰਸ਼ੈਲਿਟੀ ਦੀ ਉਮੀਦ ਘੱਟ ਕੀਤੀ ਜਾਂਦੀ। ਉਸ ਮੇਲੇ ਨੇ ਇਲਾਕੇ ਦੇ ਵਿੱਚ ਇੱਕ ਹੋ ਗਿਆ ਕਿ ਲੋਕ ਉਡੀਕਦੇ ਸੀਗੇ। ਮੇਲਾ ਨਾ ਕਿ ਇੱਕ ਕੰਪੀਟੀਸ਼ਨ ਹੁੰਦਾ ਸੀ, ਪਰ ਪੰਜਾਬ ਦੀਆਂ ਬਹੁਤ ਵੱਡੀਆਂ ਜਾਂ ਹਿੰਦੁਸਤਾਨ ਦੀਆਂ ਵੀ ਕਈ ਵਾਰ ਵੱਡੀਆਂ ਟੀਮਾਂ ਉਹ 'ਚ ਪਾਰਟੀਸਪੇਟ ਕਰਦਿਆਂ ਸੀਗਾ। ਮਨਜੀਤ ਅੱਜ ਸਾਡੇ 'ਚ ਨਹੀਂ, ਤੇ ਮੈਨੂੰ ਲੱਗਦਾ ਕਿ ਉਹਨੂੰ ਯਾਦ ਕਰਨਾ ਮੈਨੂੰ ਇਸ ਕਰਕੇ ਚੰਗਾ ਲੱਗਦਾ ਕਿ ਇਸ ਇਲਾਕੇ 'ਚ ਉਹ ਬੰਦੇ ਨੇ ਇਸ ਤਰ੍ਹਾਂ ਦੀ ਇੱਕ ਲਹਿਰ ਵੀ ਤੋਰੀ। ਬਿਲਕੁਲ, ਮੈਂ ਤਾਂ ਹੀ ਸੀ ਕਿ ਜਿਹੜਾ ਮਾਛੀਵਾੜਾ, ਸਮਰਾਲਾ, ਇਸ ਇਲਾਕੇ ਦੇ ਵਿੱਚ ਜਿਹੜਾ ਥੀਏਟਰ ਨੂੰ ਤੁਸੀਂ ਲੋਕਾਂ ਨੇ ਤੋਰਿਆ, ਇੱਕ ਵੱਖਰਾ ਇਤਿਹਾਸ ਬਣਦਾ ਇਸ ਇਲਾਕੇ ਦੇ ਰੰਗਮੰਚ ਦਾ। ਸਾਡੇ ਨਾਲ ਬਹੁਤ ਸਾਰੇ ਦੋਸਤ ਹੋਰ ਵੀ ਜੁੜੇ ਹੋਏ ਨੇ, ਚਮਕ ਸਾਹਿਬ ਵੀ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ, ਔਰ ਕੁਮਾਰ ਪਵਨਦੀਪ ਅਮਰੀਕਾ ਤੋਂ ਬੈਠਾ, ਅੱਜ ਬੈਠ ਕੇ ਵੇਖ ਰਿਹਾ ਵਾ। ਅੱਜ ਇਹ ਮੂੰਹ ਹੱਥ ਧੋ ਕੇ ਸਵੇਰੇ ਸਵੇਰੇ ਆ ਗਿਆ ਵਾ, ਚਾਹ ਵੀ ਇਹਨੇ ਪੀ ਲਈ ਹੈ ਮੈਨੂੰ ਲੱਗਦਾ। ਤੇ ਸਰੀਨ ਸਾਹਿਬ ਵੀ ਆ ਗਏ ਨੇ, ਤੇ ਮਨਿੰਦਰਾ ਬਹਿਲ ਮੈਡਮ ਵੀ ਸੁਣਦੇ ਪਏ ਸਾਡੀਆਂ ਗੱਲਾਂ। ਸੋ ਸਾਰੇ ਦੋਸਤਾਂ ਨੂੰ ਵੀ ਜੀ ਆਇਆਂ। ਤੇ ਆਪਾਂ ਗੱਲਾਂ ਕਰਦੇ ਮਾਸਟਰ ਜੀ, ਫਿਰ ਤੁਹਾਡੇ ਇੱਕ ਮੋੜ ਹੋਰ ਆਇਆ ਤੁਹਾਡੇ ਨਾਟਕਾਂ ਦੀ ਲਹਿਰ ਦੇ ਵਿੱਚ, ਤੁਹਾਡੀਆਂ ਮੈਂ 2 ਗੱਲਾਂ ਛੋਟੀ ਛੋਟੀ ਐਡ ਕਰਦਾ ਕੇਵਲ ਜੀ ਅੱਗੇ ਚੱਲ। ਮੈਂ ਨਾ ਇਹ ਐਡ ਕਰਨਾ ਸੀਗਾ ਕਿ ਮੈਡਮ ਜੀ ਜੇ ਮਨਿੰਦਰਾ ਬਹਿਲ ਜੀ ਸਾਡੇ ਹਾਜ਼ਰੀ ਨੇ, ਮੈਂ ਉਹਨਾਂ ਦਾ ਨਾਟਕ ਜਿਹੜਾ ਹੈਗਾ ਆਖਰੀ ਨਾਟਕ, ਉਹ 'ਚ ਮੈਂ ਡਾਇਰੈਕਟਰ ਦਾ ਰੋਲ ਕੀਤਾ ਸੀਗਾ। ਦੂਰਦਰਸ਼ਨ ਤੇ ਅਸੀਂ ਉਹਨੂੰ ਪੇਸ਼ ਕੀਤਾ, ਤੇ ਮੇਰਾ ਖਿਆਲ ਸੀ ਕਿ ਐਬਸਰਡਿਟੀ ਕਹਿ ਲਓ ਜਾਂ ਕੀ ਕਹਿ ਲਓ, ਉਹ ਤਾਂ ਥੀਏਟਰ ਦੀ ਲੈਂਗੁਏਜ ਹੈ, ਪਰ ਮੈਨੂੰ ਲੱਗਿਆ ਸੀਗਾ ਕਿ ਹਾਂ ਕਿਸੇ ਨੇ ਪਸੀਨਾ ਕਢਾਇਆ ਹੈ ਕਿਸੇ ਰੋਲ ਨੇ, ਤੇ ਉਹ ਮੇਰੀ ਇੱਕ ਮਤਲਬ ਵਧੀਆ ਯਾਦ ਹੈ। ਮੈਨੂੰ ਉਹਦੇ ਨਾਲ ਪਹਿਚਾਣ ਵੀ ਮਿਲੀ। ਕਿਆ ਬਾਤ ਹੈ। ਤੁਸੀਂ ਬਹੁਤ ਸਾਰੇ ਹੋਰ ਵੀ ਕੰਮ ਕੀਤੇ ਟੀਵੀ, ਮੈਂ ਉਹਦੇ ਤੇ ਬਾਅਦ ਚ ਆਉਣਾ। ਮੈਂ ਬੜੀ ਜੀ ਇੱਕ ਸੌਰੀ ਇੱਕ ਹੈ ਕਿ ਪਵਨ ਨੇ ਵੀ ਮੇਰੀ ਟੀਮ ਜਾਂ ਆਰਟ ਸੈਂਟਰ ਦੇ ਨਾਲ ਕਈ ਸਾਰੇ ਨਾਟਕ ਕੀਤੇ ਨੇ। ਪਵਨ ਨੇ ਵੀ ਸਾਨੂੰ ਬਹੁਤ, ਇੰਸਪੈਕਟਰ ਮਾਤਾ ਦਿਨ ਚੰਦ ਤੇ ਸ਼ਾਇਦ ਤੁਸੀਂ ਦੇਖਿਆ ਹੋਵੇ, ਹਾਂਜੀ, ਛਵੀਆਂ ਦੀ ਰੁੱਤ ਦੇ ਵਿੱਚ ਵੀ। ਸੋ ਇਹਨਾਂ ਲੋਕਾਂ ਦਾ ਮੈਂ ਦੇਣਦਾਰ ਹਾਂ, ਇਸ ਕਰਕੇ ਮੈਨੂੰ
ਸੌਰੀ ਸਰ। ਨਹੀਂ ਬਿਲਕੁਲ ਠੀਕ ਹੈ, ਬਹੁਤ ਦੋਸਤਾਂ ਨੂੰ ਯਾਦ ਰੱਖਣਾ ਚਾਹੀਦਾ ਸੋ ਇਹਨਾਂ ਦੀ ਕੰਟਰੀਬਿਊਸ਼ਨ ਵੀ। ਤੇ ਇੱਕ ਮਾਸਟਰ ਜੀ ਤੁਹਾਡੇ ਕੰਮ ਦੇ ਵਿੱਚ ਇੱਕ ਮੁੜ ਕੇ ਅਚਾਨਕ ਇੱਕ ਚੇਂਜ ਆਈ ਔਰ ਇੱਕ ਉਹ ਨਾਟਕ ਦੇਵਪੁਰ ਹਾਰ ਗਏ। ਉਸ ਨਾਟਕ ਨੇ ਤੁਹਾਨੂੰ ਪੂਰੇ ਪੰਜਾਬ ਦਾ, ਪੰਜਾਬ ਤੋਂ ਬਾਹਰ, ਉਹ ਨਾਟਕ ਗੁਰਸ਼ਰਨ ਭਾਜੀ ਨੇ ਲਿਖਿਆ ਔਰ ਉਹ ਤੁਹਾਡੀ ਟੀਮ ਨੂੰ ਹੀ ਤਿਆਰ ਕਰਵਾਇਆ। ਉਹ ਨਾਟਕ ਜਦੋਂ ਤੁਹਾਡੀ ਟੀਮ ਨੂੰ ਤਿਆਰ ਕਰਵਾਇਆ ਤਾਂ ਮੈਂ ਗੁਰਸ਼ਰਨ ਭਾਜੀ ਨੇ ਬੜਾ ਨਿਰਾਸ਼ ਸੀ ਕਿ ਉਹ ਨਾਟਕ ਦੀ ਜਿਹੜੀ ਇੰਪਰੋਵਾਈਜ਼ੇਸ਼ਨ ਸੀ ਉਹ ਕਰਵਾਉਂਦੇ ਤੇ ਸਾਡੇ ਕੋਲ ਰਹੇ ਕਿ ਜਦੋਂ ਉਹਨੂੰ ਲਿਖਣਾ ਸੀ ਭਾਜੀ ਨੇ ਕਿ ਇਹ ਜਿਹੜਾ ਜਿਹੜੇ ਪਖੰਡੀ ਪੰਡਤ ਹੁੰਦੇ, ਪਖੰਡੀ ਸਾਧੂ ਹੁੰਦੇ, ਉਹ ਅਸੀਂ ਇੰਪਰੋਵਾਈਜ਼ ਕਰਦੇ ਸੀ, ਭਾਜੀ ਨਾਟਕ ਲਿਖਦੇ ਸੀ। ਜਦੋਂ ਤਿਆਰ ਕਰਾਉਣਾ ਸੀ ਉਹ ਤਰਲੋਚਨ ਹੋਰਾਂ ਦੇ ਹਿੱਸੇ ਆ ਗਿਆ, ਪਰ ਉਹ ਨਾਟਕ ਬੜਾ ਬਿਹਤਰੀਨ ਸੀਗਾ ਔਰ ਤੁਸੀਂ ਕੀਤਾ, ਬਹੁਤ ਕਮਾਲ ਦਾ ਨਾਟਕ ਸੀ ਉਹ। ਮੈਂ ਤੁਹਾਡੇ ਕਲੇਮ ਨੂੰ ਰੱਦ ਇਸ ਕਰਕੇ ਕਰਦਾ ਜੀ ਕਿ ਤਰਕਸ਼ੀਲ ਸੁਸਾਇਟੀ ਜਦੋਂ ਬਣਦੀ ਹੈ ਅਸੀਂ ਮਾਛੀਵਾੜੇ ਪਹਿਲਾ ਯੂਨਿਟ ਬਣਾਉਣੇ ਹੈ। ਬਿਲਕੁਲ ਬਿਲਕੁਲ ਹਿਸਟਰੀ ਦਾ ਪਾਰਟ। ਤੇ ਮੈਂ ਭਾਜੀ ਨੂੰ, ਮੈਨੂੰ ਯਾਦ ਹੈ ਨੈਸ਼ਨਲ ਸਕੂਲ ਸੀਗਾ ਜਿੱਥੇ ਉਹ ਮੇਲੇ ਹੋਇਆ ਕਰਦੇ ਸੀ ਨਾ, ਜਿੱਥੇ ਤੁਸੀਂ ਗੱਲ ਕੀਤੀ, ਉੱਥੇ ਮੈਂ ਬੇਨਤੀ ਕੀਤੀ ਕਿ ਭਾਜੀ ਆ ਸਾਡੀ ਕਿਤਾਬ ਹੈ ਤੇ ਇਹਦੀ ਥਾਟ ਨੂੰ ਸੈਂਟਰ 'ਚ ਰੱਖ ਕੇ ਕੀ ਤੁਸੀਂ ਨਾਟਕ ਲਿਖ ਸਕਦੇ ਹੋ? ਕਹਿੰਦੇ ਕੁੜੀਆਂ ਕਿੰਨੀਆਂ ਤੁਹਾਡੀ ਟੀਮ 'ਚ? ਭਾਜੀ ਨਹੀਂ ਹੈਗੀਆਂ। ਉਹ ਕਿਤਾਬ ਵੇਚੀ ਵੀ ਬੜੀ ਸੀ ਭਾਜੀ ਦੇ, ਉਹ ਬਾਅਦ ਵਿੱਚ ਨਾਟਕਾਂ 'ਚ ਦੇਵਪੁਰ ਹਾਰਗੇ ਵਾਲੀ ਜਿਹੜੀ ਉਹ ਕਿਤਾਬ ਸੀ ਜਿਹਦੇ ਉਹ ਕੀ ਹੈ ਨਾ ਕਿ ਕੇਵਲ ਜੀ ਉਹ ਅਸੀਂ ਨਾ ਮਤਲਬ ਬੇਨਤੀ ਕਰਕੇ ਉਚੇਚਾ ਲਿਖਵਾਇਆ ਵੀ ਸੀਗਾ, ਸਾਡਾ ਇਹਨਾਂ ਦਾ ਹੱਕ ਬਣਦਾ ਸੀ ਨਾ। ਬਿਲਕੁਲ ਬਿਲਕੁਲ ਬਿਲਕੁਲ, ਮੈਂ ਵੀ ਉਹੀ ਗੱਲ ਕਰ ਰਿਹਾ ਹਾਂ। ਨਾਟਕ ਅਸੀਂ ਬੜੇ ਕੰਪੀਟੀਸ਼ਨ ਲੜੇ ਤੇ ਜਿੱਤੇ, ਜਿਵੇਂ ਉਦੋਂ ਹੁੰਦਾ ਸੀ ਰਿਵਾਜ ਹੈਨਾ ਉਸ ਨਾਟਕ ਦੇ। ਤੇ ਅਸੀਂ ਜਿੱਥੇ ਵੀ ਕਿਤੇ ਕਰਦੇ ਸੀ, ਹਾਲਾਂਕਿ ਜੇ ਕਹਿ ਲਈਏ ਕਿ ਭਾਜੀ ਐ ਸੱਚ ਸਾਡੇ ਕੋਲ ਨਹੀਂ ਸੀ ਉਨਾ, ਪਰ ਸਾਨੂੰ ਇੰਨਾ ਚਾਅ ਸੀਗਾ ਕਿ ਭਾਜੀ ਨੇ ਸਾਨੂੰ ਨਾਟਕ ਦਿੱਤਾ ਹੈ, ਅਸੀਂ ਡਾਇਰੈਕਟਰ ਦੇ ਨਾਮ ਵੀ ਭਾਜੀ ਦੇ ਬੋਲਦੇ ਰਹੇ ਹਾਂ। ਹੈਨਾ, ਇਹ ਸਾਡਾ ਉਹਨਾਂ ਪ੍ਰਤੀ ਰਿਗਾਰਡ ਵੀ ਕਹਿ ਲਓ, ਜਾਂ ਉਸ ਨਾਟਕ ਨੇ ਸੱਚੀ ਗੱਲ ਹੈ ਕਿ ਲੋਕ ਕਲਾ ਮੰਚ ਦੀ ਟੀਮ ਨੂੰ ਬਹੁਤ ਦੂਰ ਤੱਕ ਪਹੁੰਚਾਇਆ। ਬਿਲਕੁਲ ਬਿਲਕੁਲ, ਮੈਂ ਵੀ ਉਹੀ ਇਤਿਹਾਸ ਦੀ ਗੱਲ ਕਰ ਰਿਹਾ ਸੀ ਕਿ ਉਹ ਤੁਸੀਂ ਕਿਤਾਬ ਲਿਖ ਤੋਂ ਕਿਤਾਬ ਤੋਂ 83 ਦੀ ਗੱਲ ਹੈ ਸ਼ਾਇਦ, ਇਹ 85 ਦੀ ਗੱਲ ਹੈ। ਬਿਲਕੁਲ ਬਿਲਕੁਲ 85 ਦੀ, ਹਾਂ 85 ਦੀ ਗੱਲ ਹੈ। ਔਰ ਉਹ ਮੈਨੂੰ ਯਾਦ ਹੈ ਉਸ ਉਦੋਂ ਮੇਲਾ ਹੋਇਆ ਸੀ ਤੁਹਾਡੇ ਸਮਰਾਲੇ ਤੇ ਅਸੀਂ ਉਦੋਂ ਨਾਟਕ ਮੇਰੇ ਖਿਆਲ ਤਮਾਸ਼ਾ ਕਿ ਕਿਹੜਾ ਕਰਨ ਗਏ ਸੀ, ਤਮਾਸ਼ਾ ਕੀਤਾ ਸੀ। ਔਰ ਉਸ ਤੋਂ ਬਾਅਦ ਹੀ ਤੁਸੀਂ ਉਹ ਕਿਤਾਬ ਦਿੱਤੀ, ਫਿਰ ਉਹ ਅੰਮ੍ਰਿਤਸਰ ਆ ਕੇ ਭਾਜੀ ਨੇ ਲਿਖਿਆ, ਫਿਰ ਤੁਹਾਡੇ ਕੋਲ ਜਾ ਕੇ ਤਿਆਰ ਕਰਵਾਇਆ। ਸੋ ਇਸ ਲਈ ਉਹਦੇ ਵਿੱਚ ਸਾਡਾ ਇਹ ਯੋਗਦਾਨ ਉਹ ਜਿਹੜਾ ਇੰਪਰੋਵਾਈਜ਼ੇਸ਼ਨ 'ਚ ਸੀ ਉਹ ਸੀਗਾ। ਖੈਰ ਬਹੁਤ ਵਧੀਆ ਉਹ ਨਾਟਕ ਸੀ, ਤੁਸੀਂ ਬਹੁਤ ਕੀਤਾ ਉਸ ਨਾਟਕ ਨੂੰ, ਕਹਿ ਲਓ ਕਿ ਬੜਾ ਹੀ ਕਮਾਇਆ ਉਸ ਨਾਟਕ ਨੂੰ, ਔਰ ਹਜ਼ਾਰਾਂ ਸ਼ੋਅ ਉਸ ਨਾਟਕ ਦੇ ਹੋਏ। ਔਰ ਮੈਂ ਇਸ ਨਾਟਕ ਦੀ ਕੇਵਲ ਜੀ ਇਸ ਨਾਟਕ ਦੀ ਅਹਿਮੀਅਤ ਇਸ ਸੈਂਸ ਦੇ ਵਿੱਚ ਵੀ ਗਿਣਦੇ ਆ ਜਿਹੜੀ ਕੋਈ ਗੱਲ ਹੁੰਦੀ ਹੈ ਕਿ ਇਹ ਹੀ ਨਾਟਕ ਸੀਗਾ ਜਿਹਨੇ ਤਰਕਸ਼ੀਲ ਸੁਸਾਇਟੀ ਦੀਆਂ ਜੜ੍ਹਾਂ। ਬਿਲਕੁਲ ਬਿਲਕੁਲ ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ। ਫਿਲਾਸਫੀ ਦੇ ਪੁਆਇੰਟ ਤੋਂ, ਪ੍ਰੈਜੈਂਟੇਸ਼ਨ ਦੇ ਪੁਆਇੰਟ ਤੋਂ, ਜਿੱਥੇ ਅਸੀਂ ਨਾਟਕ ਕਰਕੇ ਆਉਂਦੇ ਸੀਗੇ ਤੀਏ ਦਿਨ ਉੱਥੇ ਯੂਨਿਟ ਬਣ ਜਾਂਦਾ ਸੀ ਤਰਕਸ਼ੀਲ ਸੁਸਾਇਟੀ, ਯਾਨੀ ਜਿਹਦਾ ਇਕੱਲਾ ਥੀਏਟਰ ਦੇ ਪੁਆਇੰਟ ਆਫ ਵਿਊ ਤੋਂ ਵੀ ਤੇ ਇੱਕ ਉਹਦੇ ਆਰਗੇਨਾਈਜੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਵੀ ਇਸ ਨਾਟਕ ਦਾ ਰੋਲ ਬਹੁਤ ਵੱਡਾ ਹੈ। ਮੈਂ ਭਾਜੀ ਦਾ, ਤੁਹਾਡੇ ਸਾਰੇ ਲੋਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਉਹ ਨਾਟਕ ਖੇਡਣ ਲਈ ਮਤਲਬ ਸਮਝਿਆ ਯੋਗ। ਅਸੀਂ ਤਾਂ ਉਸ ਨਾਟਕ ਤੇ ਭਾਜੀ ਦੀ ਉਸ ਕੰਟਰੀਬਿਊਸ਼ਨ ਨੂੰ ਸੈਲੂਟ ਅੱਜ ਵੀ ਕਰਦੇ ਹਾਂ ਉਹਨਾਂ ਦੀ। ਬਿਲਕੁਲ ਮਾਸਟਰ ਜੀ, ਉਹਨਾਂ ਸਮਿਆਂ ਦੇ ਵਿੱਚ ਹੀ ਤੁਸੀਂ ਨਾਲ ਨਾਲ ਜਦੋਂ ਇਹ ਪੰਜਾਬ ਵਿੱਚ ਅੱਤਵਾਦ ਦਾ ਦੌਰ ਚੱਲ ਰਿਹਾ ਸੀ, ਵਰਦੀਆਂ ਗੋਲੀਆਂ 'ਚ ਗੁਰਸ਼ਰਨ ਭਾਜੀ ਇੱਧਰੋਂ ਨਾਟਕ ਕਰ ਰਹੇ ਸੀ, ਪਲਸ ਮੰਚ ਦੀਆਂ ਟੀਮਾਂ, ਪਲਸ ਮੰਚ ਦੇ ਮੇਲੇ ਲੱਗ ਰਹੇ ਸੀ, ਤੁਹਾਡੇ ਲਾਗੇ ਛੰਦਣਾ ਪਿੰਡ ਦੇ ਵਿੱਚ ਬਹੁਤ ਵੱਡਾ ਮੇਲਾ ਹੋਇਆ ਸੀ ਹੈ ਨਾ ਜੀ, ਜਿਹਦੇ ਵਿੱਚ ਬਹੁਤ ਸਾਰੀਆਂ ਨਾਮੀ ਟੀਮਾਂ ਪੰਜਾਬ ਦੀਆਂ ਆਈਆਂ ਸੀਗੀਆਂ। ਮੈਂ ਇਹਨਾਂ ਪਿੰਡਾਂ ਦੇ ਔਰ ਇਹਨਾਂ ਮੇਲਿਆਂ ਦਾ ਜਾਣਕਾਰੀ ਤਾਂ ਕਿ ਇਹਦੇ ਵਿੱਚ, ਔਰ ਜਿਹੜੀਆਂ ਤੁਸੀਂ ਗੱਲਾਂ ਸ਼ੁਰੂ 'ਚ ਕੀਤੀਆਂ ਨੇ ਨਾ ਕਿ ਤੁਹਾਡੇ ਪਿੰਡਾਂ ਦੇ ਲਾਗੇ ਉਹ ਕੁਝ ਹੁੰਦੇ ਸੀ ਜਿਹੜੇ ਰਾਜਧਾਰੀਏ ਜਿਨ੍ਹਾਂ ਦੀ ਗੱਲ ਤੁਸੀਂ ਕੀਤੀ ਸੀ, ਕੋਈ ਜਿਨ੍ਹਾਂ ਦੇ ਨਾਮ ਲਏ, ਉਹ ਬੜੀ ਇੰਪੋਰਟੈਂਟ ਗੱਲ ਹੈ ਕਿ ਇਹ ਜਿਹੜੇ ਵੀ ਇਹ ਸਾਡਾ ਜਿਹੜਾ ਪਿਛੋਕੜ ਹੈ ਸਾਡੇ ਨਾਟਕ ਦਾ ਕਿੱਥੇ ਜਾ ਕੇ ਜੁੜਦਾ ਹੈ, ਅਸੀਂ ਕਿੱਥੋਂ ਪ੍ਰਭਾਵਿਤ ਹੁੰਦੇ ਆ, ਹੈ ਨਾ, ਤੇ ਇਹ ਸਾਡਾ ਅੱਗੇ ਫਿਰ ਸਫ਼ਰ ਕਿੱਥੋਂ ਤੱਕ ਪਹੁੰਚਦਾ ਹੈ, ਇਹ ਬੜੀ ਇੰਪੋਰਟੈਂਸ ਵਾਲੀ ਗੱਲ ਹੈ। ਤੇ ਮੈਨੂੰ ਲੱਗਦਾ ਕਿ ਇਹ ਜਿਹੜੀ ਅਗਲੀ ਗੱਲ ਤੁਹਾਡੇ ਅਗਲੇ ਪੜਾਅ ਸੀ ਕਿ ਅਸੀਂ ਵੀ ਕੋਈ ਵੱਡਾ ਨਾਟਕ ਤਿਆਰ ਕਰੀਏ, ਤੇ ਸ਼ਾਇਦ ਮੈਨੂੰ ਉਸ ਗੱਲ ਦਾ ਬਹੁਤਾ ਯਾਦ ਨਹੀਂ ਕਿ ਅਸੀਂ ਜਦੋਂ ਭਦੌੜ ਵਿਖੇ ਇੱਕ ਵਰਕਸ਼ਾਪ ਲੱਗੀ ਸੀ, ਤੁਹਾਡੀ ਸਾਰੀ ਟੀਮ ਨੇ ਉਹ ਨਾਟਕ, ਤੁਹਾਡੀ ਸਾਰੀ ਟੀਮ, ਮਾਸਟਰ ਆਪਣਾ ਦਲਜੀਤ ਸ਼ਾਹੀ ਵੀ, ਮਾਸਟਰ ਨਿਸ਼ਤ ਵੀ,
ਤੁਸੀਂ ਵੀ, ਤੁਹਾਡੇ ਨਾਲ ਇੱਕ ਪ੍ਰੀਤਮ ਮੋਟਾ ਜਿਹਾ ਕਲਾਕਾਰ ਵੀ ਹੁੰਦਾ ਸੀਗਾ, ਮੈਨੂੰ ਯਾਦ ਨਹੀਂ ਉਹਦਾ ਨਾਮ। ਸਵਰਨ ਪ੍ਰੀਤਮ, ਹਾਂਜੀ ਹਾਂ, ਪਵਨ ਨਹੀਂ ਸੀਗਾ, ਪਵਨ ਦੀ ਗੱਲ ਬਾਅਦ ਚ ਕਰਾਂਗੇ। ਹਾਂ, ਉਹ ਕੋਈ ਹੋਰ ਵੀ ਪਵਨ ਮੋਟੇ ਹੁੰਦੇ ਆ ਤੇਰੇ ਤੋਂ ਇਲਾਵਾ। ਤੇ ਤੇ ਉਹ ਵੀ ਸੀ। ਸੋ ਉਹਨਾਂ ਨੇ ਉਹ ਨਾਟਕ ਤਿਆਰ ਕੀਤਾ, ਫਿਰ ਉਹਦਾ ਆ ਕੇ ਮੇਲਾ ਵੀ ਹੋਇਆ। ਉਹ ਮੈਂ ਚਾਹਾਂਗਾ ਉਹਦੇ ਬਾਰੇ ਥੋੜੀ ਜਿਹੀ ਗੱਲ ਜ਼ਰਾ ਸਾਂਝੀ ਕਰੋ, ਕਿਉਂਕਿ ਬੜੀ ਇੰਪੋਰਟੈਂਟ ਗੱਲ ਹੈ ਕਿ ਉਹਨਾਂ ਦਿਨਾਂ 'ਚ ਤਮਸ ਸੀਰੀਅਲ ਵੀ ਆਉਂਦਾ ਹੁੰਦਾ ਸੀਗਾ, ਲੋਕੀ ਜਦੋਂ ਰਾਤ ਨੂੰ ਵੇਖਦੇ ਸੀਗੇ, ਕਿ ਭੀਸ਼ਮ ਸਾਹਨੀ ਵਾਲਾ ਸੀਰੀਅਲ ਵੀ ਸੀ, ਤੇ ਗੁਰਸ਼ਰਨ ਭਾਜੀ ਦਾ ਭਾਈ ਮੰਨਾ ਸਿੰਘ ਵੀ ਚੱਲ ਰਿਹਾ ਸੀਗਾ, ਤੇ ਅਸੀਂ ਉਧਰੋਂ ਵਰਕਸ਼ਾਪ ਵੀ ਲਾਈ ਹੋਈ ਸੀ, ਉਹਦਾ ਮੇਲਾ ਵੀ ਸੀ। ਉਹ ਜ਼ਰਾ ਕੁਝ ਪਲ ਸਾਂਝੇ ਕਰੋ। ਇੱਕ ਤਾਂ ਮੈਂ ਕੇਵਲ ਜੀ ਇਹ ਗੱਲ ਕਰਨੀ ਚਾਹੁੰਦਾ ਕਿ ਛੰਦੜਾ ਪਿੰਡ ਦੇ ਵਿੱਚ ਪਲਸ ਮੰਚ ਦਾ ਸਥਾਪਨਾ ਦਿਵਸ ਮਨਾਉਂਦੇ ਸੀ। ਬਿਲਕੁਲ। ਤੇ ਉਹਦਾ ਜਿਹੜਾ ਕੀ ਪਰਸਨ ਕਹਿ ਸਕਦੇ ਆ ਜਾਂ ਸੂਤਰਧਾਰ ਸੀਗਾ ਭੁਪਿੰਦਰ ਮਾਂਗਟ, ਉਹਨਾਂ ਦਾ ਜ਼ਿਕਰ ਹੋਣਾ। ਹਾਂ ਹਾਂ ਬਿਲਕੁਲ। ਤੇ ਭੁਪਿੰਦਰ ਨੇ ਸਾਰੇ ਕੰਮਕਾਰ ਆਪਣੇ ਤੇ ਲੈ ਕੇ ਉਹਨੂੰ ਮੇਲੇ ਨੂੰ ਕਰਨਾ ਸਫਲ। ਆਪਾਂ ਉਹਦੇ ਚ ਇੱਕ ਵਾਰ ਚਲੋ ਕੰਪੀਟੀਸ਼ਨ ਰੱਖੇ ਸੀਗੇ, ਉਹਨਾਂ ਚ ਵੀ ਹਿੱਸਾ ਲਿਆ। ਪਰ ਉਸ ਮੇਲੇ ਦੇ ਨਾਲ ਮੇਰੇ ਨਾਲ ਇੱਕ ਜ਼ਰੂਰ ਗੱਲ ਜੁੜੀ ਹੋਈ ਹੈ ਕਿ ਤੁਹਾਡਾ ਸ਼ਾਇਦ ਨਾਟਕ ਚੱਲ ਰਿਹਾ ਸੀ ਕੋਈ, ਤੇ ਪਿੱਛੇ ਮੈਨੂੰ ਬੁਰੀ ਤਰ੍ਹਾਂ ਕਰੰਟ ਲੱਗ ਗਿਆ ਸੀ। ਮੈਂ ਦਾੜੀ ਲਾਈ ਹੋਈ ਸੀਗੀ, ਮੈਂ ਕਰਨਾ ਸੀ ਦੂਜਾ ਕਿਹੜਾ ਔਲਖ ਸਾਹਿਬ ਦਾ ਨਾਟਕ ਸੀਗਾ ਅੰਨੇ ਨਿਸ਼ਾਨ ਸੀ। ਮੇਰੇ ਤੋਂ ਐ ਤਾਰਾਂ ਨਾ ਦੋਏ ਹੱਥਾਂ ਦੇ ਵਿੱਚ ਐ ਫੜੀਆਂ ਤੇ ਉਹਨਾਂ ਨੇ, ਤੇ ਸਾਰੇ ਰੌਲਾ ਪੈ ਗਿਆ ਕਿ ਬੰਦਾ ਜੀ ਕਰੰਟ ਲੱਗ ਕੇ ਮਰ ਗਿਆ, ਦੁਨੀਆ ਭੱਜ ਗਈ। ਫਿਰ ਅੱਛਾ, ਜਦੋਂ ਮੈਂ ਉੱਚੀ ਥੋੜਾ ਜਿਹਾ ਰੌਲਾ ਜਿਹਾ ਪਾਇਆ ਸੀ ਜਦ ਬੇਹੋਸ਼ ਹੋਣ ਤੋਂ ਪਹਿਲਾਂ, ਗੁਰਸ਼ਰਨ ਭਾਜੀ ਨੂੰ ਇਹ ਬੜੀ ਮੈਨੂੰ ਸੈਂਸ ਲੱਗਦੀ ਹੈ ਕਿ ਯਾਰ ਕੀ ਬੰਦੇ ਨੇ ਸੋਚਿਆ ਹੋਊਗਾ। ਉਹਨੂੰ ਲੱਗਿਆ ਕਿ ਮੇਰੇ ਨਾਟਕ ਦੇ ਵਿੱਚ ਇੱਥੇ ਚੀਖ ਨਹੀਂ ਹੈ, ਜਿਹੜੀ ਚੀਖ ਆਈ ਹੈ ਕਿਤੇ ਹੋਰ ਹੈ। ਉਹ ਪਿੱਛੇ ਆਏ ਤੇ ਉਹਨਾਂ ਨੇ ਗਰਦਨ ਫੜ ਲਈ ਉਹ ਬਿਜਲੀ ਵਾਲੇ ਦੀ ਕਿ ਕੱਟ ਇਹਨੂੰ ਹੁਣੇ ਕੱਟ ਕੱਟ। ਉਹਨਾਂ ਜੀ ਉਹਦੇ ਨਾਲ ਪਲਾਸ ਨਾਲ ਲਾਈਨ ਕਟਾਤੀ। ਚਲੋ ਮੈਨੂੰ ਜਿੰਨਾ ਕੁ ਰੱਖਿਆ ਫਿਰ ਵੀ ਕਾਫੀ। ਮੈਨੂੰ ਅਮੋਲਕ ਹੋਰਾਂ ਨੇ ਇੱਕ ਜੈਮਲ ਪੜੀ ਸੀਗਾ, ਉਹਨਾਂ ਨੇ ਗਲ ਚ ਉਹ ਪਾ ਕੇ ਖਿੱਚ ਲਿਆ, ਜਣੀ ਇੱਕ ਤਰ੍ਹਾਂ ਨਾਲ ਆਏ ਸੀਗਾ ਕਿ ਬੰਦਾ। ਫਿਰ ਰੌਲਾ ਪਾਇਆ, ਅਮੋਲਕ ਨੇ ਜਾ ਕੇ ਡਿਕਲੇਅਰ ਕੀਤਾ ਕਿ ਜਿਹੜਾ ਬੰਦੇ ਨੂੰ ਕਰੰਟ ਲੱਗਿਆ ਸੀਗਾ ਉਹ ਮਰਿਆ ਨਹੀਂ ਹੈ, ਅਜੇ ਜਿਉਂਦਾ, ਮੈਂ ਤੁਹਾਡੇ ਸਾਹਮਣੇ ਪੇਸ਼ ਕਰੂੰਗਾ। ਅੱਛਾ, ਸਾਰੇ ਮਾਸਟਰ ਜੀ ਕਈ ਅਜੇ ਵੀ ਏਦਾਂ ਹੀ ਸਮਝਦੇ ਵੀ ਉਹ ਬੰਦਾ ਮਰ ਗਿਆ, ਇਸੇ ਲਈ ਮੈਂ ਅੱਜ ਤੁਹਾਨੂੰ ਲਿਆਂਦਾ ਵਾ ਵੀ ਮੈਂ ਪੇਸ਼ ਕਰਾਂ ਵੀ ਹੈਗਾ ਬੰਦਾ। ਨਹੀਂ, ਬੰਦਾ ਮਰਿਆ ਹੋਇਆ ਜਿਉਂਦਾ ਵੀ ਉਹ ਬੰਦੇ ਨੇ ਬੜੇ ਕੰਮ ਕੀਤੇ ਬਾਅਦ ਚ ਜੀ ਕੇ ਜਿਉਂ ਕੇ। ਤੇ ਉਹ ਕੀ ਹੋਇਆ ਕੇਵਲ ਜੀ ਕਿ ਲੋਕਾਂ ਨੂੰ ਮੋੜਿਆ ਵਲੰਟੀਅਰਾਂ ਦੀ ਡਿਊਟੀ ਲਾਤੀ। ਮੈਨੂੰ ਕਹਿੰਦੇ ਵੀ ਦਲਜੀਤ ਹੋਰਾਂ ਨੇ ਆ ਕੇ ਕਾਸਟਿਊਮ ਲਾਉਣੇ ਸ਼ੁਰੂ ਕਰਤੇ। ਮੈਂ ਨਹੀਂ, ਆਪਾਂ ਨਾਟਕ ਕਰਾਂਗੇ ਯਾਰ। ਕਿਸੇ ਨੂੰ ਲੱਗਦਾ ਹੀ ਨਹੀਂ ਸੀਗਾ। ਮੈਂ ਉਹ ਰੋਲ ਕੀਤਾ, ਪਰ ਉਹ ਜਿਹੜਾ ਬਾਬਾ ਗੁਰਮੁਖ ਸਿੰਘ ਦਾ ਰੋਲ ਸੀਗਾ, ਪਰ ਜਦੋਂ ਮੈਂ ਡਿੱਗਿਆ ਉਹਦੇ ਚ ਗੋਲੀ ਵੱਜਦੀ ਆ ਨਾ, ਉਦੋਂ ਬਾਅਦ ਨਹੀਂ ਉੱਠਿਆ। ਉਹ ਮਤਲਬ ਉਹਨਾਂ ਟਾਈਮਾਂ ਦਾ ਇੱਕ ਆਪਣਾ ਜਨੂਨ ਸੀਗਾ। ਬਿਲਕੁਲ ਬਿਲਕੁਲ। ਆਪਾਂ ਲੋਕਾਂ ਨੇ ਚਲੋ ਸਾਂਝਾ ਬਹੁਤ ਕੁਛ ਹੈ, ਪਰ ਉਹ ਟਾਈਮ ਬਹੁਤ ਮਹੱਤਵਪੂਰਨ ਹੈ ਜਿਹਦੇ ਚ ਉਹ ਅਸੀਂ ਲੋਕ ਕਰਦੇ ਰਹੇ ਜੋ ਵੀ ਮਾਹੌਲ ਸੀ। ਤੇ ਅਸੀਂ ਜਣੀ ਮਤਲਬ ਉਹ ਟਾਈਮ ਜਿਹੜਾ ਹੈ, ਜਿਹੜਾ ਇੱਕ ਜਦੋਂ ਐਂ ਲੱਗਦਾ ਸੀਗਾ ਕਿ ਨਾਟਕ ਹੋ ਨਹੀਂ ਸਕਦਾ ਪੰਜਾਬ ਦੇ ਵਿੱਚ, ਹੋਰ ਵੀ ਟੀਮਾਂ ਹੋਣਗੀਆਂ, ਪਰ ਮੈਨੂੰ ਲੱਗਦਾ ਕਿ ਗੁਰਸ਼ਰਨ ਭਾਜੀ ਤੇ ਆਰਟ ਸੈਂਟਰ ਸਮਰਾਲਾ ਦੀ ਟੀਮ ਇੱਕ ਰੈਗੂਲਰ ਫੰਕਸ਼ਨ ਕਰਨ ਵਾਲੀ ਬਿਲਕੁਲ, ਜਿਹੜੀ ਹਫਤੇ ਦੇ ਵਿੱਚ 3-4 ਸ਼ੋਅ ਕਰਦੀ ਸੀ। ਤੇ ਚਲੋ ਜੀ ਮਾਸਟਰ ਜੀ, ਇਹਦੇ ਨਾਲ ਹੀ ਤੁਸੀਂ ਫਿਰ ਮੁੜ ਕੇ, ਮੈਨੂੰ ਯਾਦ ਹੈ ਉਹਨਾਂ ਸਾਲਾਂ ਵਿੱਚ ਹੌਲੀ ਹੌਲੀ ਟੀਵੀ ਵਾਲੇ ਪਾਸੇ ਵੀ ਤੁਸੀਂ ਕੁਝ ਨਾਟਕ ਤੇ ਕੁਝ ਬੱਚਿਆਂ ਦੇ ਪ੍ਰੋਗਰਾਮ, ਤਾਰਿਆਂ ਵਾਲਾ ਇੱਕ ਕੋਈ ਪ੍ਰੋਗਰਾਮ ਸੀਗਾ, ਝਿਲਮਿਲ ਤਾਰੇ ਸੀ, ਝਿਲਮਿਲ ਤਾਰੇ, ਹਨਾ। ਤੇ ਉਹਦੇ ਵਿੱਚ ਵੀ ਤੁਸੀਂ ਬੱਚਿਆਂ ਵਾਸਤੇ ਕੁਝ ਨਾਟਕੀ ਜਿਹੜੇ ਅੰਦਾਜ਼ ਵਿੱਚ ਕੁਝ ਪੇਸ਼ਕਾਰੀਆਂ ਕੀਤੀਆਂ, ਕੁਝ ਗੀਤਾਂ ਉੱਤੇ ਕੋਰੀਓਗ੍ਰਾਫੀਆਂ ਕੀਤੀਆਂ। ਸੋ ਇਹ ਜਿਹੜਾ ਫਿਰ ਤੁਹਾਡਾ ਉਹ ਉਧਰਲੇ ਪਾਸੇ ਈਵਨ ਮੰਗੋ, ਜਿਹੜੀ ਸੰਤੋਖ ਸਿੰਘ ਧੀਰ ਹੋਰਾਂ ਦੀ ਕਹਾਣੀ ਤੇ ਆਧਾਰਿਤ ਸੀ ਟੈਲੀਫਿਲਮ, ਉਹ ਬੜੀ ਖੂਬਸੂਰਤ ਅਜੇ ਤੱਕ ਲੋਕਾਂ ਦੇ ਚੇਤਿਆਂ 'ਚ ਹੈ। ਇਧਰਲੇ ਪਾਸੇ ਤੁਰਨ ਦਾ ਫਿਰ ਤੁਹਾਨੂੰ ਕਿੱਦਾਂ ਲੱਗਾ ਵੀ ਮੈਂ ਦੇਵਪੁਰ ਸ਼ਹਾਰਗੇ ਕਰਦਾ ਇਹਨੂੰ ਵੀ ਚਲੇ ਜਾਵਾਂ?
ਨਹੀਂ ਏਦਾਂ ਸੀਗਾ ਜੀ, ਮੈਂ ਨਾ ਜਦੋਂ ਮੈਂ ਗੜੀ ਤਰਖਾਣਾ ਪੜਾਉਣ ਲੱਗਿਆ ਕੇਵਲ ਜੀ, ਹਾਂ ਉਦੋਂ ਮੈਂ ਬਾਲ ਰੰਗ ਮੰਚ ਦੇ ਉੱਤੇ ਵਰਕ ਕਰਨਾ ਸ਼ੁਰੂ ਕਰਤਾ ਸੀ। ਹਾਂ ਉਹ ਬਾਲ ਰੰਗ ਮੰਚ ਦਾ ਵਰਕ ਐਵੇਂ ਵੀ ਮੈਂ ਕਹਿ ਸਕਦਾ ਕਿ ਇੱਕ ਬੱਚਾ ਜਿਹੜਾ ਵੱਡਿਆਂ ਦੇ ਕੰਪੀਟੀਸ਼ਨ ਦੇ ਵਿੱਚ 3 ਦਿਨ ਦਾ ਕੰਪੀਟੀਸ਼ਨ ਹੋਵੇ ਤੇ ਉਹ ਚੋਂ ਬੈਸਟ ਐਕਟਰ ਆਵੇ, ਬੱਚਿਆਂ ਬਾਲ ਕਲਾਕਾਰ ਆਵੇ, ਬਹੁਤ ਸਾਰੇ ਬਾਲ ਕਲਾਕਾਰ ਸੀਗੇ। ਉਹ ਪ੍ਰਾਇਮਰੀ ਸਕੂਲ ਦਾ ਬੱਚਾ ਹੋਵੇ, ਸਰਕਾਰੀ ਪ੍ਰਾਇਮਰੀ ਸਕੂਲ ਦਾ ਬੱਚਾ ਹੋਵੇ, ਅਸੀਂ ਨਾ ਉਹ ਕੰਮ ਕਰ ਰਹੇ ਸੀ ਲਗਾਤਾਰ। ਤੇ ਉਹਨਾਂ ਦਾ ਟੋਆ ਨਾਟਕ ਸੀਗਾ, ਚਾਹੇ ਗੁਰਸ਼ਨ ਭਾਜੀ ਦਾ ਜਾਂ ਜਤਿੰਦਰ ਬਰਾੜ ਸਾਹਿਬ ਦਾ, ਅਸੀਂ ਧੰਨਵਾਦੀ ਹਾਂ। ਉਹ ਨਾਟਕ ਵੱਡਿਆਂ ਦੇ ਮੁਕਾਬਲੇ ਦੇ ਵਿੱਚ 3rd ਆਇਆ ਤੇ ਮੈਨੂੰ ਲੱਗਿਆ ਕਿ ਯਾਰ ਇਹ ਕੰਮ ਵੀ ਬੱਚਿਆਂ ਦਾ ਰੰਗਮੰਚ ਵੀ ਰੰਗਮੰਚ ਇੱਕ ਤਾਂ ਮੇਰੀ ਇਹ ਸੀ। ਇੱਕ ਇਹ ਸੀਗਾ ਕਿ ਜਿਹੜਾ ਜਦੋਂ ਮੈਂ ਜਟਾਣੇ ਉੱਚੇ ਆਉਣਾ, ਅੱਛਾ ਮੈਂ ਸੱਚੋਂ ਜਿਹੜੀ ਕੋਰੀਓਗ੍ਰਾਫੀ ਦੀ ਗੱਲ ਤੁਸੀਂ ਕੀਤੀ ਸੀ ਨਾ, ਇਹ ਅਚਾਨਕ ਨਹੀਂ ਬਣਦੀ ਧਰਤੀ ਪੰਜਾਬ ਦੀ। ਇਹਦੇ ਪਿੱਛੇ ਕੋਈ 5-6 ਸਾਲ ਦਾ ਲਗਾਤਾਰ ਇੱਕ ਸੀਗਾ ਤਜਰਬਾ ਕਿ ਮੈਨੂੰ ਇੱਕ ਫਾਰਮ ਲੱਗਦੀ ਸੀ ਕਿ ਇਹ ਆ ਸਕਦੀ ਹੈ। ਉਦੋਂ ਕਮਲਜੀਤ ਨੀਲੋਂ ਹੋਰੀ ਹੁੰਦੇ ਸੀਗੇ, ਅਸੀਂ ਮਤਲਬ ਇੱਕ ਗੀਤ ਕਮਲਜੀਤ ਨੇ ਲਿਖਿਆ ਕਿ ਬਾਂਦਰ ਬਾਂਦਰੀ ਨੱਚਦੇ ਨੇ, ਨਚਾਉਂਦਾ ਹੈ ਮਦਾਰੀ, ਮੇਰੇ ਖਾਤਰ ਮਦਾਰੀ ਇੱਕ ਸਿਆਸਤਦਾਨ ਆ, ਬਾਂਦਰ ਬਾਂਦਰੀ ਜਿਹੜੇ ਨੱਚੀ ਜਾਂਦੇ ਨੇ ਉਹਨਾਂ ਦੇ। ਉਹ ਕਮਲਜੀਤ ਵੀ ਐਵੇਂ ਸੋਚਦਾ ਸੀਗਾ। ਹੁਣ ਕਮਲਜੀਤ ਗਾ ਰਿਹਾ ਡਫਲੀ ਦੇ ਨਾਲ ਤੇ ਮੈਂ ਬੱਚਿਆਂ ਤੋਂ ਉਹਦੇ ਤੇ ਅਨੈਕਟਮੈਂਟ ਕਰਾ ਰਿਹਾ। ਮੈਨੂੰ ਲੱਗਦਾ ਸੀ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ। ਫਿਰ ਆ ਗਿਆ ਖੇਡਾ ਖਿਡਾਵੇ ਦਾ ਦੀ ਦੂੰਦਾ ਦੂੰ, ਫਿਰ ਆ ਗਿਆ ਕਿ ਆਪਣਾ ਕਿੱਥੇ ਗਈਆਂ ਮਾਂ ਸਾਡੇ ਹਿੱਸੇ ਦੀਆਂ ਲੋਰੀਆਂ, ਮੈਂ ਲੱਗਿਆ ਰਿਹਾ। ਫਿਰ ਜਦੋਂ ਮੇਰੀ ਬਦਲੀ ਹੋ ਜਾਂਦੀ ਹੈ ਜਟਾਣਾ ਉੱਚਾ, ਤੇ ਉਦੋਂ ਮੈਂ ਇਹਨੂੰ ਵਿਧੀਵਤ ਤਰੀਕੇ ਨਾਲ ਤੇ ਵਰਕ ਕਰਨਾ ਸ਼ੁਰੂ ਕਰ। ਸੋ ਬੱਚਿਆਂ ਦੇ ਰੰਗਮੰਚ ਨੂੰ ਝਿਲਮਿਲ ਤਾਰੇ 'ਚ ਜਾਣਾ ਵੀ ਜਿਹੜਾ ਤੁਹਾਨੂੰ ਲੱਗਦਾ ਨਾ, ਉਹ ਰੰਗਮੰਚ ਦੀ ਹੀ ਇੱਕ ਪਰਫਾਰਮੈਂਸ ਮੈਂ ਗਿਣਦਾ ਉਹਨੂੰ। ਠੀਕ ਹੈ, ਬਿਲਕੁਲ। ਉਹ ਤੇ ਦੂਜੀ ਗੱਲ ਹੈ ਕਿ ਜਦੋਂ ਜਟਾਣਾ ਉੱਚਾ ਹੋ ਜਾਂਦਾ ਉਦੋਂ ਫਿਰ ਮੈਂ ਕੰਮ ਕਰਦਿਆਂ ਮੈਂ 12-13 ਕੋਰੀਓਗ੍ਰਾਫੀਆਂ ਕੀਤੀਆਂ ਨੇ ਅਸਲ ਦੇ ਵਿੱਚ। ਉਹ ਕੋਰੀਓਗ੍ਰਾਫੀ ਦਾ ਆਪਾਂ ਕਹਿ ਲੈਂਦੇ ਹਾਂ, ਕੋਰੀਓਗ੍ਰਾਫੀ ਨਹੀਂ ਆ ਉਹ ਸੱਚ, ਉਹ ਨਿੱਕਾ ਜਿਹਾ ਗੀਤ ਆਧਾਰਿਤ ਨਾਟਕ ਹੈ, ਰਾਈਟ? ਤੁਸੀਂ ਮੇਰੇ ਖਿਆਲ ਬਿਲਕੁਲ ਮੈਂ ਸਮਝ ਗਿਆ, ਬਿਲਕੁਲ। ਤੇ ਉਹ ਜਿਹੜਾ ਇੱਕ ਉਹ ਸੀਗਾ ਕਿ ਯਾਰ ਗੀਤ ਦੇ ਟਾਈਮ ਦੇ ਵਿੱਚ ਕੀ ਮੈਂ ਉਹਨੂੰ ਇੱਕ ਥੀਏਟਰੀਕਲ ਇੱਕ ਇਵੈਂਟ ਬਣਾ ਸਕਦਾ ਕਿ ਨਹੀਂ ਬਣਾ ਸਕਦਾ। ਕੋਸ਼ਿਸ਼ ਕੀਤੀ ਤੇ ਮੇਰਾ ਖਿਆਲ ਹੈ ਕਿ ਮੈਨੂੰ ਲੱਗਦਾ ਕਿ ਉਹ ਚੀਜ਼ ਇੱਕ ਨਹੀਂ ਦੋ ਨਹੀਂ, ਫਿਰ ਉਹਨੂੰ ਅਸਲ ਪਤਾ ਕੀ ਹੈ, ਆਪਣੇ ਮਨ ਦੇ ਬਣੀ ਕੇ ਉਹਨੂੰ ਇੱਕ ਵਿਧਾ ਦੇ ਤੌਰ ਤੇ ਐਸਟੈਬਲਿਸ਼ ਕਰਨ ਲਈ ਮੈਂ ਕੋਈ 12 ਦੇ ਕਰੀਬ ਕੋਰੀਓਗ੍ਰਾਫੀਆਂ ਕਹਿ ਲੈਂਦੇ ਆ, ਉਹ ਡਿਜ਼ਾਈਨ ਕੀਤੀਆਂ। ਲੀਡਰ ਬਣ ਜਾ ਯਾਰ, ਜਗ ਦੀ ਜਨਨੀ, ਸ਼ਰਧਾਂਜਲੀ, ਕਾਫੀ ਸਾਰੀਆਂ ਨੇ ਪਸੰਦ ਕੀਤੀਆਂ ਲੋਕਾਂ ਨੇ ਬਹੁਤ। ਮੈਨੂੰ ਲੱਗਦਾ ਸੀਗਾ ਕਿ ਹੌਲੀ ਹੌਲੀ ਫਿਰ ਪ੍ਰਚਲਨ ਹੋ ਜਾਂਦਾ, ਠੀਕ ਹੈ ਨਾ। ਸੋ ਇਹ ਜਟਾਣੇ ਉੱਚੇ, ਉਹ ਮੰਗੋ ਵਾਲਾ ਤੁਸੀਂ ਚੈਪਟਰ ਦੀ ਜਿਹਦੀ ਗੱਲ ਕਰਦੇ ਹੋ, ਅਸਲ ਮੰਗੋ ਤੋਂ ਪਹਿਲਾਂ ਨਾ ਮੈਂ ਕੇਵਲ ਜੀ ਜਦੋਂ ਮੈਂ ਕੀਤੀ ਨਾ ਛਵੀਆਂ ਦੀ ਰੁੱਤ ਦੀ ਅਡੈਪਟੇਸ਼ਨ ਕੀਤੀ, ਰਾਈਟ, ਉਦੋਂ ਮੈਨੂੰ ਸੁਰਿੰਦਰ ਸ਼ਰਮਾ ਹੋਰੀ ਕਹਿੰਦੇ ਵੀ ਤੇਰੇ ਤੋਂ ਕੰਮ ਕਰਾਉਣਾ ਇੱਕ ਮਾਸਟਰ ਜੀ, ਤੁਸੀਂ ਮਤਲਬ ਐਂ ਕਰਕੇ। ਤੇ ਮੈਨੂੰ ਲੱਗਦਾ ਸੀਗਾ ਵੀ ਮੈਂ ਦੂਰਦਰਸ਼ਨ ਤੇ ਜਾਏ ਤੇ ਕੀ ਕੰਮ ਕਰੂੰਗਾ ਤੁਹਾਡਾ, ਹੈ ਨਾ ਜੀ। ਮੈਨੂੰ ਨਹੀਂ ਉਹਨਾਂ ਵੱਲ ਸੀਗਾ। ਮੈਂ ਉਦੋਂ ਸ਼ਾਮਲਾਟ ਇੱਕ ਸੀਰੀਅਲ ਸੀਗਾ ਜਿਹਦੇ 'ਚ ਬਹੁਤ ਸਾਰੇ ਵੱਡੇ ਸਾਡੇ ਲੋਕ ਨੇ, ਨਾਮ ਉਹਨਾਂ ਦੇ ਉਹ ਸਾਰੇ ਜੁੜੇ, ਤੇ ਉਹ ਨਾਟਕ ਬਹੁਤ ਵਧੀਆ ਰਿਹਾ। ਉਹ ਮੈਂ ਕੀਤਾ, ਮਨਜੀਤ ਨੇ ਰੋਲ ਕੀਤਾ ਸੀ ਇੱਕ, ਤਾਂ ਮੈਂ ਵੀ ਕੀਤਾ, ਹੋਰ ਲੋਕਾਂ ਨੇ ਕੀਤਾ। ਪਰਮਜੀਤ ਕੌਰ ਨੇ, ਡਾਕਟਰ ਸਤੀਸ਼ ਵਰਮਾ ਜੀ ਹੋਰਾਂ ਦੀ ਸ਼੍ਰੀਮਤੀ, ਪਰ ਪੰਮੀ ਭਾਬੀ ਜੀ ਕਹਿੰਦੇ ਅਸੀਂ, ਉਹਨਾਂ ਨੇ, ਸਤੀਸ਼ ਹੋਰਾਂ ਨੇ, ਆਪ, ਮਨਜੀਤ, ਇਹ ਟੀਮ ਜੀ ਨੇ ਨਾ ਇੱਕ ਮਾਹੌਲ ਬਣਾ ਲਿਆ। ਹੈ ਸੀ ਸਾਰੀ ਥੀਏਟਰ ਵਾਲੇ ਬੰਦੇ ਸੀ, ਉਹਨਾਂ ਦੀ ਅਸੀਂ ਇੱਕ ਪ੍ਰੋਡਕਸ਼ਨ ਕਰਤੀ ਤੇ ਚਲੋ ਅਸੀਂ ਵਿਹਲੇ ਜਾਓਗੇ। ਕਹਾਂ ਫਿਰ ਮੰਗੋ ਵਾਲਾ ਚੈਪਟਰ ਸ਼ੁਰੂ ਹੋ ਜਾਂਦਾ। ਅਸੀਂ ਐਵੇਂ ਕਰ ਬੈਠੇ ਵੀ ਦੂਰਦਰਸ਼ਨ ਦੇ ਕਲਾਕਾਰਾਂ ਤੋਂ ਬਿਨਾਂ ਅਸੀਂ ਨਾਟਕ ਦੇ ਕਲਾਕਾਰਾਂ ਦੇ ਨਾਲ ਤੁਹਾਨੂੰ ਇੱਕ ਪ੍ਰੋਡਕਸ਼ਨ ਕਰਕੇ ਦਿਖਾਵਾਂਗੇ, ਜਿਵੇਂ ਹੁਣ ਤਾਂ ਨੋਰਮਲੀ ਬਚਪਨ ਵੀ ਸੀਗਾ ਉਹ। ਤੇ ਅਸੀਂ ਉਹ ਇੱਕ ਪ੍ਰੋਡਕਸ਼ਨ ਕੀਤੀ ਮੰਗੋ। ਸੱਚੀ ਤੁਸੀਂ ਐ ਨਾ ਕਹੋ ਕਿ ਮੈਂ ਨਹੀਂ, ਉਹ ਜੋ ਬਣ ਗਿਆ ਉਹ ਬਹੁਤ ਵਧੀਆ। ਹਾਂ ਬਿਲਕੁਲ, ਮੈਂ ਹੁਣ ਵੀ ਲਾਈਕ ਕਰਦਾ ਉਹਨੂੰ, ਦੇਖਦਾ, ਮੈਨੂੰ ਲੱਗਦਾ ਕਿ ਉਦੋਂ
90 ਦੀ ਗੱਲ ਹੈ ਨਾ ਮੇਰੇ ਖਿਆਲ, ਬਿਲਕੁਲ ਬਿਲकुल 90 ਦੇ ਵਿੱਚ ਇੱਕ ਇਸ ਤਰ੍ਹਾਂ ਦੀ ਚੀਜ਼ ਆ ਜਾਣੀ। ਅਸੀਂ ਇਹ ਸੋਚਦੇ ਸੀਗੇ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਮਿਹਨਤ ਨਾਲ ਹੋਣੀਆਂ ਚਾਹੀਦੀਆਂ ਨੇ, ਇਹ ਉਹ ਹੁੰਦਾ ਹੀ ਇੱਕ ਕਰੇਜ਼ ਹੁੰਦਾ। ਉਹ ਮੈਂ ਲਿਖਿਆ ਵੀ ਸੀਗਾ, ਰੋਲ ਵੀ ਕੀਤਾ, ਇੱਕ ਤਰ੍ਹਾਂ ਨਾਲ ਪ੍ਰੋਡਕਸ਼ਨ ਵੀ ਸੰਭਾਲੀ। ਉਹਦੀ ਬਹੁਤੀ ਕੰਮ ਜੇ ਮੇਰੇ ਤੇ ਹੋਣ ਕਰਕੇ ਉਹ ਨੈਚੁਰਲੀ ਆ ਕਿ ਧੀਰ ਸਾਹਿਬ ਦੀ ਕਹਾਣੀ ਨੂੰ ਜੀ ਜੀ ਇਸ ਕੀ ਵੀ ਸੀਗਾ। ਜੀ ਮਾਸਟਰ ਜੀ, ਮੈਂ ਉਸ ਤੋਂ ਅਗਲੀ ਗੱਲ ਹੁਣ ਪੁੱਛਣੀ ਚਾਹੁੰਦਾ ਕਿ ਤੁਸੀਂ ਜਦੋਂ ਬਾਅਦ ਵਿੱਚ ਵੀ ਮੈਨੂੰ ਯਾਦ ਹੈ ਕਿ 90 ਤੋਂ ਬਾਅਦ 91 ਵਿੱਚ ਮੈਂ ਵੀ ਜਦੋਂ NSD ਤੋਂ ਵਾਪਸ ਆਇਆ ਤੇ ਮੇਰੀ ਜਿਹੜੀ ਸਭ ਤੋਂ ਪਹਿਲੀ ਕੋਈ ਕਹਿ ਲਓ ਕਿ ਪ੍ਰੋਫੈਸ਼ਨਲ ਕਮਿਟਮੈਂਟ ਕੋਈ ਥੀਏਟਰ ਦੇ ਵਿੱਚ ਹੋਈ, ਕੋਈ ਥੀਏਟਰ ਵਰਕਸ਼ਾਪ ਲਾਈ ਅਕਤੂਬਰ 1 ਤੋਂ ਤੇ 1 ਮਹੀਨੇ ਦੀ, ਉਹ ਮੈਂ ਤੁਹਾਡੇ ਕੋਲ ਆ ਕੇ ਲਾਈ ਸੀ ਸਮਰਾਲੇ ਰਹਿ ਕੇ, ਹੈ ਨਾ। ਉਦੋਂ ਤੁਹਾਡੇ ਨਾਲ ਮੈਂ ਕੋਰਟ ਮਾਰਸ਼ਲ ਨਾਟਕ ਤਿਆਰ ਕਰਵਾਇਆ ਤੁਹਾਡੀ ਟੀਮ ਦੇ ਨਾਲ, ਉਹ ਵਾਲੀ। ਸੋ ਤੁਹਾਡਾ ਫਿਰ ਇੱਕ ਜਿਹੜੀ ਟੀਵੀ ਦੇ ਨਾਲ ਨਾਲ ਇਹ ਵੀ ਸਫ਼ਰ ਚੱਲ ਪਿਆ ਤੇ ਤੁਸੀਂ ਨਾਲ ਨਾਲ ਮੈਂ ਥੋੜੀ ਇੱਕ ਕਰੈਕਟ ਕਰਨੀ ਚਾਹੁੰਦਾ। ਟੀਵੀ ਵਾਲਾ ਤਾਂ ਕੈਜੂਅਲ ਜਿਹਾ ਹੁੰਦਾ ਸੀ। ਹਾਂ ਉਹੀ ਮੈਂ ਰੈਗੂਲਰ ਮੇਰਾ ਥੀਏਟਰ ਜੀ ਜੀ ਤੁਹਾਡਾ ਥੀਏਟਰ ਦਾ ਰੁਕਿਆ ਤਾਂ ਕਦੀ ਵੀ ਨਹੀਂ ਸੀ। ਔਰ ਤੁਸੀਂ ਉਦੋਂ ਹੀ ਇੱਕ ਹੋਰ ਪ੍ਰੋਡਕਸ਼ਨ ਜਿਹੜੀ ਕਿ ਸਾੜ ਸਤੀ ਤੁਹਾਡੀ ਉਹਨਾਂ ਸਮਿਆਂ ਵਿੱਚ ਆਉਂਦੀ ਹੈ ਬਾਅਦ ਵਿੱਚ, ਔਰ ਉਹ ਸਾੜ ਸਤੀ ਨੇ ਵੀ ਬੜੀ ਧੁੰਮ ਮਚਾਈ ਸੀ। ਔਰ ਸਾੜ ਸਤੀ ਨੂੰ ਕਈ ਲੋਕਾਂ ਨੇ ਕਾਪੀ ਕਰਕੇ ਕਿਸੇ ਹੋਰ ਨਾਮ ਹੇਠ ਵੀ ਖੇਡਿਆ, ਉਹ ਵੀ ਮੈਂ ਵੇਖਿਆ, ਤੁਸੀਂ ਵੀ ਵੇਖਿਆ ਸੀ। ਉਹ ਇਕੱਠਿਆਂ ਨਹੀਂ ਆਪਾਂ ਉਹ ਵੀ ਪ੍ਰੋਡਕਸ਼ਨ ਵੇਖੀ ਸੀ, ਪਰ ਉਹ ਵੀ ਬਹੁਤ ਕਹਿ ਲਓ ਕਿ ਤਰਕਸ਼ੀਲ ਲਹਿਰ ਦੀ ਇੱਕ ਬਿਹਤਰੀਨ ਜਿਹੜੀ ਨਾਟਕੀ ਪੇਸ਼ਕਾਰੀ ਜਿਹੜੀ ਬਿਹਤਰੀਨ ਸੀ, ਉਹ ਤੁਸੀਂ ਲਿਖਿਆ ਤੇ ਖੇਡਿਆ। ਉਹ ਫਿਰ ਕਿੱਦਾਂ ਸਬੱਬ ਬਣਿਆ, ਜ਼ਰਾ ਉਹਦੇ ਬਾਰੇ ਵੀ ਚਾਨਣਾ ਪਾਓ। ਉਹ ਕੀ ਹੋਇਆ ਨਾ ਕੇਵਲ ਜੀ, ਅਸੀਂ ਨਾ ਮੈਂ ਅਸ਼ੋਕ ਦਲਬੀਰ ਅਸੀਂ ਕਿਸੇ ਜਿਵੇਂ ਕੇਸ ਮਤਲਬ ਕੋਈ ਬੰਦਾ ਮੈਂਟਲੀ ਥੋੜਾ ਸਿੱਕ ਸੀਗਾ, ਉਹਨੂੰ ਮਿਲਣ ਗਏ ਹੈਨਾ। ਅਚਾਨਕ ਇੱਕ ਬੱਚੇ ਨੇ ਆ ਕੇ ਨਾ ਮੂਹਰੇ ਤੋਂ, ਉਹ ਮਾਸਕ ਸੀਗਾ ਇੱਕ, ਦੇਖਿਆ ਉਹਨੇ ਐ ਆ ਕੇ ਦਿਖਾਇਆ। ਮੈਂ ਅਸੀਂ ਇਕੱਲਾ ਡਰ ਗਏ ਇਹ ਕੀ ਹੈ। ਮੈਨੂੰ ਲੱਗਾ ਕਿ ਕੁਛ ਹੈ ਇਸ ਮਾਸਕ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਕਿ ਮੈਨੂੰ ਲੈ ਲੈਣਾ ਚਾਹੀਦਾ। ਉਹ ਕਿਤੇ ਕੋਰੀਆ ਤੋਂ ਆਇਆ ਸੀ ਮਾਸਕ। ਉਹ ਭਾਈ ਅਸੀਂ ਚਲੇ ਗਏ, ਉਹ ਜਾਣਦੇ ਮਾੜਾ ਮੋਟਾ ਸੀਗੇ, ਉਹਨਾਂ ਨੇ ਸਾਨੂੰ ਫ੍ਰੀ ਦੇ ਦਿੱਤਾ। ਮੈਂ ਹਾਲਾਂਕਿ ਉਹਨਾਂ ਨੂੰ ਕਹਤੀ ਜਿੰਨੇ ਮਰਜ਼ੀ। ਉਹ ਕੀ ਹੁੰਦਾ ਕਿ ਇੱਕ ਥੋੜੇ ਅੰਦਰ ਹੋ ਜਾਂਦਾ ਕਿ ਚੀਜ਼ ਕੁਛ ਬਣਨੀ ਹੈ ਇਹਦੇ ਤੋਂ। ਹੌਲੀ ਹੌਲੀ ਕਰਦਿਆਂ ਮਿਹਨਤ ਕੀਤੀ ਤੇ ਮੇਰੇ ਖਿਆਲ ਹੈ ਕਿ ਜਿਹਨੂੰ ਤੁਸੀਂ ਡੇਰੇ ਦੇ ਕਲਚਰ ਨੂੰ ਸਮਝਣ ਲਈ ਹੈਨਾ, ਸਾੜ ਸਤੀ ਨਾਟਕ ਨੂੰ ਇਸ ਕਰਕੇ ਨਹੀਂ ਵੀ ਮੈਂ ਲਿਖਿਆ, ਮੈਂ ਅਪਰੋਪਰੀਏਟ ਨਾਟਕ ਮੰਨਦਾ ਕਿ ਹਾਂ ਇਹਨਾਂ ਚੀਜ਼ਾਂ ਦਾ ਇੱਕ ਹੈ। ਜਿੰਨੀ ਮੇਰੀ ਡੇਰੇ ਬਾਰੇ ਸਟੱਡੀ ਸੀਗੀ, ਜਿੰਨਾ ਮੇਰਾ ਐਕਸਪੀਰੀਅੰਸ ਸੀਗਾ, ਉਹ ਸਾਰਾ ਮੈਂ ਚਲੋ ਰੱਖਣਾ ਤਾਂ ਦੇਖੋ ਆਪਾਂ ਨੇ ਕਿਰਦਾਰਾਂ ਦੇ ਅੰਦਰ ਹੀ ਹੁੰਦਾ ਨਾ, ਹੈਨਾ। ਪਰ ਉਹ ਹੋ ਗਿਆ ਵਧੀਆ। ਮਿਊਜ਼ਿਕ ਉਹਦਾ ਬਹੁਤ ਪਿਆਰਾ ਬਣ ਗਿਆ, ਹੈਨਾ। ਬਿਲਕੁਲ ਮਿਊਜ਼ਿਕ ਮੇਰਾ, ਕਿਉਂਕਿ ਮੈਂ ਆਪ ਹੀ ਮਿਊਜ਼ਿਕ ਨਾਲ ਮੈਂ ਜੁੜਿਆ ਹੋਇਆ ਬੰਦਾ ਤੇ ਉਹ ਬਸ ਜੋ ਬਣ ਗਿਆ ਇੱਕ ਕੰਪੈਕਟ ਜਿਹਾ, ਉਹ ਅੱਜ ਵੀ ਜਦੋਂ ਤੁਸੀਂ ਹੈਰਾਨ ਮੰਨੋਗੇ ਕੇਵਲ ਕਿ ਇੱਕ ਪਿੰਡ ਦੇ ਵਿੱਚ 3-3 4-4 ਵਾਰ ਤਾਂ ਹੋਇਆ ਆ। ਕਿਉਂਕਿ ਉਹੀ ਪਿੰਡ ਕਰਾਉਂਦੇ ਸੀ ਨਾ। ਉਹ ਕਹਿੰਦੇ ਬਾਕੀ ਨਾਟਕ ਬਦਲ ਲਓ ਯਾਰ, ਵੀ ਐਤਕੀ ਦੇ ਸਾਲ ਵੀ ਸਾੜ ਸਤੀ ਕਰਨਾ ਹੀ ਕਰਨਾ। ਇੱਕ ਸਟੇਜ ਦੇ ਉੱਤੇ ਧਰਤੀ ਪੰਜਾਬ ਦੀ ਤੇ ਸਾੜ ਸਤੀ 2-2 ਵਾਰ ਹੋਈ, ਹੈਨਾ। ਲੋਕਾਂ ਦਾ ਥਰਸਟ ਬਹੁਤ ਹੋਈ ਉਸ ਨਾਟਕ ਦੇ ਵਿੱਚ, ਪਤਾ ਨਹੀਂ ਕੀ ਸੀਗਾ, ਪਰ ਉਹ ਠੀਕ ਬਣ ਗਈ ਸੀ। ਨਹੀਂ, ਉਹ ਅੱਛੀ ਪੇਸ਼ਕਾਰੀ ਸੀ। ਮੈਂ ਇਸੇ ਲਈ ਚਾਹੁੰਦਾ ਤੁਸੀਂ ਜ਼ਿਕਰ ਕਰੋ। ਮਾਸਟਰ ਜੀ, ਜਦੋਂ ਇਹ ਸਾਰਾ ਕੁਝ ਕਰ ਰਹੇ ਸੀ ਉਦੋਂ, ਕਿਉਂਕਿ ਤੁਸੀਂ ਕੋਰੀਓਗ੍ਰਾਫੀਆਂ, ਬੱਚੇ ਤੁਹਾਡੇ ਨਾਲ, ਤੁਹਾਡੀ ਆਪਣੀ ਟੀਮ ਆਰਟ ਸੈਂਟਰ ਸਮਰਾਲਾ ਵੀ ਬਣ ਚੁੱਕਾ ਸੀ, ਤੇ ਉਦੋਂ ਹੀ ਤੁਹਾਨੂੰ ਇਹ ਤੁਹਾਡੇ ਵਿਭਾਗ ਵੱਲੋਂ ਜਾਂ ਕੋਈ ਸਰਕਾਰੀ ਤੌਰ ਤੇ ਵੀ ਕਿਸੇ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਈਆਂ ਸੀਗੀਆਂ ਉਦੋਂ, ਕੁਝ ਏਦਾਂ ਦਾ? ਨਹੀਂ, ਪਰੇਸ਼ਾਨੀਆਂ ਕੀ ਆਈਆਂ, ਮੈਨੂੰ ਤਾਂ ਇਹ ਸੀਗਾ ਜੇ ਨਾਟਕ ਕੀਤਾ ਤੈਨੂੰ ਫਿਰੋਜ਼ਪੁਰ ਬਦਲ ਦੂੰ। ਸਾਡਾ ਪੰਜਾਬ ਦਾ ਡਾਇਰੈਕਟਰ ਸੀਗਾ, ਉਹਨੇ ਸ਼ਰੇਆਮ ਰੈਪੂਟੇਸ਼ਨ ਦੇ ਵਿੱਚ, ਹੈਨੀ। ਉਹ ਗੱਲ ਸੀਗੀ ਅਸਲ ਦੇ ਵਿੱਚ ਕੀ ਹੁੰਦਾ ਨਾ ਕਿ ਤੁਸੀਂ ਅਗਲਿਆਂ ਦੀਆਂ ਸਾਰੀਆਂ ਜਿਹੜੀਆਂ ਨਲਾਇਕੀਆਂ ਨੇ ਉਹਨਾਂ ਤੇ ਨਾ ਬੋਲੋ, ਹੈਨਾ। ਇੱਕ ਅਲਿਖਤ ਸਮਝੌਤਾ ਹੋ ਜਾਂਦਾ ਕਿ ਤੁਸੀਂ ਸਾਨੂੰ ਬਰਦਾਸ਼ਤ ਕਰੋ, ਅਸੀਂ ਤੁਹਾਨੂੰ ਕਰ। ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਸਾਰੇ ਗੱਲ ਗਲਤ ਹੋ ਰਹੀ ਹੈ, ਹੈਨਾ, ਉਹ ਕਹਿੰਦੇ ਵੀ ਜੇ ਗਲਤ ਹੋ ਰਹੀ ਹੈ ਫਿਰ ਤੂੰ ਨਹੀਂ ਗਲਤ ਕਰਦਾ, ਤੂੰ ਜਿਹੜੇ ਨਾਟਕ ਕਰਦਾ ਇੱਕ ਤੇ ਠੀਕ ਨੇ, ਹੈਨਾ।
ਉਹ ਤਾਂ ਮੇਰੀ ਟ੍ਰਾਂਸਫਰ ਸਮਝ ਲਓ ਕਿ ਘਰਾਓ ਵਗੈਰਾ ਕਰਕੇ ਉਹ ਕੈਂਸਲ ਕਰਾਈ ਸੀ। ਤੇ ਉਹਨਾਂ ਨੇ ਇਹ ਸੀਗਾ ਕਿ ਜੇ ਮੈਨੂੰ ਪਤਾ ਲੱਗ ਗਿਆ, ਮੇਰੇ ਕੋਲ ਕੋਈ ਪ੍ਰੂਫ ਆ ਗਿਆ ਕਿ ਤੂੰ ਨਾਟਕ ਕਰਦਾ ਹੈ ਨਾ, ਉਹਨਾਂ ਨੇ ਇਹ ਬਣਾਤਾ ਕਿ ਪ੍ਰੋਫਿਟੇਬਲ ਜੌਬ ਹੈ। ਹੁਣ ਦੱਸੋ ਕਿਹੜਾ ਪ੍ਰੋਫਿਟ? ਮੇਰੀ ਟੀਮ ਵਿੱਚ ਤਾਂ ਪ੍ਰੋਫਿਟ ਦਾ ਕੋਈ ਸਵਾਲ ਹੀ ਨਹੀਂ ਸੀ ਪੈਦਾ ਓਨੈਸਟਲੀ, ਕਿਉਂਕਿ ਇੱਕ ਜਨਤਕ ਜਿਹਾ ਸਿਸਟਮ ਸੀਗਾ। ਇਹਦਾ 28 ਗੇਰਾ ਖੂਹ ਹੈ ਨਾ, ਇੱਕ ਇਸ ਤਰ੍ਹਾਂ ਹੈਗਾ, ਥੋੜੇ ਜਿਹੇ ਤਾਂ ਪੈਸੇ ਮਿਲਦੇ ਸੀਗੇ, ਉਹ ਸਾਡਾ ਕਿਰਾਇਆ ਭਾੜਾ ਲੰਘ ਜਾਂਦੇ ਸੀ। ਸੋ ਉਹ ਬੰਦੇ ਨੇ ਖੈਰ ਟੌਰਚਰ ਕੀਤਾ ਮੇਰੇ ਕਾਫੀ ਸਾਲ। ਤੇ ਮੈਂ ਇਸ ਗੱਲ ਲਈ ਪਬਲਿਕਲੀ ਤੁਹਾਡਾ ਧੰਨਵਾਦ ਕਰਦਾ ਕਿ ਕਿਸੇ ਸੰਸਥਾ ਨੇ, ਮੈਂ ਈਵਨ ਪਲਸ ਮੰਚ ਜਿਹਦਾ ਮੈਂ ਸੂਬਾ ਸੈਕਟਰੀ ਰਿਹਾ, ਹੋਰ ਸੰਸਥਾਵਾਂ ਜਿਨ੍ਹਾਂ ਲਈ ਮੈਂ ਮਰਿਆ ਲੜਿਆ, ਕਿਸੇ ਨੇ 2 ਅੱਖਰ ਨਹੀਂ ਲਿਖੇ ਜਦੋਂ ਤੁਸੀਂ ਲਿਖਿਆ ਸੀ ਨਵਾਂ ਕਿ ਸ਼ਾਇਦ ਸਾਲ ਦੇ ਨਾਟਕਾਂ ਦੀ ਟ੍ਰੈਜਿਕ ਹੈ। ਬਿਲਕੁਲ ਬਿਲਕੁਲ ਬਿਲਕੁਲ। ਨਹੀਂ, ਮੈਂ ਤਾਂ ਹੀ ਚਾਹੁੰਦਾ ਸੀ ਇਹ ਵੀ ਸਾਡੇ ਰਿਕਾਰਡ ਵਿੱਚ ਹੋ ਜਾਏ ਕਿ ਜਿਹੜੇ ਟੀਚਿੰਗ ਦੇ ਵਿੱਚ ਰਹਿੰਦੇ ਆ, ਬੱਚਿਆਂ ਨੂੰ ਚੰਗਾ ਕੁਝ ਦੱਸਣਾ ਚਾਹੁੰਦੇ ਆ, ਸੋਹਣੀ ਜ਼ਿੰਦਗੀ ਵਾਸਤੇ ਉਹਨਾਂ ਨੂੰ ਪ੍ਰੇਰਿਤ ਕਰਦੇ ਆ, ਤੇ ਉਹੋ ਜਿਹੇ ਲੋਕਾਂ ਦੇ ਨਾਲ ਸਰਕਾਰਾਂ ਕੀ ਕਰਦੀਆਂ ਨੇ, ਇਹ ਵੀ ਸਾਡੇ ਇਹਦੇ ਵਿੱਚ ਹਿੱਸਾ ਬਣ ਜਾਣਾ ਚਾਹੀਦਾ। ਮਾਸਟਰ ਜੀ, ਇਹ ਤੋਂ ਫਿਰ ਇੱਕ ਹੋਰ ਪੜਾਅ ਤੁਸੀਂ ਅੱਗੇ ਲੰਘ ਜਾਂਦੇ ਹੋ, ਫਿਰ ਤੁਸੀਂ ਕਿਤਾਬਾਂ ਵੀ ਤੁਹਾਡੀਆਂ ਨਾਲ ਨਾਲ ਆਉਣੀਆਂ ਸ਼ੁਰੂ ਹੋ ਗਈਆਂ, ਤੇ ਪਰ ਤੁਸੀਂ ਇੱਕ ਫਿਰ ਫਿਲਮਾਂ ਵੀ, ਕਿਉਂਕਿ ਬੱਬੂ ਮਾਨ ਤੁਹਾਡੇ ਇਲਾਕੇ ਚੋਂ, ਤੇ ਮੈਨੂੰ ਯਾਦ ਹੈ ਜਦੋਂ ਅਸੀਂ ਵਰਕਸ਼ਾਪ ਲਾਈ ਸੀਗੀ ਕਨਵੇ ਦੇ ਵਿੱਚ, ਬੱਬੂ ਉਦੋਂ ਛੋਟਾ ਸੀਗਾ ਤੇ ਉਦੋਂ ਵੈਸੇ ਵਰਕਸ਼ਾਪ ਚ ਆਉਂਦਾ ਸੀ, ਭਾਵੇਂ ਕਿ ਉਹ ਨਾਟਕ ਚ ਪਾਰਟਿਸਿਪੇਟ ਨਹੀਂ ਸੀ ਕਰ ਰਿਹਾ, ਤੇ ਉਦੋਂ ਸਾਡੇ ਨਾਲ ਵੈਸੇ ਟੀਮ ਦਾ ਹਿੱਸਾ ਸੀ ਤੁਹਾਡੇ ਕੋਲ। ਤੇ ਉਹ ਫਿਰ ਹੁਣ ਫਿਰ ਗਾਇਕ ਬਣਿਆ, ਹੀਰੋ ਬਣਿਆ, ਫਿਰ ਤੁਸੀਂ ਉਹਦੇ ਲਈ ਫਿਲਮਾਂ ਲਿਖੀਆਂ, ਹੋਰ ਵੀ ਲਿਖੀਆਂ, ਇਹ ਸਬਬ ਕਿੱਦਾਂ ਬਣਿਆ? ਏਦਾਂ ਸੀਗਾ ਜੀ, ਜਦੋਂ ਅਸੀਂ ਆਰਟ ਸੈਂਟਰ ਬਣਾਇਆ, ਉਹ ਬਣਾਇਆ ਸੀ ਸਾਰੇ ਕਲਾਕਾਰਾਂ ਨੂੰ ਜਿਹੜੇ ਅਲੱਗ-ਅਲੱਗ ਵਿਧਾ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਸਪੇਸ ਦੇਣ ਦੇ। ਮੈਂ ਉਹਦਾ ਫਾਊਂਡਰ ਡਾਇਰੈਕਟਰ ਸੀਗਾ। ਤੇ ਜਿਹੜੀ ਅਸੀਂ ਪਹਿਲੀ ਮੀਟਿੰਗ ਕੀਤੀ ਸੀ ਆਰਟ ਸੈਂਟਰ ਦੀ, ਜਿਹਨੂੰ ਆਪਾਂ ਜਦੋਂ ਅਸੀਂ ਨੀਂਹ ਰੱਖਦੇ ਕਹਿ ਲਓ ਜਾਂ ਇੱਕ ਆਰਗੇਨਾਈਜੇਸ਼ਨ ਫਾਰਮ ਕਰਦੇ ਆ, ਉਹਦੇ ਚ ਸੰਗੀਤ ਦੇ ਕੰਮ ਲਈ ਬੱਬੂ ਨੇ ਆਪਣੇ ਆਪ ਨੂੰ ਆਫਰ ਕੀਤਾ ਸੀਗਾ। ਉਹ ਮੇਰੀ ਟੀਮ ਦਾ ਇੱਕ ਬਾਕਾਇਦਾ ਹਿੱਸਾ ਸੀ। ਠੀਕ ਤਾਂ ਇਹ ਹੈ, ਨੈਚੁਰਲੀ ਜਿਹੜੇ ਹਿੱਸਾ ਸੀਗਾ ਉਹਨੇ ਹਿੱਸੇ ਬਹਿੰਦੇ ਕੰਮ ਵੀ ਕਰਨੇ ਹੁੰਦੇ ਨੇ। ਤੇ ਜਦੋਂ ਆਪਾਂ ਉਹ ਕੰਮ ਕਰ ਰਹੇ ਸੀਗੇ, ਇਹ ਕੋਈ 94-95 ਤੱਕ ਤਾਂ ਐਕਟਿਵਲੀ ਸਾਡੇ ਨਾਲ ਰਿਹਾ, ਫਿਰ ਉਹ ਪੜ੍ਹਨ ਯੂਨੀਵਰਸਿਟੀ ਚਲਾ ਗਿਆ, ਇਸ ਤਰ੍ਹਾਂ ਦਾ ਸੀਗਾ। ਇਹ ਉਹਦਾ ਸਾਡੇ ਨਾਲ ਮਤਲਬ ਇੱਕ ਰਾਬਤਾ ਹੁਣ ਤੱਕ ਬਣਿਆ ਹੋਇਆ ਐਜ ਆਰਟ ਸੈਂਟਰ ਬਣਿਆ ਹੋਇਆ। ਉਹ ਕਈ ਵਾਰ ਹੋਗਾ ਅਸੀਂ ਆਰਟ ਸੈਂਟਰ ਵਾਲੇ ਹੁੰਦੇ ਆ, ਹੈ ਨਾ। ਸੋ ਇਹ ਆਰਟ ਸੈਂਟਰ ਦੀ ਡਾਕਟਰ ਸ਼ਾਹੀ ਸਾਡੇ ਜਨਰਲ ਸਕੱਤਰ ਸੀਗੇ, ਫਿਰ ਜੀ ਮਰਵਾਹਾ ਹੋਣੀ ਆ ਗਏ, ਉਹਦੇ ਚ ਵੀ ਰੋਲ ਕਰਦੇ ਸੀ, ਜਿਹੜੀ ਤੁਸੀਂ ਵਰਕਸ਼ਾਪ ਲਾਈ ਸੀ ਕੋਟ ਮਾਰਸ਼ਲ ਦੀ, ਨਿੱਕੀ ਹੋਣੀ। ਸੋ ਇਸ ਤਰ੍ਹਾਂ ਦੇ ਨਾਲ ਨਾ ਸਾਡਾ ਇੱਕ ਰਾਬਤਾ ਬਣਿਆ ਹੋਇਆ ਸੀ। ਤੇ ਸਾਡੀ ਮਿੱਤਰਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਵੀ ਮਾਸਟਰ ਜੀ ਦੇਖੋ, ਹੁਣ ਤੁਸੀਂ ਲਿਖ ਲੈਂਦੇ ਹੋ ਫਿਲਮਾਂ ਹੈ ਨਾ। ਉਦੋਂ ਪਹਿਲਾਂ ਮੈਂ ਇੱਕ ਹੋਰ ਫਿਲਮ ਲਿਖੀ ਸੀ, ਕੇਵਲ ਉਹ ਬਣੀ ਨਹੀਂ। ਅੱਛਾ। ਮੈਨੂੰ ਲੱਗਦਾ ਕਿ ਬਹੁਤ ਅੱਛਾ ਪ੍ਰੋਜੈਕਟ ਸੀਗਾ, ਤੁਹਾਨੂੰ ਚੰਗਾ ਲੱਗੂਗਾ ਕਿ ਮੈਡਮ ਬਹਿਲ ਬੈਠੇ ਹੋਣਗੇ, ਉਹ ਚੰਦਰ ਬਹਿਲ ਉਹਨਾਂ ਨੂੰ ਐਜ ਡਾਇਰੈਕਟਰ ਸਾਈਨ ਕੀਤਾ ਸੀਗਾ, ਸਾਰੀ ਸਕ੍ਰਿਪਟਿੰਗ ਹੋ ਗਈ, ਭਾਗਿਆ ਸ਼੍ਰੀ ਨੂੰ ਲਿਆ ਸੀ ਐਜ ਐਕਟਰਸ, ਬਾਈਲਿੰਗੁਅਲ ਫਿਲਮ ਸੀ ਕਿ ਮੈਂ ਉਹ ਲਿਖੀ ਸੀ। ਤੇ ਉਹ ਵੱਡਾ ਸੀਗਾ, ਮਿਊਜ਼ਿਕ ਬੈਂਕ ਸੀ, ਚਰਨਜੀਤ ਅਹੂਜਾ ਭਾਜੀ, ਦਵਿੰਦਰ ਹੋਣੀ, ਇਸ ਤਰ੍ਹਾਂ ਦਾ। ਸਾਰਿਆਂ ਨੂੰ ਲੱਗਿਆ ਵੀ ਯਾਰ ਉਹਨਾਂ ਖਾਤਰ ਤੂੰ ਫਿਲਮ ਕਰੀ ਜਾਂਦਾ, ਵੀ ਆਪਣੇ ਬੱਬੂ ਨਹੀਂ ਕਰਦੇ ਨੇ, ਹਨਾ। ਹੁੰਦਾ ਕਿ ਉਦੋਂ ਮੈਂ ਉਹਨਾਂ ਲਈ ਹਸ਼ਰ ਫਿਲਮ ਲਿਖੀ। ਉਹ ਹਟ ਕੇ ਜ਼ਰੂਰ ਹੈਗੀ ਆ, ਜੇ ਤੁਸੀਂ ਉਹਨੂੰ ਕਹੋ ਕਿ ਮੈਂ ਕੋਈ ਬਹੁਤ ਬੜੀਆਂ ਗੱਲਾਂ ਕਰਕੇ ਆਵਾਂ, ਪਰ ਕੋਈ ਗੱਲਾਂ ਹੈਗੀਆਂ ਕੁਝ। ਨਹੀਂ, ਮੈਂ ਦੇਖੀ ਸੀ ਫਿਲਮ, ਉਹ ਮੈਂ ਜ਼ਰੂਰ, ਉਹਦੇ ਚ ਗੱਲਾਂ ਹੈਗੀਆਂ ਨੇ। ਉਹ ਬੜੀ ਪਪੂਲਰ ਫਿਲਮ ਹੈ, ਯੂਥ ਨੇ ਜਿਹੜੀ ਜੋ ਰਿਸਪੌਂਸ ਦਿੱਤਾ, ਕਿਉਂਕਿ ਕਾਲਜ ਦੇ ਜਿਹੜੇ ਸਟੂਡੈਂਟ ਸੀਗੇ ਨਾ, ਜਾਂ ਕਾਲਜ ਲਾਈਫ ਹੈ ਜਿਹੜੀ, ਉਹ ਉਦੋਂ ਪਹਿਲਾਂ ਸਕਰੀਨ ਤੋਂ ਗਾਇਬ। ਮੈਂ ਇਸ ਗੱਲ ਲਈ ਹੰਬਲੀ ਕਲੇਮ ਕਰ ਸਕਦਾ ਕਿ ਕਾਲਜ ਲਾਈਫ ਨੂੰ, ਉਹਦੀ ਪੋਲਿਟਿਕਸ ਨੂੰ, ਉਹਨੂੰ ਕਿਵੇਂ ਪੋਲੀਟੀਸ਼ੀਅਨ ਉਹਨੂੰ ਖਰਾਬ ਕਰਦੇ ਨੇ, ਕਿਵੇਂ ਪਲੇਅਰ ਸਟੂਡੈਂਟ, ਉਹ ਸਾਰਾ ਇੱਕ ਸੀਗਾ ਐਪੀਸੋਡ। ਤੇ ਉਹ ਸਾਰਾ ਸੀ, ਬੇਸ਼ੱਕ ਉਹ ਇੱਕ ਲਵ ਸਟੋਰੀ ਦੇ ਤੌਰ ਤੇ ਸੀਗਾ, ਉਹ ਇੱਕ ਅਲੱਗ ਹਿੱਸਾ ਹੁੰਦਾ ਉਹ ਫਿਲਮ ਦੀ ਨਿਭਾ।
ਉਹ ਸਾਡੀ ਜਦੋਂ ਫਿਲਮ ਠੀਕ ਚੱਲ ਗਈ, ਵਧੀਆ ਰਹੇਗੀ, ਮੈਂ ਤਾਂ ਨਾਟਕੇ ਕਰਦਾ ਰਿਹਾ ਨਾ ਉਦੋਂ ਬਾਅਦ ਵੀ। ਪਹਿਲਾਂ ਮੈਂ ਆਪਣੀ ਜਿਹੜਾ ਹੈਗਾ ਕਿਸਮ ਹੈ ਉਹ ਤਾਂ ਨਹੀਂ ਛੱਡਿਆ। ਬਿਲਕੁਲ। ਫਿਰ ਮੈਨੂੰ ਕਹਿੰਦੇ ਚੱਲ ਇੱਕ ਫਿਲਮ ਆਪਾਂ ਹੋਰ ਕਰਦੇ ਆ। ਸਾਰਾ ਗਰੁੱਪ ਸਾਡਾ ਜਿਹੜਾ ਹੈਗਾ ਉਸ ਟਾਈਮ ਦਾ ਸੀਗਾ, ਉਹ ਸੀ ਏਕਮ। ਏਕਮ ਸਨ ਆਫ ਸਾਇਲ, ਉਹ ਸੀ। ਜਿਹੜੀ ਏਕਮ ਸੀਗੀ ਉਹਦੇ ਚ ਮੈਂ ਖਾਸੀਆਂ ਗੱਲਾਂ ਬਾਤਾਂ ਜੀਆਂ, ਟੌਪਿਕ ਕਹਿ ਲਓ ਜਾਂ ਵਿਸ਼ਾ ਕਹਿ ਲਓ, ਪਰਿਵਾਰ ਕਿਵੇਂ ਟੁੱਟ ਰਹੇ ਨੇ, ਦੂਜਾ ਕੀ ਆ, ਪੋਲੀਟੀਸ਼ੀਅਨ ਕਿਉਂ ਨਹੀਂ, ਉਹ ਜਿਹੜੀਆਂ ਗੱਲਾਂ ਕੇਵਲ ਜੀ ਆਪਾਂ ਥੀਏਟਰ ਚ ਕਰਦੇ ਆ ਇੱਕ ਤਰ੍ਹਾਂ ਨਾਲ ਕਹਿ ਲਓ, ਉਹ ਸਾਰੀਆਂ ਚੀਜ਼ਾਂ ਨੂੰ ਕੇਂਦਰ ਚ ਰੱਖ ਕੇ, ਇਸ਼ੂਜ਼ ਨੂੰ ਕੇਂਦਰ ਚ ਰੱਖ ਕੇ ਇੱਕ ਫਿਲਮ ਮੈਂ ਡਿਜ਼ਾਈਨ ਕੀਤੀ। ਉਹ ਫਿਲਮ ਚਲੋ ਚੱਲੀ ਵੀ ਬਹੁਤ, ਪਰ ਉਹਦੀ ਚਰਚਾ ਵੀ ਬਹੁਤ ਕਿ ਯਾਰ ਇਸ ਤਰ੍ਹਾਂ ਵੀ ਫਿਲਮ ਬਣ ਸਕਦੀ ਹੈ। ਬਲਦੇਵ ਗਿੱਲ ਜੀ ਹੋਰਾਂ ਨੇ ਬਹੁਤ ਵਧੀਆ ਸਟੇਟਮੈਂਟਸ ਨੇ ਉਹਨਾਂ ਦੀਆਂ। ਅਸੀਂ ਦੇਖਦੇ ਹਾਂ ਇਕਬਾਲ ਢਿੱਲੋਂ ਨਹੀਂ ਸੀਗੇ, ਹੋਰ ਸੀ ਸਾਰੇ ਲੋਕ, ਉਹਨਾਂ ਨੂੰ ਲੱਗਦਾ ਸੀਗਾ ਯਾਰ ਵੀ ਇਹ ਤਰਲੋਚਨ ਕਮਾਲ ਹੋ ਗਿਆ ਯਾਰ, ਇੰਨੀਆਂ ਗੱਲਾਂ। ਉਸ ਚ ਇਵੇਂ ਨਹੀਂ ਸੀਗਾ, ਉਸ ਚ ਢਿੱਡ ਭਰਿਆ ਪਿਆ ਹੁੰਦਾ ਕਈ ਵਾਰ ਬੰਦੇ ਦਾ ਕਿ ਯਾਰ ਇਹ ਕੀ ਹੋ ਰਿਹਾ, ਇਹ ਵੀ ਆਏ ਨਾ। ਪਰ ਉਹਨੂੰ ਇੱਕ ਲੜੀਬੱਧ ਕਰਕੇ ਜ਼ਰੂਰ ਅਸੀਂ ਕਰ ਲਿਆ, ਖਾਸ ਕਰ ਫੈਮਿਲੀ ਕ੍ਰਾਈਸਿਸ, ਬਿਜ਼ਨਸ ਕ੍ਰਾਈਸਿਸ, ਹੈ ਨਾ, ਇਹਨਾਂ ਚੀਜ਼ਾਂ ਨੂੰ ਵੀ ਰੱਖਿਆ। ਪੋਲੀਟੀਸ਼ੀਅਨ ਦਾ ਕੀ ਕ੍ਰਾਈਸਿਸ ਹੈ, ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਕਹਾਣੀ ਜੀ ਉਹ ਕੀਤੀ, ਉਹ ਖਾਸੀ ਵਧੀਆ ਚੱਲ ਗਈ ਸੀ। ਇਹ ਕੋਈ ਮੇਰਾ ਇਹ ਨਹੀਂ ਕਿ ਮੈਂ ਫਿਲਮੀ ਹੋ ਗਿਆ। ਜੀ ਮੈਂ ਬਸ ਇਹੀ ਸੀ ਕਿ ਇਹਨਾਂ ਚੀਜ਼ਾਂ ਨੂੰ ਮਾੜਾ ਜਿਹਾ ਟੱਚ ਕਰ ਲਈਏ ਆਪਾਂ, ਤੇ ਕਿਉਂਕਿ ਪਿੱਛੇ ਆਪਣੇ ਕੋਲ ਸਮਾਂ ਵੀ ਥੋੜਾ ਵਾ, ਤੇ ਆਪਾਂ ਹੋਰ ਨਾ ਦੋਸਤਾਂ ਨੇ ਤੁਹਾਡੇ ਕੋਲ ਸਵਾਲ ਵੀ ਪੁੱਛਣੇ ਆ, ਤੇ ਆਪਾਂ ਹੋਰ ਗੱਲਾਂ, ਕੋਈ ਗੱਲ ਨਹੀਂ, ਅੱਜ ਅਸੀਂ 10 ਮਿੰਟ ਵੱਧ ਵੀ ਗੱਲਾਂ ਕਰ ਲਾਂਗੇ, ਕੋਈ ਦਿੱਕਤ ਨਹੀਂ ਸਾਨੂੰ। ਤੇ ਜਦੋਂ ਬਹੁਤ ਕੰਮ ਦੀਆਂ ਗੱਲਾਂ ਹੋ ਰਹੀਆਂ ਹੁਣ, ਸਾਨੂੰ ਵੱਧ ਵੀ ਟਾਈਮ ਲਾ ਲੈਣਾ ਚਾਹੀਦਾ। ਸੋ ਮੈਨੂੰ ਲੱਗਦਾ ਕਿ ਇਸ ਤੋਂ ਜਿਹੜਾ ਮਾਸਟਰ ਜਿਹੜਾ ਇੱਕ ਹੋਰ ਪੜਾਅ ਸੀ ਤੁਹਾਡਾ, ਕਿ ਇਹ ਤੁਸੀਂ ਬਾਲ ਰੰਗਮੰਚ ਕੀਤਾ, ਆਪਣਾ ਰੰਗਮੰਚ ਕੀਤਾ, ਮਾਛੀਵਾੜਾ, ਤੁਹਾਡਾ ਸਮਰਾਲਾ ਆਰਟ ਥੀਏਟਰ, ਟੀਵੀ ਦੀ ਦੁਨੀਆ, ਫਿਰ ਤੁਸੀਂ ਫਿਲਮਾਂ ਦੀ ਦੁਨੀਆ, ਪਰ ਤੁਸੀਂ ਨਾਟਕਾਂ ਦਾ ਪੱਲਾ ਨਹੀਂ ਛੱਡਿਆ, ਨਾਟਕ ਲਿਖੇ, ਛਪਵਾਏ, ਕਿਤਾਬਾਂ ਛਪੀਆਂ। ਪਰ ਮੈਂ ਕੁਝ ਸਮੇਂ ਤੋਂ ਵੇਖਿਆ ਕਿ ਮਾਸਟਰ ਤਰਲੋਚਨ ਦਾ ਰੰਗਮੰਚ ਉਹ ਉਨੀ ਭਰਪੂਰਤਾ ਵਾਲਾ ਨਹੀਂ ਹੈ ਜਿੰਨਾ ਪਹਿਲੇ ਸੀ, ਆਰਟ ਸੈਂਟਰ ਸਮਰਾਲਾ। ਤੇ ਇਹਦੀ ਕੀ ਵਜ੍ਹਾ ਕਿ ਤੁਸੀਂ ਥੱਕ ਗਏ ਹੋ, ਕੀ ਹੋ ਗਿਆ ਤੁਹਾਨੂੰ, ਕਿ ਤੁਸੀਂ ਕੀ, ਜਾਂ ਉਹ ਟੀਮ ਨਹੀਂ ਹੈ, ਜਾਂ ਤੁਸੀਂ ਅੱਗੇ ਕੋਈ ਕੀ ਕਾਰਨ ਬਣੇ? ਜਦੋਂ ਕਿ ਮੈਂ ਆ ਜਿਹੜਾ ਤੁਸੀਂ ਇੰਨਾ ਲੰਬਾ ਇਤਿਹਾਸ ਸੁਣਾਇਆ, ਇਹ ਬਹੁਤ ਬਿਹਤਰੀਨ ਹੈ, ਬਹੁਤ ਬਿਹਤਰੀਨ ਪੇਸ਼ਕਾਰੀਆਂ ਤੁਸੀਂ ਦਿੱਤੀਆਂ। ਤੇ ਹੁਣ ਮਾਸਟਰ ਤਰਲੋਚਨ ਹੁਣ ਤੇ ਰਿਟਾਇਰ ਹੈ, ਸਰਕਾਰ ਦਾ ਖਤਰਾ ਵੀ ਕੋਈ ਨਹੀਂ ਹੈ, ਫਿਰ ਮਾਸਟਰ ਤਰਲੋਚਨ ਹੁਣ ਰਿਲੈਕਸ ਕਰਨਾ ਚਾਹੁੰਦਾ ਹੈ, ਕੀ ਹੋਇਆ ਮਾਸਟਰ ਤਰਲੋਚਨ ਨੂੰ, ਦੱਸੋ ਜ਼ਰਾ। ਦੇਖੋ ਕੁਛ ਨਹੀਂ ਹੋਇਆ, ਇੱਕ ਹੈਗਾ ਕਿ ਰੈਗੂਲਰ ਰੰਗਮੰਚ ਨੂੰ ਕੈਰੀ ਕਰਨਾ। ਕਿਉਂਕਿ ਮੈਂ ਇੱਕ ਦਿਨ ਗੱਲ ਕੀਤੀ ਸਾਡੇ ਰਜਿੰਦਰ ਭਦੌੜ ਹੋਰਾਂ ਨਾਲ, ਮੈਂ ਵੀ ਯਾਰ ਮੈਂ ਸੋਚਦਾ ਹੈ ਕਿ ਆਪਾਂ ਨਾ ਮਹੀਨੇ 'ਚ 2 ਜਾਂ 3 ਸ਼ੋਅ ਕਰ ਲਿਆ ਕਰੀਏ। ਅੱਛਾ, ਵੀ ਆਪਾਂ ਬਹੁਤ ਹੈ ਇੰਨਾ ਵੀ ਥੋੜਾ ਇੰਨੇ ਵੱਧ ਮੈਨੂੰ ਔਖਾ ਲੱਗਦਾ। ਹਾਂ ਬਿਲਕੁਲ ਟੀਮ ਨਹੀਂ ਕਿਤੇ ਗਈ। ਮੈਂ ਇਹ ਤੁਹਾਨੂੰ ਥੋੜਾ ਜਿਹਾ ਗੱਲ, ਕਿਉਂਕਿ ਸਾਰੇ ਬੰਦੇ ਮੇਰੇ ਆਪਣੇ ਨੇ, ਜੁੜੇ ਹੋਏ ਨੇ, ਬੱਚਿਆਂ ਵਾਂਗੂ ਤਾਂ ਪਾਲੇ ਨਹੀਂ ਜਾਂਦੇ। ਤੇ ਉਹ ਮੈਨੂੰ ਨਹੀਂ ਇਹ ਲੱਗਦਾ, ਪਰ ਉਹ ਕਹਿੰਦੇ ਵੀ ਮੇਰੇ ਛੋਡੇ ਬਸ ਥੋੜੋ ਹੈ, ਇਹ ਤਾਂ ਜਿਵੇਂ ਲਹਿਰ ਦੀ, ਜਿਵੇਂ ਲੋਕਾਂ ਦੀ ਮੰਗ ਹੋਊਗੀ, ਲੋੜ ਹੋਊਗੀ, ਹੈ ਨਾ। ਮੈਂ ਵੀ ਐਂ ਕਰ ਲਓ, ਆਪਾਂ ਤੈਅ ਕਰ ਲੈਂਦੇ ਹਾਂ ਕਿ ਮੈਨੂੰ ਉਹਨਾਂ ਕੁ ਮੇਰੇ ਤੋਂ ਕੰਮ ਲਓ, ਹੈ ਨਾ। ਇੱਕ ਮੈਂ ਤੁਹਾਨੂੰ ਹੋਰ ਦੱਸਾਂ ਕੇਵਲ ਜੀ, ਮੇਰਾ ਪ੍ਰਭਾਵ ਹੈ ਇਹ, ਮੈਨੂੰ ਨਹੀਂ ਪਤਾ ਕਿ ਕਿੰਨਾ ਠੀਕ ਹੈ। ਮੈਨੂੰ ਲੱਗਦਾ ਹੈ ਕਿ ਜਿਹੜੀਆਂ ਸੰਸਥਾਵਾਂ ਅੱਗੇ ਨਾਟਕ ਹੁੱਬ ਕੇ ਕਰਾਉਂਦੀਆਂ ਸੀਗੀਆਂ, ਮੇਰਾ ਤਾਂ ਉਸ ਤਰ੍ਹਾਂ ਦੀ ਵੀ ਸਪਾਂਸਰ ਹੈ ਨਾ, ਬਿਲਕੁਲ, ਉਹ ਸੰਸਥਾਵਾਂ ਨੇ ਹੁਣ ਨਾਟਕ ਕਰਾਉਣ ਤੋਂ ਹੱਥ ਖਿੱਚਿਆ ਹੋਇਆ। ਬਿਲਕੁਲ ਠੀਕ ਹੈ, ਬਿਲਕੁਲ। ਮੈਂ ਚਾਹੁੰਦਾ ਸੀ ਤੁਸੀਂ ਇਹ ਗੱਲਾਂ ਦੱਸੋ ਹੋਰ। ਮੰਨ ਲਾ ਇੱਕ ਮਿੰਟ, ਮੈਂ ਪਲਸ ਮੰਚ ਦਾ ਸੂਬਾ ਸੈਕਟਰੀ ਸੀ, ਬਿਲਕੁਲ, ਕਮਲਜੀਤ ਖੰਨੇ ਹੋਰਾਂ ਤੋਂ ਪਹਿਲਾਂ। ਮੈਨੂੰ ਲੱਗਦਾ ਹੈ ਕਿ ਪਲਸ ਮੰਚ ਵੀ ਇਸ ਵੇਲੇ 2 ਮੇਲਿਆਂ ਤੱਕ, ਤੁਸੀਂ ਹੰਸਾ ਸਿੰਘ ਨਾਲ ਗੱਲ ਕਰ ਰਹੇ ਸੀ ਨਾ, ਮੈਨੂੰ ਸ਼ਾਇਦ ਉਹਦਾ ਰੈਫਰੈਂਸ ਨਹੀਂ ਦੇਣਾ ਚਾਹੀਦਾ, ਪਰ ਕਿਉਂਕਿ ਮੈਂ ਉਹ ਜ਼ਿੰਮੇਵਾਰੀ ਤੇ ਰਿਹਾ, ਮੈਨੂੰ ਲੱਗਦਾ ਕਿ ਹੁਣ ਅਸੀਂ 2 ਮੇਲੇ ਕਰਦੇ ਹਾਂ, ਇੱਕ 1 ਮਈ ਨੂੰ, ਇੱਕ 27 ਸਤੰਬਰ। ਉਦੋਂ ਬਿਨਾਂ ਲੋਕਾਂ ਦੇ ਵਿੱਚ ਸਾਡੀਆਂ ਟੀਮਾਂ ਉਨੀਆਂ ਨਹੀਂ ਜਾ ਰਹੀਆਂ, ਨਾ ਕਿਸੇ ਦੀਆਂ ਵੀ ਨਹੀਂ ਜਾ ਰਹੀਆਂ। ਮੈਂ ਇਹ ਚੋਂ ਐਂ ਲੱਗਦਾ ਮੈਨੂੰ ਇਹ ਕਿ ਸ਼ਾਇਦ
ਸਾਨੂੰ ਸਭ ਤੋਂ ਨਾਟਕ ਕਰਾਉਣ ਵਾਲੇ ਲੋਕਾਂ ਨੂੰ ਕਿਤੇ ਹੋਰ ਸਰਦਾ ਲੱਗ, ਪਰ ਕਰਾਂਗੇ। ਮੈਂ ਤੁਹਾਨੂੰ ਯਾਦ ਹੋਊਗਾ, ਮੈਂ 1 ਮਈ ਨੂੰ ਜ਼ਰੂਰ ਕੋਸ਼ਿਸ਼ ਕਰਦਾ ਹਾਂ, ਜਾਂ ਕਿਸੇ ਵੱਡੇ ਫੰਕਸ਼ਨ ਤੇ ਜਾਂ ਇੱਥੇ, ਜਾਂ ਕਈ ਵਾਰ ਕੁਝ ਮੇਰੇ ਜਿਹੜੇ ਸਟੂਡੈਂਟ ਨੇ ਰਾਜਵਿੰਦਰ ਅੱਗੇ ਜਾਂ ਹੋਰ ਜਦੋਂ ਕਰਦੇ ਨੇ, ਜਸਵੀਰ ਗਿੱਲ ਹੈ, ਉਹ ਕਰਦੇ ਨੇ, ਮੈਂ ਜ਼ਰੂਰ ਉਹਨਾਂ ਦੇ ਨਾਲ ਕਿਵੇਂ ਨਾ ਕਿਵੇਂ ਹੋ ਜਾਂਦਾ। ਪਰ ਆਪਣੀ ਟੀਮ ਬਣਾ ਕੇ ਚੱਲਣ ਤੋਂ ਪਹਿਲਾਂ ਮੈਨੂੰ ਇੱਕ ਲੱਗਦਾ ਕਿ ਥੋੜਾ ਜਿਹਾ ਮੈਨੂੰ ਸੋਚਣਾ ਚਾਹੀਦਾ ਜਾਂ ਸੋਚਣਾ ਪਊਗਾ, ਕਿਉਂਕਿ ਰੈਗੂਲਰ ਥੀਏਟਰ ਦਾ ਸਕੋਪ ਵੀ ਘੱਟ। ਮੈਨੂੰ ਮੈਂ ਤਾਂ ਹੀ ਤੁਹਾਡੇ ਕੋਲ ਜਾਣਨਾ ਚਾਹ ਰਿਹਾ ਸੀ ਕਿ ਸਮਰਾਲਾ, ਜਿੱਥੇ ਕਿ ਲਗਭਗ ਤੁਸੀਂ 30-35 ਸਾਲ ਤੋਂ ਕੰਟੀਨਿਊਸਲੀ ਉੱਥੇ ਤੁਹਾਡੀਆਂ ਟੀਮਾਂ ਬਣੀਆਂ, ਔਰ ਬਿਹਤਰੀਨ ਟੀਮਾਂ, ਔਰ ਬਿਹਤਰੀਨ ਤੁਹਾਡੇ ਅਦਾਕਾਰ, ਨਿਰਦੇਸ਼ਕ, ਐਕਟਰਸ, ਕੁੜੀਆਂ ਦੀ ਵੀ ਤੁਹਾਡੇ ਨਾਲ ਕੋਈ ਕਮੀ ਨਹੀਂ ਸੀ, ਔਰ ਤੁਹਾਡੇ ਨਾਟਕਾਂ 'ਚ ਬਹੁਤ ਸਾਰੀਆਂ ਕੁੜੀਆਂ ਵੀ ਕੰਮ ਕਰਦੀਆਂ ਰਹੀਆਂ, ਔਰ ਤੁਹਾਡੇ ਕੋਲ ਇੱਕ ਸਮਰਾਲੇ ਦੀ ਧਰਤੀ ਵੈਸੇ ਵੀ ਜਿਹੜੀ ਆ ਕਿ ਲੇਖਕਾਂ ਦੀ ਧਰਤੀ, ਬਹੁਤ ਸਾਰੇ ਵੱਡੇ ਲੇਖਕ ਨੇ ਉੱਥੇ, ਹਮਦਰਦਵੀਰ ਨਸ਼ਹਿਰਵੀ ਹੁਰੀ ਉੱਥੇ ਨੇ, ਲਾਲ ਸਿੰਘ ਦਿਲ, ਮੰਟੋ ਆ, ਤੁਸੀਂ ਨਾਟਕ ਕਰਕੇ ਗਏ। ਮੰਟੋ, ਬਿਲਕੁਲ, ਮੰਟੋ ਦਾ ਜਨਮ ਉੱਥੇ ਹੋਇਆ। ਤੇ ਇਹ ਯਾਨੀ ਕਿ ਕਿੰਨੇ ਸਾਰੇ ਕਲਾਕਾਰ, ਦਲਜੀਤ ਉੱਥੇ ਹੈ, ਦਲਜੀਤ ਸ਼ਾਹੀ ਦਾ ਆਪਣਾ ਸਕੂਲ ਹੈ। ਯਾਨੀ ਕਿ ਤੁਸੀਂ ਸਾਰੇ ਕਿ ਵੈਲ ਆਫ ਹੋ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ, ਘਰਾਂ ਦੇ ਵਿੱਚੋਂ ਵੀ, ਆਪਣੇ ਨੌਕਰੀਆਂ ਵਿੱਚੋਂ ਸਾਰੇ, ਇਹੋ ਜੀ ਇੱਕ ਟੀਮ ਹੈਗੀ ਆ ਉੱਥੇ ਤੁਹਾਡੇ ਕੋਲ, ਤੁਹਾਡੇ ਦੋਸਤ ਮਿੱਤਰ ਵੀ। ਉਸ ਦੇ ਬਾਵਜੂਦ ਤੁਸੀਂ ਨਾ ਵੀ ਕਿਤੇ ਬਾਹਰ ਕਰਨ ਜਾਓ, ਮੇਰਾ ਇਹ ਕਹਿਣਾ ਹੈ, ਮੈਨੂੰ ਹੁੰਦਾ ਵੀ ਜਿਹੜੇ ਚੰਗੇ ਲੋਕ ਨੇ, ਜਿਹਨਾਂ ਲੋਕਾਂ ਨੇ ਚੰਗਾ ਕੰਮ ਕੀਤਾ, ਜਿਹੜੇ ਚੰਗੇ ਕਰ ਸਕਦੇ ਨੇ, ਫਿਰ ਉਹ ਸਿਰਫ ਨਾ ਬਾਹਰ ਜਾਣ, ਕੋਈ ਦਿੱਕਤ ਨਹੀਂ, ਸਿਰਫ ਸਮਰਾਲੇ ਵਿੱਚ ਮਹੀਨੇ ਬਾਅਦ ਖੁਦ ਇੱਕ ਪਰਫਾਰਮੈਂਸ ਕਰਨ, ਜਾਂ ਕਿਸੇ ਟੀਮ ਨੂੰ ਬੁਲਾ ਕੇ ਉੱਥੇ ਪਰਫਾਰਮੈਂਸ ਕਰਾਉਣ। ਉਹ ਕੀ ਕਾਰਨ ਹੈ ਕਿ ਲੋਕ ਕਲਾ ਮੰਚ ਮੁੱਲਾਂਪੁਰ ਵਾਲਿਆਂ ਨੇ ਗੁਰਸ਼ਰਨ ਕਲਾ ਭਵਨ ਬਣਾ ਲਿਆ, ਹੰਸਾ ਸਿੰਘ ਨੇ ਓਪਨ ਏਅਰ ਥੀਏਟਰ ਬਣਾ ਲਿਆ, ਪ੍ਰੀਤਨਗਰ 'ਚ ਬਣ ਗਿਆ, ਵੇਰਕੇ 'ਚ ਬਣ ਗਿਆ, ਰਾਏਕੋਟ 'ਚ ਬਣ ਗਿਆ, ਹੋਰ ਕਈ ਥਾਵਾਂ ਤੇ ਨਿੱਜੀ ਕੋਸ਼ਿਸ਼ਾਂ ਨਾਲ ਬਣ ਗਿਆ। ਸਮਰਾਲਾ ਜਿੱਥੇ ਕਿ ਵੱਡਾ ਗੜ ਰਿਹਾ ਥੀਏਟਰ ਦਾ, ਔਰ ਸਾਰੇ ਤੁਸੀਂ ਸਰਦੇ ਪੁੱਜਦੇ ਲੋਕ ਸੀ, ਫਿਰ ਤੁਸੀਂ ਕਿਉਂ ਨਾ ਕੋਸ਼ਿਸ਼ ਕੀਤੀ ਕਿ ਇੱਕ ਅਸੀਂ ਵੀ ਓਪਨ ਏਅਰ ਥੀਏਟਰ ਜਾਂ ਇੱਕ ਨਾਟਕ ਘਰ ਬਣਾ ਲਈਏ? ਸੰਭਵ ਨਹੀਂ ਹੋ ਸਕਿਆ, ਕੁਝ ਕਾਰਨ ਨੇ, ਮੈਂ ਤੁਹਾਨੂੰ ਵਿਅਕਤੀਗਤ ਵੀ ਸ਼ੇਅਰ ਕਰ ਲੂੰਗਾ। ਅਸੀਂ ਟਰਾਈ ਕੀਤੀ ਸੀ, ਹਾਂ, ਉਹ ਫੁੱਲਫਿਲ ਨਹੀਂ ਹੋ ਸਕਿਆ। ਇਦਾਂ ਹੈ ਜੀ ਕਿ ਮੈਂ ਨਾਟਕ ਤਾਂ ਤੁਹਾਨੂੰ ਯਾਦ ਹੋਊਗਾ ਕਿ ਮੈਂ ਸ਼ਾਇਦ 1.5 ਸਾਲ ਹੋਇਆ ਜਦੋਂ ਮੈਂ ਇੱਕ ਨਾਟਕ ਜਿਹੜਾ ਨਾਰ ਔਜਲਾ ਹੋਰਾਂ ਦਾ ਲਿਖਿਆ ਸੀਗਾ, ਹਾਂ, ਉਹਨੂੰ ਲੈ ਕੇ ਵੀ ਮੈਂ ਤੁਰਿਆ। ਠੀਕ ਹੈ ਜੀ। ਇੱਕ ਸੀ ਲਾਲ ਸਲਾਮ ਕਾਮਰੇਡ, ਇੱਕ ਕਾਮਰੇਡ ਦੀ ਬਾਇਓਗ੍ਰਾਫੀ ਤੇ ਸੀਗਾ, ਬਹੁਤ ਅੱਛਾ ਪਲੇ ਆ ਮੇਰੇ ਹਿਸਾਬ ਨਾਲ, ਮੈਂ ਲਿਖਿਆ ਵੀ ਸੀਗਾ ਤੇ ਉਹ ਤਿਆਰ ਵੀ ਕਰਾਇਆ। ਇੱਕ ਇਹ ਵੀ ਸੀਗਾ ਕਿ ਇੱਕ ਟਾਈਮ ਸੀਗਾ ਸਾਡੇ ਕੋਲ, ਗੁਰਪ੍ਰੀਤ ਭੰਗੂ ਮੈਡਮ ਮੇਰੀ ਟੀਮ ਦਾ ਹਿੱਸਾ ਸੀਗੇ, ਬਲਜਿੰਦਰ ਸੀ, ਗਾਹੇ ਬਗਾਹੇ ਅਨੀਤਾ ਹੋਰੀ, ਹੈਨਾ, ਜਾਂ ਇਸ ਤਰ੍ਹਾਂ ਦੀ ਕਿ ਜਦੋਂ ਟੀਮ ਸੀਗੀ, ਉਦੋਂ ਥੋੜਾ ਸੁਵਿਧਾ ਹੁੰਦੀ ਸੀ ਕਿਸੇ ਵੱਡੇ ਪ੍ਰੋਜੈਕਟ ਨੂੰ ਪੜ੍ਹਨ ਦੀ। ਐਕਟਰ, ਮੇਲ ਐਕਟਰ ਵੀ ਸੀਗੇ, ਪਰ ਸਾਡੇ ਕੋਲ ਚਲੋ ਇਹ ਇੱਕ ਫਰਕ ਹੁੰਦਾ ਹੈ, ਕਦੇ ਅਸੀਂ ਪਵਨ ਹੋਰਾਂ ਨੂੰ ਲੈ ਲੈਂਦੇ ਸੀ, ਕਿਤੇ ਮੈਡਮ ਇੱਕ ਨਾਟਕ ਦੇ ਵਿੱਚ ਨੀਤਾ ਦੇਵਗਨ ਹੋਰਾਂ ਨੇ, ਤੇ ਇਹਨੇ ਵੀ ਕੀਤਾ ਸੀ, ਹਰਦੀਪ ਹੋਰਾਂ ਨੇ ਵੀ। ਜਾਣੀ ਸਾਡੇ ਕੋਲ ਨਾ ਨਾਟਕ ਦੇ ਵਿੱਚ ਕਲਾਕਾਰਾਂ ਦੀ, ਅੱਜ ਵੀ ਮੈਂ ਜੇ ਕਿਸੇ ਨੂੰ ਆਵਾਜ਼ ਦਊਂਗਾ ਸ਼ਾਇਦ ਆਉਣਗੇ, ਪਰ ਇਹ ਹੋ ਨਹੀਂ ਪਾਇਆ ਓਪਨ ਏਅਰ ਥੀਏਟਰ ਵਾਲਾ। ਹੁਣ ਸਾਨੂੰ ਦਲਜੀਤ ਦਾ ਸਕੂਲ ਵਾਲਾ ਥੀਏਟਰ ਹੀ ਓਪਨ ਏਅਰ ਥੀਏਟਰ ਲੱਗੀ ਜਾਂਦਾ, ਸੁਵਿਧਾ ਵੀ ਹੋ ਜਾਂਦੀ ਹੈ ਨਾ ਕਈ ਵਾਰ। ਜੀ ਜੀ, ਸਟੇਜ ਬਣੀ ਆ ਬਹੁਤ ਬੜੀ ਆ, ਤੇ ਸਾਨੂੰ ਲੱਗਦਾ ਆਪਣਾ ਸਕੂਲ ਆ, ਆਪਣਾ ਦਲਜੀਤ ਆ, ਆਪਣਾ ਓਪਨ ਏਅਰ ਥੀਏਟਰ ਹੈ ਨਾ। ਉਹ ਪਰ ਇੱਕ ਕੋਸ਼ਿਸ਼ ਜ਼ਰੂਰ, ਉਹ ਤੁਹਾਡੇ ਨਾਲ ਮੈਂ ਵਿਅਕਤੀਗਤ ਵੀ ਕਰ ਸਕਦਾ ਕਿ ਕੋਸ਼ਿਸ਼ ਕੀਤੀ ਸੀ, ਸਾਡੀ ਸਿਰੇ ਨਹੀਂ ਸੀ। ਹਾਂ, ਮੈਂ ਇਸ ਲਈ ਸੀਗੇ, ਜਿਹੜੀ ਗੱਲ ਮੇਰਾ ਫਿਕਰ ਇਹੀ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਆ, ਵੀ ਬਹੁਤ ਸਾਰੇ ਕੁਝ ਦੋਸਤਾਂ ਨੇ ਕੀਤੇ ਆ ਸਾਡੇ। ਇਹ ਹਿੰਦੁਸਤਾਨ ਦੇ ਕਿਸੇ ਹੋਰ ਸਟੇਟ 'ਚ ਨਹੀਂ ਕੰਮ ਹੋਇਆ, ਇਹ ਸਿਰਫ ਪੰਜਾਬੀਆਂ ਨੇ ਕੀਤਾ, ਪੰਜਾਬ 'ਚ ਹੋਇਆ, ਔਰ ਸਾਡੇ ਥੀਏਟਰ ਵਾਲਿਆਂ ਨੇ ਕੀਤਾ ਕਿ ਇੰਡੀਵਿਜੂਅਲ ਕੋਸ਼ਿਸ਼ਾਂ ਕੀਤੀਆਂ, ਇੰਡੀਵਿਜੂਅਲ ਐਫਰਟਸ ਹੋਏ, ਤੇ ਫਿਰ ਇਹ ਨਾਟਕ ਘਰ ਬਣੇ। ਔਰ ਉਹਨਾਂ ਲੋਕਾਂ ਨੇ ਕੀਤੇ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਨਹੀਂ ਸੀ।
ਮੈਂ ਤਾਂ ਸੀ ਕਿ ਬਿਲਕੁਲ ਤੁਹਾਨੂੰ ਮਾਸਟਰ ਤਰਲੋਚਨ ਨੂੰ ਪਿਆਰ ਕਰਨ ਵਾਲੇ ਬਹੁਤ ਲੋਕ ਨੇ, ਤੁਹਾਡੇ ਬੜੇ ਸ਼ਾਗਿਰਦ ਨੇ, ਵਿਦੇਸ਼ਾਂ 'ਚ ਵੀ ਬੈਠੇ ਨੇ, ਉਹ ਤੁਹਾਡੇ ਆਲੇ ਦੁਆਲੇ ਵੀ ਬੈਠੇ ਨੇ, ਤੁਹਾਡੇ ਆਪਣੇ ਬਹੁਤ ਸਾਰੇ ਨੇ ਜਿਹੜੇ ਕੁਝ ਡੋਨੇਟ ਕਰਨਗੇ ਵੀ ਤੁਸੀਂ ਚੰਗਾ ਕੰਮ ਕਰਨ ਲੱਗੇ ਹੋ। ਤੇ ਲਓ ਮਾਸਟਰ ਜੀ ਅਸੀਂ ਆਪ ਭੇਟਾ ਕਰਦੇ ਆ, ਤੁਸੀਂ ਸ਼ੁਰੂ ਕਰੋ ਤੇ ਇੱਕ ਸਾਂਝਾ ਮੰਚ ਇੱਕ ਬਣਾ ਲਓ, ਇੱਕ ਨਾਟ ਘਰ ਬਣਾ ਲਓ, ਤਾਂ ਕਿ ਸਮਰਾਲੇ ਵਿੱਚ ਜਿਹੜੀ ਉਹ ਇੱਕ ਥੀਏਟਰ ਦੀ ਲੈਗੇਸੀ ਹੈ ਉਸ ਨੂੰ ਖਤਮ ਨਾ ਹੋਣ ਦਈਏ, ਉਹਨੂੰ ਆਪਾਂ ਕੰਟੀਨਿਊ ਕਰੀਏ। ਤੁਹਾਡੀ ਆਪਣੀ ਟੀਮ ਦੇ ਕਈ ਮੈਂਬਰ ਵਿਦੇਸ਼ਾਂ 'ਚ ਗਏ ਹੋਏ ਨੇ ਬਹੁਤ ਸਾਰੇ, ਹੈ ਨਾ, ਉਹਨਾਂ ਤੋਂ ਵੀ ਆਪਾਂ ਉਮੀਦ ਕਰ ਸਕਦੇ ਹਾਂ। ਸੋ ਮੈਂ ਐਕਚੁਅਲੀ ਮੈਂ ਨਾ ਮੇਰਾ ਇਹ ਚਾਹ ਹੈ ਕਿ ਅਸੀਂ ਰੰਗਮੰਚ ਵਾਲੇ ਸਰਕਾਰਾਂ ਵੱਲ ਨਾ ਵੇਖੀਏ, ਸਰਕਾਰ ਸਗੋਂ ਸਾਡੇ ਵੱਲ ਵੇਖੇ। ਅਸੀਂ ਰੰਗਮੰਚ ਵਾਲਿਆਂ ਦੀ ਆਪਣੀ ਇੱਕ ਸਰਕਾਰ ਹੁੰਦੀ ਹੈ। ਮੈਂ ਕਹਿੰਦਾ ਨਾ ਮੈਂ ਆਪ ਸਰਕਾਰ ਹਾਂ, ਮੈਂ ਸਰਕਾਰ ਨੇ ਮੈਨੂੰ ਕੀ ਦੇਣਾ, ਮੈਂ ਸਰਕਾਰ ਨੂੰ ਤਾਂ ਭਾਵੇਂ ਕੁਝ ਦੇ ਸਕਦਾ। ਸੋ ਇਹ ਜਿਹੜਾ ਕਿ ਤੁਸੀਂ ਇੰਨੇ ਵੱਡੇ ਕੰਮ ਕੀਤੇ ਹੋਏ, ਮੈਂ ਤਾਂ ਤੁਹਾਨੂੰ ਉਮੀਦ ਕਰ ਰਿਹਾ ਸੀ। ਨਹੀਂ ਪਰ ਬਿਲਕੁਲ ਮੈਂ ਕੋਸ਼ਿਸ਼ ਕਰੂੰਗਾ ਕੇਵਲ ਜੀ। ਬਿਲਕੁਲ ਬਿਲਕੁਲ। ਇੱਕ ਜਿਹੜਾ ਮੈਂ ਸਵਾਲ ਹੁਣ ਮੈਂ ਲਾਸਟ ਸਵਾਲ ਪੁੱਛਾਂਗਾ, ਬਾਕੀ ਫਿਰ ਦੋਸਤ ਪੁੱਛਣਗੇ ਕਿ ਇਹ ਦੱਸੋ, ਮੈਂ ਕੱਲ ਹੰਸਾ ਸਿੰਘ ਹੋਰਾਂ ਨਾਲ ਵੀ ਗੱਲ ਕੀਤੀ ਸੀ, ਤੁਸੀਂ ਵੀ ਪਲਸ ਮੰਚ ਦੇ ਬੜੇ ਸਿਰ ਕੱਢ ਆਗੂ ਰਹੇ ਹੋ, ਸਾਰੇ ਅਹੁਦਿਆਂ ਤੇ ਤੁਸੀਂ ਰੋਲ ਨਿਭਾਏ ਔਰ ਆਪਣੀਆਂ ਜ਼ਿੰਮੇਵਾਰੀਆਂ ਸਰਦਲ ਦੀ ਸੰਪਾਦਨਾ ਤੱਕ ਤੁਸੀਂ ਕਰਦੇ ਰਹੇ ਮੈਗਜ਼ੀਨ ਦੀ। ਮੈਂ ਕੱਲ ਉਹਨਾਂ ਨੂੰ ਵੀ ਇਹ ਸਵਾਲ ਕੀਤਾ ਸੀ ਕਿ ਸਰਦਲ ਆਪਣਾ ਪਲਸ ਮੰਚ ਦਾ ਘੇਰਾ ਕਿਉਂ ਸੌੜਾ ਹੋ ਗਿਆ। ਮੇਰਾ ਫਿਕਰ ਇਸ ਲਈ ਹੈ ਕਿ ਜਦੋਂ ਪਲਸ ਮੰਚ ਸ਼ੁਰੂ ਹੋਇਆ ਸੀ ਤਾਂ ਮੈਂ ਸ਼ਾਇਦ 1982 ਚ ਸਭ ਤੋਂ ਛੋਟੀ ਉਮਰ ਦਾ ਉਹਦਾ ਐਗਜ਼ੈਕਟਿਵ ਦਾ ਮੈਂਬਰ ਸੀਗਾ ਬਿਗਨਿੰਗ ਦੇ ਵਿੱਚ, ਤੇ ਮੈਂ ਉਹਨਾਂ ਲੋਕਾਂ ਚੋਂ ਵੀ ਆ ਜਿਹੜਾ ਐਨਐਸਡੀ ਤੋਂ ਆ ਕੇ ਵੀ ਵਿੱਚੋਂ ਛੁੱਟੀਆਂ 'ਚ ਤੇ ਮੈਂ ਮੀਟਿੰਗ ਅਟੈਂਡ ਕਰਦਾ ਹੁੰਦਾ ਸੀ ਉਦੋਂ ਦਿੱਲੀ ਤੋਂ ਆ ਕੇ ਵੀ। ਪਰ ਤੁਸੀਂ ਗਏ ਸੀ ਕਿ ਤੁਸੀਂ ਸੁਖਦੇਵ ਨੂੰ ਦਿੱਤਾ ਸੀ ਸਭ? ਮੈਂ ਬਿਲਕੁਲ ਬਿਲਕੁਲ ਬਿਲਕੁਲ। ਔਰ ਮੈਂ ਇਹ ਵੀ ਇਸ ਲਈ ਵੀ ਸੀਗਾ ਕਿ ਪਲਸ ਮੰਚ ਨੇ ਬੜੇ ਵੱਡੇ ਕੰਮ ਕੀਤੇ ਹੋਏ, ਬੜੀਆਂ ਵੱਡੀਆਂ ਪੈੜਾਂ ਸਿਰਜੀਆਂ, ਬੜੇ ਵੱਡੇ ਮੇਲੇ ਲਾਏ, ਵੱਡੀਆਂ ਹਸਤੀਆਂ। ਮੈਨੂੰ ਯਾਦ ਹੈ ਸ਼ੁਰੂ 'ਚ ਹਮਦਰਦਵੀਰ ਨਸ਼ਹਿਰਵੀ, ਸੁਰਜੀਤ ਪਾਤਰ ਹੁਰੀ ਔਰ ਸਾਰੇ ਕਹਿੰਦੇ ਕਹਾਉਂਦੇ ਲੇਖਕ ਨਾਟਕਕਾਰ ਹਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਸੀ ਐਜ਼ ਏ ਮੈਂਬਰ ਉਹਦੇ। ਪਰ ਹੌਲੀ ਹੌਲੀ ਇਹ ਸਾਰਾ ਪਲਸ ਮੰਚ ਸੁੰਗੜ ਕੇ ਸਿਰਫ 6-7 ਜਣਿਆਂ ਜੋਗਾ ਹੀ ਰਹਿ ਗਿਆ। ਇਹਦੇ ਕੀ ਕਾਰਨ ਹੋਵੇ? ਦੇਖੋ ਇਹ ਸਵਾਲ ਤਾਂ ਤੁਹਾਡਾ ਇੱਕ ਹੱਦ ਤੱਕ ਮੇਰੇ ਤੇ ਵੀ ਹੈ, ਪਰ ਵਧੀਆ ਜਵਾਬ ਇਹਦਾ ਅਮੋਲਕ ਭਾਵਰੀ ਦਾ ਖੰਨਾ ਜੀ ਦੇ ਸਕਦੇ ਨੇ। ਪਰ ਮੈਂ ਫਿਰ ਵੀ ਇੱਕ ਆਪਣਾ ਆਬਜ਼ਰਵੇਸ਼ਨ ਜੀ ਜ਼ਰੂਰ ਸਾਂਝੀ ਕਰ। ਹਾਂ, ਆਬਜ਼ਰਵੇਸ਼ਨ ਮੇਰੀ ਇਹ ਹੈ ਕਿ ਗੁਰਸ਼ਰਨ ਸਿੰਘ ਹੋਰੀ ਜਦੋਂ ਲੀਡ ਕਰਦੇ ਸੀਗੇ, ਆਪਾਂ ਤਾਂ ਉਹਨਾਂ ਟਾਈਮਾਂ ਦੇ ਵਿੱਚ ਵੀ, ਮੈਂ ਤਾਂ 82 ਦੇ ਵਿੱਚ ਜਦੋਂ ਬਣਦਾ ਉਦੋਂ ਵੀ ਮੇਰੀ ਟੀਮ ਲੋਕਲ ਮੰਚ ਸੀਗੀ, ਉਹਦੇ ਡਿਊ ਟੂ ਮੈਨੂੰ ਉਹਨਾਂ ਨੇ ਸੂਬਾ ਦੇ ਵਿੱਚ ਲੈ ਲਿਆ ਸੀ, ਹੈ ਨਾ। ਹਾਂ, ਆਪਾਂ ਦੇਖਦੇ ਆਉਂਦੇ ਆ, ਪਰ ਮੈਂ ਇੱਕ ਮਹਿਸੂਸ ਕਰਦਾ ਕੇਵਲ ਜੀ ਕਿ ਉਦੋਂ ਗੁਰਸ਼ਰਨ ਸਿੰਘ ਦੀ ਇੱਕ ਪੋਲੀਟੀਕਲ ਥਾਟ ਨਿਸ਼ਚਿਤ ਰੂਪ ਦੇ ਵਿੱਚ ਸੀਗੀ, ਗੱਲ ਸਮਝ ਆਉਂਦੀ ਹੈ। ਪਰ ਦੂਜੀ ਇਹ ਸੀਗੀ ਕਿ ਉਹ ਕਿਸੇ ਪੋਲੀਟੀਕਲ ਧਿਰ ਦੇ ਪ੍ਰਤੀਨਿਧ ਨਹੀਂ ਸੀ। ਹਾਂ ਬਿਲਕੁਲ। ਓਵਰਆਲ ਪੋਲੀਟੀਕਲ ਥਾਟ ਹੋਣਾ, ਮੈਂ ਵੀ ਕਹਿ ਸਕਦਾ ਕਿ ਮੈਂ ਕਿਸੇ ਧਿਰ ਦਾ ਪ੍ਰਤੀਨਿਧ ਨਹੀਂ ਹਾਂ। ਜੋ ਭਾਜੀ ਦਾ ਇਹ ਸੀਗਾ ਕਿ ਉਹ ਬੜਾ, ਉਹਨਾਂ ਦੀ ਆਰਗੇਨਾਈਜ਼ਿੰਗ ਕੈਪੈਸਿਟੀ ਬਹੁਤ ਸੀ। ਬਿਲਕੁਲ। ਹੁਣ ਕੀ ਹੈ ਕਿ ਜਿਹੜੇ ਬੰਦੇ ਬਾਅਦ ਦੇ ਵਿੱਚ ਆਉਂਦੇ ਨੇ ਜਾਂ ਬਾਅਦ ਦੇ ਵਿੱਚ ਪਲਸ ਮੰਚ ਦਾ ਸਰੂਪ ਬਣਦਾ, ਹੌਲੀ ਹੌਲੀ ਇਹ ਧਿਰਾਂ ਦੇ ਅਕੋਰਡਿੰਗ ਬਣਨ ਲੱਗ ਗਿਆ। ਧਿਰਾਂ ਤੁਸੀਂ ਸਮਝਦੇ ਹੋ ਕਿ ਪੋਲੀਟੀਕਲ ਗਰੁੱਪਸ ਨੇ ਜਿਹੜੇ, ਉਹਨਾਂ ਨੂੰ ਮੈਨੂੰ ਲੱਗਦਾ ਕਿ ਪਲਸ ਮੰਚ ਨੂੰ ਨਾ ਇੱਕ ਕਲਾਕਾਰਾਂ ਦੀ, ਚੰਗੇ ਕਲਾਕਾਰਾਂ ਦੀ, ਹੁਣ ਕੀ ਹੈ ਕਿ ਸਰਦਲ ਤੁਸੀਂ ਗੱਲ ਕੀਤੀ ਨਹੀਂ ਨਿਕਲ ਰਿਹਾ, ਸਾਹਿਤਕ ਪ੍ਰੋਗਰਾਮ ਇਕੱਲਾ ਹੇਮ ਜੋਤੀ ਸਮਾਗਮ ਤੱਕ ਸਿਮਟ ਗਿਆ ਹੈ ਜੀ, ਕੋਈ ਕਿਤੇ ਕੋਈ ਚਰਚਾ ਨਹੀਂ ਕਰਵਾਈ ਜਾਂਦੀ। ਅੱਛਾ, ਅਮੋਲਕ ਹੋਰੀ ਮੈਂ ਉਹਨਾਂ ਦੀ ਐਬਸੈਂਸ ਦੇ ਵਿੱਚ ਵੀ ਤਾਰੀਫ ਕਰੂੰਗਾ ਕਿ ਥੋੜਾ ਜਿਹਾ ਧੁਰਲੀਆਂ ਮਾਰਦੇ ਨੇ, ਉਦੋਂ ਬਿਨਾਂ ਕਿਸੇ ਦੀ ਕੋਈ ਬਹੁਤੀ ਕੰਟਰੀਬਿਊਸ਼ਨ ਮੈਨੂੰ ਨਹੀਂ ਨਜ਼ਰ ਆਉਂਦੀ। ਐਵੇਂ ਝੂਠ ਬੋਲੀਏ ਤਾਂ ਕਹਿ ਸਕਦੇ ਹਾਂ, ਪਰ ਮੰਨ ਲਓ ਮੈਂ ਇਹ ਕਹਿ ਸਕਦਾ ਕਿ ਮੈਂ ਗੁਰਸ਼ਰਨ ਭਾਜੀ ਹੋਰਾਂ ਦੀ ਡਾਕੂਮੈਂਟਰੀ ਜਿਹੜੀ ਆ ਉਹਨਾਂ ਦੀ ਲਾਈਫ ਤੇ ਬਣਾਈ, ਪੂਰਾ ਜ਼ੋਰ ਲਾ ਕੇ ਬਣਾਈ, 3 ਮਹੀਨੇ ਲਗਾਤਾਰ ਮੈਂ ਤੁਰਿਆ, ਤੁਹਾਡੇ ਕੋਲ ਵੀ ਆਇਆ ਹੋ ਸਕਦਾ। ਅਦਰਵਾਈਜ਼ ਸਾਡੇ ਸਾਹਮਣੇ ਮੈਨੂੰ ਲੱਗਦਾ ਕਿ ਪ੍ਰੋਜੈਕਟ ਹੀ ਅਸੀਂ ਸੀਮਤ ਰੱਖ ਲਏ ਕਿ ਇੱਕ ਮੇਲਾ ਇਹ ਕਰਨਾ, ਇੱਕ ਉਹ ਹੈ। ਜਿਵੇਂ ਮੈਂ ਇੱਕ ਸ਼ਬਦ ਵਰਤੇ ਸੀ ਕਿਸੇ ਜਗ੍ਹਾ ਤੇ ਡਿਸਕਸ਼ਨ ਦੇ ਵਿੱਚ ਕਿ ਅਸੀਂ ਮਿੱਟੀ ਕੱਢਣ ਨਹੀਂ ਜਾਂਦੇ ਹੁੰਦੇ ਸੀ ਕਿ ਫਲਾਣੇ ਬਾਬੇ ਦੀ ਸੁੱਖਣਾ ਨਹੀਂ ਸੁੱਖੀ ਹੁੰਦੀ ਸੀਗੀ। ਇਹ ਸੁੱਖਣ ਦਾ ਮਾਮਲਾ ਥੋੜਾ, ਇਹ ਇੱਕ 2 ਮੇਲਿਆਂ ਦਾ ਮਾਮਲਾ ਥੋੜਾ, ਤੇ ਇੱਕ ਰੈਗੂਲਰ ਇੱਕ ਮੂਵਮੈਂਟ ਹੋਣੀ ਚਾਹੀਦੀ ਆ। ਮੂਵਮੈਂਟ ਨਹੀਂ,
ਤੇ ਸਾਡੀ ਇਸ ਚੀਜ਼ ਨੂੰ ਹੁਣ ਮੰਨ ਲਾ ਕਮਲਜੀਤ ਖੰਨਾ ਹੋਰੀ ਨੇ, ਅਮੋਲ ਪੁਰੀ, ਇਹਨਾਂ ਨੂੰ ਬੈਠ ਕੇ ਦਾ ਵਿਚਾਰ ਕਰਨੀ ਚਾਹੀਦੀ ਹੈ ਕਿ ਤੁਸੀਂ ਮੰਨ ਲਾ ਕੀ ਕੀਤਾ, ਇੱਕ ਸਾਹਿਬ ਸਿੰਘ ਦੀ ਟੀਮ ਬਣਾ ਲਈ, ਇੱਕ ਸੰਗੀਤਾ ਗੁਪਤਾ ਦੀ ਬੁਲਾ ਲਈ, ਇੱਕ ਉਹਨਾਂ ਨੂੰ ਇਕੱਠੇ ਕਰ ਲਿਆ, ਇੱਕ ਕੇਵਲ ਨੂੰ ਕਹਿਤਾ, ਇੱਕ ਉਹ। ਮੈਨੂੰ ਲੱਗਦਾ ਕਿ ਇਸ ਤਰ੍ਹਾਂ ਰੰਗਮੰਚ ਦੀ ਇਹ ਜਿਹੜੀ ਧਾਰਾ ਹੈ ਜਿਹੜੀ ਨੂੰ ਰੈਗੂਲਰ ਤੋਰਨਾ ਸੀ, ਉਹ ਨਹੀਂ ਤੁਰ ਰਹੀ। ਮੈਂ ਤਾਂ ਇਹਦਾ ਕਾਰਨ ਕਿਤੇ ਪੰਜਾਬ ਦੇ ਪੋਲਿਟਿਕਸ ਦਾ ਵੀ ਇੱਕ ਰੋਲ ਹੈ। ਜਦੋਂ ਗੁਰਸ਼ਰਨ ਸਿੰਘ ਹੋਰਾਂ ਦੀ ਡੈਥ ਹੁੰਦੀ ਹੈ ਉਦੋਂ ਵੀ ਥੋੜੀ ਜਿਹੀ ਇੱਕ ਕਨਫਲਿਕਟ ਦਿਖਾਈ ਦਿੰਦੀ ਹੈ। ਉਦੋਂ ਬਾਅਦ ਵੀ ਮੈਂ ਡਿਸਅਪੁਆਇੰਟਡ ਆ ਬੁਰੀ ਤਰ੍ਹਾਂ, ਮੈਂ ਖਾਸਾ ਬੋਲ ਸਕਦਾ। ਮੈਨੂੰ ਲੱਗਦਾ ਕਿ ਇਹ ਪਲਸ ਮੰਚ ਇਸ ਵੇਲੇ ਅਗਲਾ ਕਹਿ ਸਕਦਾ ਵੀ ਤੂੰ ਸੂਬਾ ਕਮੇਟੀ 'ਚ ਨਹੀਂ ਹੈ, ਪਰ ਮੈਂ ਉਦੋਂ ਪਹਿਲਾਂ ਵੀ ਇਹੀ ਕਹਿੰਦਾ ਸੀਗਾ ਕਿ ਪਲਸ ਮੰਚ ਜਿਹੜਾ ਹੈਗਾ ਇਹਨੂੰ ਪੋਲੀਟੀਕਲ ਮੋਟਿਵ ਤੋਂ ਹਟਾ ਕੇ ਤੁਸੀਂ ਰੰਗਮੰਚ ਦੀਆਂ ਦੁਨੀਆ ਦੇ, ਸਾਹਿਤ ਦੀ ਦੁਨੀਆ ਦੇ। ਨਹੀਂ, ਤੁਹਾਡੀ ਗੱਲ ਮੈਨੂੰ ਸਮਝ ਆ ਗਈ ਹੈ। ਸੋ ਮੈਂ ਬਾਕੀ ਦੋਸਤਾਂ ਨੂੰ ਕਿਸੇ ਨੇ ਕੋਈ ਸਵਾਲ ਜਾਂ ਕੋਈ ਕਮੈਂਟ ਕਰਨਾ ਹੋਵੇ ਮਾਸਟਰ ਤਰਲੋਚਨ ਹੋਰਾਂ ਦੇ ਨਾਲ, ਕੋਈ ਦੋਸਤ? ਹਾਂ, ਡਾਕਟਰ ਜਸਵਿੰਦਰ ਹੋਰੀ ਕੁਝ ਕਹਿਣਾ ਚਾਹੁੰਦੇ ਆ, ਪਟਿਆਲਾ ਯੂਨੀਵਰਸਿਟੀ। ਜੀ। ਹਾਂਜੀ, ਪਹਿਲਾਂ ਤਾਂ ਸਲਾਮ ਆ ਜੀ ਸਾਰੇ, ਆਪਣਾ ਧਾਲੀਵਾਲ ਸਾਹਿਬ ਤੁਹਾਨੂੰ ਵੀ ਤੇ ਮਾਸਟਰ ਜੀ ਤੁਹਾਨੂੰ ਵੀ। ਸੋ ਮੈਂ 91-92 ਦੇ ਵਿੱਚ ਜਦੋਂ ਪਲੱਸ 1 ਦੇ ਵਿੱਚ ਪੜ੍ਹਦਾ ਸੀ ਜੀ, ਮੈਂ ਰਾਮਪੁਰਾ ਫੂਲ ਦੇ ਤੋਂ ਬਿਲੋਂਗ ਕਰਦਾ। ਰਾਮਪੁਰਾ ਫੂਲ ਦੇ ਨਾਲ ਮੇਰਾ ਪਿੰਡ ਹੈ ਰਾਮਪੁਰਾ ਜੀ। ਤੁਸੀਂ ਸਾਡੇ ਉਦੋਂ ਬਾਹਰ ਦੀਆਂ ਗੋਲੀਆਂ ਦੀ ਗੱਲ 92 ਦੇ ਵਿੱਚ, ਸਾਨੂੰ ਸਾਡੇ ਘਰ ਦੇ ਨਾਟਕ ਦੇਖਣ ਵੀ ਨਹੀਂ ਸੀ ਜਾਣ ਦਿੰਦੇ ਹੁੰਦੇ। ਤੇ ਅਸੀਂ ਭੱਜ ਕੇ ਜਾਂਦੇ ਹੁੰਦੇ ਸੀ ਵੀ ਯਾਰ ਬਿਨਾਂ ਦੱਸੇ ਜੀ ਇੱਕ ਵਾਰੀ ਬੋਚ ਕੇ ਜੇ ਨਿਕਲ ਜੀ ਆਉਂਦਿਆਂ ਨੂੰ ਆਪੀ ਬਾਰ ਖੋਲਣਗੇ। ਮੈਨੂੰ ਪਤਾ ਸਾਡੇ ਇੱਥੇ ਤੁਸੀਂ ਸਾਡੇ ਜੀ ਰਾਮਪੁਰਾ ਫੂਲ ਇੱਕ ਵਾਰ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਵਿੱਚ ਕਾਫੀ ਥਾਂ ਸੀ, ਉੱਥੇ ਇਹ ਦੋਏ ਨਾਟਕ ਖੇਡੇ, 60-70 ਪੁਰਸ਼ ਹਾਰ ਗਏ। ਉਸ ਤੋਂ ਬਾਅਦ ਜਦੋਂ ਹੁਣ ਅਸੀਂ ਦਫ਼ਤਰਾਂ ਦੇ ਵਿੱਚ ਜਾਂਦੇ ਸੀ ਜੀ, ਅਸੀਂ ਉਦੋਂ ਸਾਰੇ ਇਕੱਠੇ ਸੀਗੇ, ਅਸੀਂ ਵੀ ਥੋੜਾ ਬਹੁਤਾ ਇੱਧਰ ਸਾਡੇ PSU ਦਾ ਵੀ ਯੂਨਿਟ ਉਦੋਂ ਬਣ ਗਿਆ ਸੀ ਸਾਡੇ, ਇੱਕ ਵਾਰੀ ਤਾਂ 13 ਖਤਮ ਹੋ ਗਿਆ ਸੀ, ਦੁਬਾਰਾ ਫਿਰ 91-92 ਦੇ ਵਿੱਚ ਬਣਨਾ ਸ਼ੁਰੂ ਹੋ ਗਿਆ ਸੀ। ਮੇਰੇ ਪਿਤਾ ਜੀ ਵੀ ਸੰਤ ਰਾਮ ਉਦਾਸੀ ਹੋਰਾਂ ਦੇ ਨਾਲ, ਗੁਰਸ਼ਰਨ ਭਾਜੀ ਹੋਰਾਂ ਦੇ ਡਰਾਮੇ ਸਾਡੇ ਪਿੰਡ ਕਰਾਉਂਦੇ ਰਹੇ ਆ ਬਹੁਤ ਪਹਿਲਾਂ। ਤੇ ਉਦੋਂ ਫਿਰ ਜਦੋਂ ਤੁਸੀਂ ਉੱਥੇ ਇੱਕ ਡਾਇਲੋਗ ਬੋਲਦੇ ਸੀ ਵੀ ਨਵੀਂ ਜੰਤਰੀ ਨਵੀਂ ਪੁੱਛਿਆ ਰੁਪਈਏ ਕੱਢਦੇ 5 ਤੂੰ ਭਗਤਾ। ਹਾਂਜੀ ਹਾਂ। ਤੇ ਉਹ ਫਿਰ ਜਦੋਂ ਕਿਤੇ ਜੀ ਅਸੀਂ ਜਾਂਦੇ ਦਫ਼ਤਰ ਦੇ ਵਿੱਚ, ਸਾਨੂੰ ਐਂ ਲੱਗਦਾ ਵੀ ਇਹ ਬੰਦਾ ਯਾਰ ਸਾਡੇ ਤੋਂ ਕੋਈ ਰਿਸ਼ਵਤ ਮੰਗਦਾ, ਚਾਹੇ ਉਹ ਅਸੀਂ ਪਾਸ ਬਣਾਉਣ ਜੋ ਵੀ ਕੁਝ ਜਾਂਦੇ, ਤਾਂ ਉੱਥੇ ਫਿਰ ਅਸੀਂ ਤੁਹਾਡਾ ਇਹ ਬੋਲਦੇ ਵੀ ਇਹ ਤਾਂ ਯਾਰ ਨਵੀਂ ਜੰਤਰੀ ਨਵੀਂ ਪੁੱਛਿਆ ਮਿੱਤਰਾ, ਇੱਥੇ ਆਏ ਨਹੀਂ ਕੰਮ ਲੋਟ ਹੋਣਾ। ਤਾਂ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਵਾਰੀ ਸਾਡੇ ਜੀ ਬੜੀ ਇੰਟਰਸਟਿੰਗ ਗੱਲ ਇਹ ਬਣੀ ਵੀ ਤੁਸੀਂ ਇੱਥੇ ਸਾਡੇ ਨਾਲ ਕਰਿਆੜ ਵਾਲਾ ਪਿੰਡ ਹੈ, ਉੱਥੇ ਜੀਦਾ ਜੀ ਵੀ ਆਏ ਹੋਏ ਸੀ, ਤੁਸੀਂ ਵੀ ਸੀਗੇ, ਤੇ ਅਸੀਂ ਇੱਥੋਂ 7-8-9 ਕਿਲੋਮੀਟਰ ਬਣਦਾ ਸੀ ਰਾਤ ਨੂੰ ਸਾਈਕਲਾਂ ਤੇ ਇੱਥੋਂ ਚੱਲ ਪਏ ਤੇ ਜੀ ਪ੍ਰੋਗਰਾਮ 7 ਵਜੇ ਸ਼ੁਰੂ ਹੋ ਗਿਆ। ਉਧਰੋਂ ਕਿਤੇ ਬੱਦਲ ਉੱਠ ਖੜਿਆ ਜੀ, ਤੇ ਉਹ ਜਿਹੜੇ ਹੁਣ ਕੁਝ ਧਰਮ ਦੇ ਵਸਦੇ ਬੰਦੇ ਸੀ ਉਹ ਕਹਿੰਦੇ ਵੀ ਇਹ ਨਾਸਤਕ ਬੰਦੇ ਆ, ਰੱਬ ਨੂੰ ਮੰਨਦੇ ਨਹੀਂ, ਤੇ ਅੱਜ ਤਾਂ ਇਹਨਾਂ ਦਾ ਜਿਹੜਾ ਢਿਮਟਾਣਾ ਸਾਰਾ ਕੁਝ ਭਿੱਜੂਗਾ, ਰੱਬ ਇਹਨਾਂ ਤੇ ਕਰੋਪ ਆ। ਉਹ ਕਿਤੇ ਹਵਾ ਜੀ ਚੱਲ ਪਿਆ ਕਰੇ, ਬੱਦਲ ਜਾ ਉੱਠਿਆ ਕਰੇ, ਫੇਰ ਲੰਘ ਜਾ ਕਰੇ, ਹੋਰ ਹੋ ਜਾ ਕਰੇ। ਤੇ ਉਦੋਂ ਮੁੜ ਕੇ ਜੀ ਉਹ ਸਾਰਾ ਪ੍ਰੋਗਰਾਮ ਬੜੇ ਵਧੀਆ ਸਫਲਤਾ ਨਾਲ ਲੰਘਿਆ, 60-37 ਵੀ ਖੇਡਿਆ, ਤੇ ਉਹ ਸਾਰਾ ਜਿੰਨਾ ਵੀ ਆਪਣਾ ਸੀ ਉਹ ਸਾਰਾ ਬਹੁਤ ਵਧੀਆ ਹੋਇਆ। ਤਾਂ ਉਸ ਤੋਂ ਮਗਰੋਂ ਫਿਰ ਜਿਹੜਾ ਉਹ ਸਟੇਜ ਦਾ ਮੰਚ ਦਾ ਸੰਚਾਲਨ ਕਰਦਾ ਉਹ ਕਵੀਸ਼ਰ ਸੀ ਜੀ। ਉਹਨੇ ਬੜੀ ਵਧੀਆ ਫਿਰ ਟੀਚਰ ਦੇ ਨਾਲ ਐਂਡ ਕੀਤਾ, ਉਹ ਕਹਿੰਦਾ ਰੱਬ ਕਲਾ ਤੁਹਾਡਾ ਨਹੀਂ ਬੰਨਿਆ, ਹੁਣ ਰੱਬ ਨੂੰ ਅਸੀਂ ਵੀ ਬੰਨ ਲਿਆ। ਬਿਲਕੁਲ। ਹਾਂ, ਸੋ ਮਾਸਟਰ ਜੀ ਅਸੀਂ ਬਹੁਤ ਧੰਨਵਾਦੀ ਹਾਂ ਧਾਲੀਵਾਲ ਸਾਹਿਬ ਤੁਹਾਡੇ ਵੀ, ਤੇ ਲਹਿਰਾਂ ਦੇ ਨਾਲ ਤੁਰਦਿਆਂ ਮੈਂ ਕਿਤਾਬ ਪੜ੍ਹੀ ਤਾਂ ਉਹ ਵੀ ਮੈਨੂੰ ਬੜਾ ਚਾਨਣ ਹੋਇਆ ਸਰ ਸਾਰੀਆਂ ਲਹਿਰਾਂ ਦੇ ਬਾਰੇ 'ਚ। ਤੇ ਤੁਹਾਡਾ ਮੈਂ ਸਮਝਦਾ ਵੀ ਇਕੱਲੇ ਅਸੀਂ ਨਹੀਂ, ਬਹੁਤ ਬੰਦੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਤੁਹਾਡੇ ਤੋਂ ਤੇ ਜੀਦਾ ਜੀ ਅੰਤ ਦੀ ਜਿਹੜੀ ਇਨਕਲਾਬੀ ਗਾਇਕੀ ਦੇ ਵਿੱਚੋਂ ਬੜੀ ਸੇਧ ਲਈ ਹੈ ਜੀ, ਬੜਾ ਤੁਸੀਂ ਨੇ ਉਹ ਕੀਤਾ। ਹਾਂ, ਪਲਸ ਮੰਚ ਦੇ ਬਾਰੇ 'ਚ ਮੈਨੂੰ ਵੀ ਬੜਾ ਅਫਸੋਸ ਹੈ, ਜਦੋਂ ਗੁਰਸ਼ਰਨ ਭਾਜੀ ਇੱਕ ਕੈਸਟ ਉਹਨਾਂ ਨੇ ਸੰਤ ਰਾਮ ਉਦਾਸੀ ਜਾਂਦੀ ਜਿਹੜਾ ਲੰਡਨ ਦੇ ਵਿੱਚ ਲੇਬਰ ਪਾਰਟੀ ਦੀ ਮਦਦ ਦੇ ਨਾਲ ਰਿਕਾਰਡ ਹੋਈ ਸੀ ਉੱਥੇ, ਉਹ ਸਾਡੇ ਪਿੰਡ ਜਦੋਂ ਗੁਰਸ਼ਰਨ ਭਾਜੀ ਉਹ ਕੈਸਟਾਂ ਲੈ ਕੇ ਆਏ ਤੇ ਉੱਥੋਂ ਬੋਲਿਆ ਕਿ ਸੰਤ ਰਾਮ ਉਦਾਸੀ ਦੀ ਆਪਣੀ ਆਵਾਜ਼ ਦੇ ਵਿੱਚ ਜਿਹੜਾ ਅਸੀਂ ਰਿਕਾਰਡ ਕੀਤਾ ਸੀ ਲੰਡਨ ਦੇ ਵਿੱਚ, ਅਸੀਂ ਉਹਦੇ ਤੋਂ ਕੈਸਟ ਤਿਆਰ ਕੀਤੀ। ਤਾਂ ਉਹ ਜਿੰਨੀਆਂ ਵੀ ਕੈਸਟਾਂ ਲੈ ਕੇ ਆਏ ਸੀ ਉਹ, ਤੇ ਬਲਰਾਜ ਸਾਹਨੀ ਪ੍ਰਕਾਸ਼ਨ ਤਹਿਤ ਉਹ ਪ੍ਰਕਾਸ਼ਨ ਤਹਿਤ ਜਿਹੜੀਆਂ ਕਿਤਾਬਾਂ ਲੈ ਕੇ ਆਏ ਸੀ, ਤਾਂ ਇੱਕ ਵੀ ਉਹ ਨਹੀਂ ਸੀ ਬਚੀ, ਨਾ ਕੈਸਟ ਤੇ ਨਾ ਕਿਤਾਬ। ਬਿਲਕੁਲ। ਸੋ ਪਲਸ ਮੰਚ ਦਾ ਇੰਨਾ ਵੱਡਾ ਉਹ ਸੀ। ਮੈਨੂੰ ਇਉਂ ਲੱਗਦਾ ਵੀ ਜਿਹੜੀ ਕਲਾ ਦੇ ਉੱਤੇ ਸਾਡਾ ਕੁਝ ਸਿਧਾਂਤਕ, ਕੁਝ ਰਾਜਨੀਤੀ, ਕਿਉਂਕਿ ਦੇਖੋ ਕਲਾਕਾਰ ਦਾ ਇੱਕ ਵੱਖਰਾ ਕੰਮ ਹੁੰਦਾ ਸਿਧਾਂਤਕ ਬੰਦਿਆਂ ਦੇ ਨਾਲੋਂ। ਸਿਧਾਂਤ ਕਲਾਕਾਰ ਦਾ ਦੇਖੋ ਵਿਚਾਰਧਾਰਕ ਹੋਣਾ ਬਹੁਤ ਜ਼ਰੂਰੀ ਆ,
ਪਰ ਉਹਨੂੰ ਵਿਚਾਰਧਾਰਕ ਤੋਂ ਬਾਅਦ ਜਿਹੜੀ ਅਸੀਂ ਉਹਦੇ ਉੱਤੇ ਠੋਸਦੇ ਆ ਨਾ ਵਿਚਾਰਧਾਰਾ, ਫਿਰ ਉਹ ਕਲਾਕਾਰ ਭੱਜ ਜਾਂਦਾ ਜੀ ਉਹਦੇ ਤੋਂ। ਬਾਕੀ ਇੱਕ ਚੀਜ਼ ਇਹ ਵੀ ਲੱਗੀ ਹੈ ਮੈਨੂੰ, ਜਿਉਂ ਕਿ ਜਦੋਂ ਮੈਂ ਦੇਖਦਾ ਰਿਹਾ, ਕਿਉਂਕਿ ਅਸੀਂ ਵੀ ਜੀ ਮੇਲੇ ਵਗੈਰਾ ਲਾਉਂਦੇ ਰਹੇ ਹਾਂ, ਹਰਦਿਆਲ ਸੂਫੀ ਜੀ, ਰੁਪਾਲ ਹੋ ਰਹੇ ਸੀ, ਅਸੀਂ ਕਲਚਰਲ ਪਾਸੇ ਤੋਂ ਜਾਂਦੇ ਰਹੇ ਹਾਂ। ਤਾਂ ਜਿਹੜਾ ਪਿਛਲੇ 10 ਕੁ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਕਲੱਬਾਂ ਦਾ ਰੁਝਾਨ ਬਦਲਿਆ, ਜਿਹੜਾ ਆਪਾਂ ਨੇ ਇਹ ਗੱਲ ਕੀਤੀ ਨਾ ਵੀ ਮੇਲੇ ਕਿਉਂ ਘਟ ਗਏ, ਜਿਹੜਾ ਕਲੱਬਾਂ ਦਾ ਰੁਝਾਨ ਬਦਲਿਆ, ਉਹਨਾਂ ਨੂੰ 200 ਭਾਂਡੇ ਦਿੱਤੇ ਜੀ, ਉਹਨਾਂ ਨੂੰ ਆਹ ਦਿੱਤਾ ਜੀ, ਉਹਨਾਂ ਨੂੰ ਆਹ ਦਿੱਤਾ ਜੀ। ਸੋ ਘੜਮ ਚੌਧਰੀ ਇੱਦਾਂ ਦੇ ਆ ਗਏ ਜਿਹੜੇ ਇਸ ਵਿਚਾਰਧਾਰਾ ਨਾਲ ਜੁੜੇ ਨਹੀਂ ਹੋਏ, ਸਮਾਜ ਨਾਲ ਉਹਨਾਂ ਨੂੰ ਕੋਈ ਸਰੋਕਾਰ ਨਹੀਂ, ਲੋਕਾਂ ਦੀ ਮਾਨਸਿਕਤਾ ਨੂੰ ਉਹ ਬਦਲਣ ਦੇ ਹੱਕ 'ਚ ਹੀ ਨਹੀਂ ਹਨ। ਇਸ ਕਰਕੇ ਵੀ ਸਾਡੀ ਥੋੜੀ ਪ੍ਰੋਬਲਮ ਆਈ। ਬਿਲਕੁਲ ਤੁਸੀਂ ਠੀਕ ਐਨਾਲਿਸਿਸ ਕੀਤਾ। ਇਹ ਜਿਹੜੀਆਂ ਚੀਜ਼ਾਂ ਆਈਆਂ ਨੇ ਇਹਦੇ ਨਾਲ ਬੜਾ ਕੁਝ ਬਦਲਿਆ, ਸਮਾਜਿਕ ਤੌਰ ਤੇ ਆਰਗੇਨਾਈਜੇਸ਼ਨਲੀ ਬਹੁਤ ਕੁਝ ਬਦਲਿਆ, ਔਰ ਲਾਲਚ ਵੀ ਕਈ ਤਰ੍ਹਾਂ ਦੇ ਵੱਧ ਗਏ ਉਹਦੇ ਨਾਲ। ਬਹੁਤ ਵੱਧ ਗਏ ਜੀ, ਬਹੁਤ ਵੱਧ ਗਏ। ਇੱਕ ਖਰਚੇ ਵੀ ਵੱਧ ਗਿਆ ਸਰ, ਖਰਚੇ ਵੀ ਵੱਧ ਗਿਆ ਜੀ। ਹਾਂਜੀ, ਕੋਈ ਹੋਰ ਦੋਸਤ ਕੁਝ? ਮੈਂ ਨਾ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਸਾਡੇ ਨਾਟਕਾਂ ਨੂੰ ਬੁਲਾਇਆ, ਸਾਨੂੰ ਨਾਟਕ ਕਰਵਾਏ। ਬਿਲਕੁਲ ਪੰਜਾਬ ਦੇ ਵਿੱਚ ਜਦ ਅਸੀਂ 97 ਦੇ ਵਿੱਚ ਮੈਂ ਤੇ ਭਾਜੀ ਅਸੀਂ ਗਏ ਸੀਗੇ, ਬਾਹਰ ਵੀ ਗਏ ਅਸੀਂ ਨਾ, ਉਹਨਾਂ ਸਾਰੇ ਲੋਕ ਸਾਡੇ ਮਤਲਬ ਸਤਿਕਾਰ ਦੇ ਜਾਂ ਮਤਲਬ ਸਤਿਕਾਰ ਦੇ ਜਾਂ ਕਹਿ ਲਓ ਕਿ ਪਾਤਰ ਨੇ, ਜਿਹੜੇ ਜਿਨ੍ਹਾਂ ਲੋਕਾਂ ਨੇ ਸਾਨੂੰ ਝੱਲਿਆ ਉਦੋਂ। ਬਿਲਕੁਲ ਬਿਲਕੁਲ ਇੰਨਾ ਸੌਖਾ ਨਹੀਂ ਸੀਗਾ, ਸੋ ਅਸੀਂ ਕਰਨਾ ਹੀ ਸੀਗਾ। ਇਹਨਾਂ ਨੇ ਦੇਖਿਆ ਜਾਂ ਹੋਰ, ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਅਸੀਂ ਮੇਰੇ ਖਿਆਲ ਹੈ ਕਿ ਜ਼ਰੂਰ। ਜੀ ਜੀ, ਕੋਈ ਹੋਰ ਦੋਸਤ ਕੋਈ ਸਵਾਲ ਜਾਂ ਕੋਈ? ਹਾਂ ਤੁਸੀਂ ਜਸਪ੍ਰੀਤ ਜੀ ਆਪਣਾ ਮਾਈਕ ਔਨ ਕਰੋ, ਮਾਈਕ ਔਨ ਕਰੋ ਆਪਣਾ, ਆਡੀਓ ਥੋੜਾ ਬੋਲੇ। ਛੋਟੀ ਛੋਟੀ ਗੱਲ ਕਰੇ, ਸਾਡੇ ਕੋਲ ਬਹੁਤ ਜ਼ਿਆਦਾ ਟਾਈਮ ਹੋ ਗਿਆ, ਕਿਉਂਕਿ ਸਾਡੇ ਇਹਦੇ ਵਿੱਚ ਵਾਪੇ ਫਿਰ ਬੰਦ ਹੋ ਜਾਣਾ, ਨਹੀਂ ਤੇ ਤੁਹਾਡਾ ਸਾਡੀ ਜਟਾਣਿਆਂ ਦੀ ਪ੍ਰਤੀਨਿਧ ਹੈ ਮੇਰੇ ਖਿਆਲ ਨਹੀਂ ਚੱਲ ਰਿਹਾ, ਆਵਾਜ਼ ਨਹੀਂ ਆ ਰਹੀ। ਹੈਲੋ, ਹਾਂ ਹੁਣ ਬੋਲੋ ਹੁਣ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਪੈਸ਼ਲੀ ਮਾਸਟਰ ਤਲੋਚਨ ਜੀ ਦਾ, ਜਿਨ੍ਹਾਂ ਨੇ ਮੈਨੂੰ ਤੁਹਾਡੇ ਸਾਰਿਆਂ ਨਾਲ ਜੋੜਿਆ। ਤੇ ਮੈਂ ਤਾਂ ਆਈ ਐਮ ਨਥਿੰਗ, ਮੈਂ ਕੁਛ ਨਹੀਂ ਹੈਗੀ। ਜਸਟ ਮੈਂ ਜਦੋਂ ਮਾਸਟਰ ਤਲੋਚਨ ਜੀ ਸਾਡੇ ਪਿੰਡ ਹੁੰਦੇ ਸੀ ਟੀਚਰ, ਉਦੋਂ ਮਤਲਬ ਜਦੋਂ ਬਲਜਿੰਦਰੀ ਆ, ਉਹ ਵੀ ਬਲਜਿੰਦਰ ਕੌਰ, ਅਸੀਂ ਬਿੰਦਰੀਓ ਕਹਿੰਦੇ ਆ ਉਹਨੂੰ, ਮਾਸਟਰ ਜੀ ਨੂੰ ਪਤਾ, ਤੇ ਉਹ ਸਟੂਡੈਂਟ ਹੁੰਦੀ ਸੀਗੀ ਇਹਨਾਂ ਦੀ। ਤੇ 92 ਦੇ ਵਿੱਚ ਜਦੋਂ ਮੈਂ BA ਕਰਦੀ ਸੀਗੀ, ਉਦੋਂ ਮੈਨੂੰ ਨਾ ਪਿੰਡ ਦੇ ਵਿੱਚ ਜਟਾਣੇ ਵਿੱਚ ਉਹ ਸੀਗਾ ਮੈਥ ਦੇ ਟੀਚਰ ਨਹੀਂ ਸੀਗੇ, ਉਹਨਾਂ ਨੇ ਸਾਨੂੰ ਪਿੰਡ ਵਾਲਿਆਂ ਨੇ ਅਪੁਆਇੰਟ ਕਰ ਲਿਆ ਸੀ। ਉਸ ਦੌਰਾਨ ਮੈਂ ਇਹਨਾਂ ਦੇ ਜ਼ਿਆਦਾ ਕਲੋਜ਼ ਆਈ, ਤੇ ਕਿਵੇਂ ਇਹ ਨਾਟਕ ਕਰਦੇ ਸੀਗੇ, ਉਹ ਮੇਰਾ ਸਾਰਾ ਉਹ এনवायरमेंट ਸੀਗਾ। ਉਹ ਕੁਝ ਮੈਂ ਬਹੁਤ ਇਹਨਾਂ ਤੋਂ ਲਰਨ ਕੀਤਾ ਉਸ ਸਮੇਂ। ਬੱਬੂ ਮਾਨ ਹਜੇ, ਜਦੋਂ ਮੈਨੂੰ ਹੁਣ ਗੱਲ ਕਰਦੇ ਆ, ਜਟਾਣੇ ਦੀ ਪਿਕਚਰ ਬਣ ਗਈ, ਮਾਸਟਰ ਜੀ ਨੂੰ ਵੀ ਪਤਾ, ਉਹ ਦਰਖਤ ਦੇ ਥੱਲੇ ਬੈਠੇ ਹੁੰਦੇ ਸੀ, ਬੱਬੂ ਮਾਨ ਸਕੂਟਰ ਤੇ ਆਉਂਦਾ ਸੀ, ਮਾਸਟਰ ਜੀ ਮੈਨੂੰ ਮੌਕਾ ਦੇ ਦਿਓ ਵੀ ਮੈਂ ਗਾਣਾ ਗਾ ਲਵਾਂ। ਤੇ ਇਹ ਰੇੜੀ ਦੀ ਸਟੇਜ ਲੱਗੀ ਹੋਈ ਸੀਗੀ, ਇਹ ਬਹੁਤ ਪੁਰਾਣੀ ਗੱਲ ਹੈ, 92 ਦੀ ਹੋਊਗੀ, ਮੈਨੂੰ ਚੰਗੀ ਤਰ੍ਹਾਂ ਡੇਟਾਂ ਯਾਦ ਨਹੀਂ, ਕਿਉਂਕਿ ਮੈਨੂੰ 20 ਸਾਲ ਹੋ ਗਏ ਕੈਨੇਡਾ ਆਈ ਨੂੰ ਵੀ। ਮੈਂ ਪੰਜਾਬ ਬਾਰੇ ਕੁਝ ਨਹੀਂ ਬੋਲ ਸਕਦੀ, ਮੈਨੂੰ ਕੋਈ ਨੌਲੇਜ ਨਹੀਂ ਗੀ, ਤੇ ਪਰ ਮੈਨੂੰ ਉਹ ਮੈਮਰੀਜ਼ ਯਾਦ ਨੇ ਜੋ ਮਾਸਟਰ ਤਲੋਚਨ ਸਿੰਘ ਜੀ ਤੋਂ ਮੈਂ ਲਰਨ ਕੀਤੀਆਂ ਨੇ। ਰਾਈਟ ਨਾਓ ਮੈਂ ਇੱਥੇ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਲੈਂਗੁਏਜ ਟੀਚਰ ਹੈ, ਤੇ ਮੈਂ ਉਹ ਚੀਜ਼ਾਂ ਜੋ ਸਿੱਖੀਆਂ, ਮੋਨੋ ਐਕਟਿੰਗ, ਈਵਨ ਮੈਂ ਗੁਰਸ਼ਕਤੀ ਪਬਲਿਕ ਸਕੂਲ ਖਮਾਣੋਂ ਦੇ ਵਿੱਚ ਪੜ੍ਹਾਇਆ ਵੀ ਹੈ, ਉੱਥੇ ਸਾਰਾ ਕੁਝ ਕਰਵਾਇਆ, ਮੋਨੋ ਐਕਟਿੰਗ, ਗਿੱਧਾ, ਭੰਗੜਾ, ਕੋਰੀਓਗ੍ਰਾਫੀ, ਬਿਕਾਜ਼ ਆਫ ਮਾਸਟਰ ਤਲੋਚਨ ਸਿੰਘ ਜੀ, ਕਿਉਂਕਿ ਮੈਂ ਇਹਨਾਂ ਨੂੰ ਉਹ ਦੇਖਿਆ। ਇਹ ਟਰੂ ਗੱਲ ਹੈ, ਮੈਂ ਉਹਨਾਂ ਤੋਂ ਮਤਲਬ ਆਪਣੇ ਅੰਦਰ ਅਬਜ਼ੌਰਬ ਕਰਕੇ ਐਜ ਏ ਟੀਚਰ ਮੈਂ ਰੋਲ ਕਰਨਾ ਚਾਹੁੰਦੀ ਸੀ, ਮੈਂ ਕਰ ਨਹੀਂ ਸਕੀ, ਪਰ ਮੈਂ ਬੱਚਿਆਂ ਤੋਂ ਕਰਵਾਇਆ। ਤੇ ਮੈਂ ਹਰੇਕ ਸਾਲ ਬੈਸਟ ਟੀਚਰ ਦਾ ਮੈਨੂੰ ਅਵਾਰਡ ਮਿਲਦਾ ਸੀ। ਗੁਰਸ਼ਕਤੀ ਸਕੂਲ ਸਭ ਨੂੰ ਪਤਾ ਖਮਾਣੋਂ ਹੈਗਾ। ਤੇ ਉਹ ਤੋਂ ਬਾਅਦ ਕੈਨੇਡਾ ਚ ਆ ਕੇ ਵੀ ਮੈਂ, ਸਾਡਾ ਇੱਥੇ ਸਨਾਲਨਾ ਪ੍ਰੋਗਰਾਮ ਹੁੰਦਾ, ਇਹ ਗਵਰਨਮੈਂਟ ਦਾ ਹੀ ਸਕੂਲ ਹੈ, ਤੁਹਾਨੂੰ ਸਭ ਨੂੰ ਪਤਾ ਹੀ ਹੈ, ਇੰਟਰਨੈਸ਼ਨਲ ਲੈਂਗੁਏਜ ਸਕੂਲ ਹੁੰਦੇ ਨੇ। ਕੈਨੇਡਾ ਗਵਰਨਮੈਂਟ ਪ੍ਰਮੋਟ ਕਰਦੀ ਹੈ ਵੀ ਤੁਸੀਂ ਪੰਜਾਬੀ ਨੂੰ ਕਰੋ, ਮੈਂ ਬਹੁਤ ਗੁੱਡ ਫੀਲ ਕਰਦੀ ਹਾਂ ਪੰਜਾਬੀ ਨੂੰ ਪ੍ਰਮੋਟ ਕਰਨ ਲਈ। ਇੱਥੇ ਮੈਂ ਸਕਿੱਟਾਂ, ਨਾਟਕ ਬੱਚਿਆਂ ਦੇ ਤਿਆਰ ਕਰਵਾਉਣੀ ਆ। ਮੈਨੂੰ ਪਹਿਲਾਂ ਉਹਦੇ ਬਾਰੇ ਬਿਲਕੁਲ ਕੋਈ ਨੌਲੇਜ ਨਹੀਂ ਸੀ। ਜੋ ਕੁਛ ਅੱਜ ਮੈਂ ਹੈ, ਜਿਵੇਂ ਉਹ ਕਲਾਕਾਰੀ ਨਾਲ ਜੁੜੀ ਹੋਈ, ਬਿਕਾਜ਼ ਆਫ ਮਾਸਟਰ ਤਲੋਚਨ ਸਿੰਘ ਅਤੇ ਇਹਨਾਂ ਦਾ এনवायरमेंटल ਫੈਕਟਰ। ਮੈਂ ਸ਼ਾਰਟ ਵਿੱਚ ਹੀ ਕਹਿਣੀ ਆ, ਇਹਨਾਂ ਨੇ ਸਾਨੂੰ ਅੱਜ ਮੈਂ ਪਤਾ ਨਹੀਂ, ਮੈਨੂੰ ਲੱਗਦਾ 92 ਤੋਂ ਬਾਅਦ ਇਹਨਾਂ ਨੂੰ ਅੱਜ ਰੂਬਰੂ ਹੋਏ ਆ, ਇਹਨਾਂ ਨੂੰ ਦੇਖ। ਬਹੁਤ ਸ਼ੁਕਰੀਆ
ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਔਰ ਬੜੀਆਂ ਮੈਮਰੀਜ਼। ਕੁਮਾਰ ਪਵਨਦੀਪ ਵੀ ਹੁਣ ਵਿਚਾਰਾ ਥੱਕ ਕੇ ਘਰੋਂ ਨਿਕਲ ਗਿਆ, ਕਾਰ ਦੇ ਵਿੱਚ ਕਿਤੇ ਹੋਰ ਜਾ ਰਿਹਾ ਹੈ। ਸਾਨੂੰ ਲੱਗਦਾ ਉਹ ਪਾਸੇ ਬੈਠ ਕੇ ਚਲਾ ਰਿਹਾ ਵਾ। ਜੇ ਮੈਡਮ ਨਵਨਿੰਦਰਾ ਬਹਿਲ ਜੀ ਹਾਜ਼ਰ ਨੇ ਹਨਾ, ਤਾਂ ਪਲੀਜ਼ ਮੈਂ ਉਹਨਾਂ ਦਾ ਕਮੈਂਟ ਜਾਣਨਾ ਚਾਹੁੰਦਾ। ਨਵਨਿੰਦਰਾ ਬਹਿਲ ਪੂਰੀ ਆਫ ਹੋ ਗਏ ਨੇ, ਹੁਣ ਚਲੇ ਗਏ। ਕੌਣ? ਪਵਨ। ਹਾਂਜੀ ਪਵਨ, ਤੁਸੀਂ ਕੁਝ ਕਹਿਣਾ? ਜੀ ਹਾਂਜੀ ਹਾਂਜੀ ਕੇਵਲ ਭਾਜੀ। ਜੀ 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 ਮਹਾਰਾਜ ਜਿੰਦਾਬਾਦ। ਵਾਹ ਵਾਹ, ਕੀ ਬਾਤ। ਮਾਸਟਰ ਜੀ ਜੀ ਸਰ, ਨਾਲ ਜਿੰਨਾ ਚਿਰ ਤੁਹਾਡੇ ਨਾਲ ਕੰਮ ਕੀਤਾ, ਭਾਵੇਂ ਉਹ ਛਵੀਆਂ ਦੀ ਰੁੱਤ ਆ, ਭਾਵੇਂ ਮਾਤਾ ਦੀਨ ਚੰਦ ਤੇ ਹੈ, ਪਰ ਜਿਹੜਾ ਇੱਕ ਤੁਹਾਡੇ ਨਾਲ ਮੈਂ ਸਫ਼ਰ ਦਿੱਲੀ ਦਾ ਕੀਤਾ ਨਾ, ਲਾਈਟਾਂ ਲਿਆਉਣ ਵਾਲਾ, ਉਹ ਮੇਰੇ ਮਤਲਬ ਅਜੇ ਤੱਕ ਚੇਤਿਆਂ 'ਚ ਵਿਸਿਆ ਹੋਇਆ। ਗਾਮੀ ਦੀ ਕਾਰ ਮਰੂਤੀ, ਉਹ ਮਤਲਬ ਜਿਹੜੀਆਂ ਥੀਏਟਰ ਖਾਤਰ। ਬਹੁਤ ਵਧੀਆ। ਪਵਨ ਉਦੋਂ ਵੀ ਵੇਖ ਲਓ ਸਫ਼ਰ ਦੀਆਂ ਯਾਦਾਂ ਯਾਦ ਕਰ ਰਿਹਾ, ਤੇ ਹੁਣ ਵੀ ਸਫ਼ਰ ਦੇ ਵਿੱਚ ਹੈ ਤੇ ਗੱਡੀ ਚਲਾ ਰਿਹਾ। ਸਿੱਧੇ ਸਾਹਮਣੇ ਵੇਖ ਕੇ ਗੱਡੀ ਚਲਾ ਪਵਨ। ਨਹੀਂ ਸਾਹਮਣੇ, ਉਹ ਅੱਜ ਸਾਹਮਣੇ ਆਉਣ ਨੂੰ ਦਿੱਤੀ ਹੋਈ ਜ਼ਿੰਮੇਵਾਰੀ ਵੀ ਤੁਸੀਂ ਦੇਖ ਲਓ, ਮੈਂ ਤਾਂ ਗੱਲਾਂ ਕਰ ਰਿਹਾ ਮਾਸਟਰ ਜੀ ਨਾਲ। ਕੇਵਲ ਉਦੋਂ ਵੀ ਇਹਦੀ ਗੱਡੀ ਦੀ ਡਰਾਈਵਿੰਗ ਇਹਦੀ ਮੈਮਰੀ ਬਹੁਤ ਵੱਡੀ ਹੈ। ਬਹੁਤ ਸ਼ੁਕਰੀਆ, ਬਹੁਤ ਸੋਹਣੀਆਂ ਮਾਸਟਰ ਜੀ ਗੱਲਾਂ ਹੋਈਆਂ। ਸੋ ਬਹੁਤ ਕੁਝ ਮੈਂ ਇਸੇ ਲਈ ਚਾਹੁੰਦਾ ਸੀ ਕਿ ਸਾਰਾ ਕੁਝ ਅਸੀਂ ਆਪਣੇ ਇਹਦੇ ਵਿੱਚ ਰਿਕਾਰਡ ਕਰ ਲਈਏ, ਇਹ ਸਾਂਭਿਆ ਜਾਏ, ਇਹ ਕਦੀ ਲਿਖਿਆ ਵੀ ਜਾਏਗਾ ਸਾਰਾ ਕੁਝ। ਸੋ ਬਹੁਤ ਵਧੀਆ ਗੱਲਾਂ ਸੀਗੀਆਂ। ਮੇਰੇ ਖਿਆਲ ਸਰੀਨ ਸਾਹਿਬ ਸਰੀਨ ਸਾਹਿਬ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਬਸ ਮੈਂ ਤਾਂ ਅੱਜ ਬੜਾ ਆਨੰਦ ਲਿਆ ਜੀ। ਮਾਸਟਰ ਹੋਰਾਂ ਨੂੰ ਦੂਰੋਂ ਦੇਖਦੇ ਰਹੇ ਆ, ਇਹਨਾਂ ਨੂੰ ਸੁਣਦੇ ਵੀ ਰਹੇ ਆ, ਔਰ ਸਮਰਾਲੇ ਜਿਹੜਾ ਨਾਟਕ ਫੈਸਟੀਵਲ ਹੁੰਦਾ ਸੀ ਉਹਦੇ ਚ ਮੈਂ 2 ਸਾਲ ਪਾਰਟਿਸਿਪੇਟ ਵੀ ਕੀਤਾ ਸੀ ਪਟਿਆਲੇ ਵੱਲੋਂ। ਜੀ ਸ਼ਾਇਦ ਇਹਨਾਂ ਨੂੰ ਯਾਦ ਹੋਵੇ, ਸਾਡਾ ਮਿੱਤਰ ਸੋਹਣ ਧਾਰੀਵਾਲ ਸਾਨੂੰ ਖਿੱਚ ਕੇ ਲੈ ਜਾਂਦਾ ਸੀ। ਮੈਨੂੰ ਪਤਾ ਜੀ, ਮੈਂ ਉਹਨਾਂ ਦੇ ਜਾਂਦਾ ਵੀ ਰਿਹਾ ਇਕੱਲਾ ਸੰਗਮ ਆਪਣੇ ਧਾਰੀਵਾਲ ਦੇ ਨਾਟਕ ਮੇਲੇ ਦੇ ਵਿੱਚ। ਹਾਂਜੀ ਹਾਂਜੀ, ਤੇ ਬਸ ਸਮਰਾਲੇ ਦਾ ਇਸ ਤਰ੍ਹਾਂ ਸਾਂਝ ਹੈ ਜੀ ਨਾਲ ਉਹਨਾਂ ਦੇ। ਲੇਕਿਨ ਇਹਨਾਂ ਦਾ ਜਿਹੜਾ ਸਫ਼ਰ ਹੈ, ਤੇ ਇੱਕ ਸਵਾਲ ਬੜਾ ਬਾਰ-ਬਾਰ ਪੁੱਛਣ ਰਿਹਾ, ਕਿਉਂਕਿ ਤਰਕਸ਼ੀਲ ਜਿਹੜੀ ਸੰਸਥਾ ਜਾਂ ਤਰਕਸ਼ੀਲ ਸੋਚ ਇਹ ਬੜੀ ਪਪੂਲਰ ਹੋਈ ਸੀਗੀ, ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਜਿੰਨਾ ਲੋਕਾਂ ਨੇ ਕੰਮ ਕੀਤਾ ਉਹਦੇ ਲਈ, ਕਿ ਲੋਕਾਂ ਨੂੰ ਸੁਧਾਰਨ ਲਈ, ਪਰ ਹਾਲਤ ਤਾਂ ਉਲਟੀ ਹੋ ਗਈ। ਬਾਬੇ ਤਾਂ ਬਹੁਤ ਜ਼ਿਆਦਾ ਬਾਹਰ ਆ ਗਏ। ਇੱਕ ਥੋੜਾ ਜਿਹਾ ਫਰਕ ਮੈਂ ਮਹਿਸੂਸ ਕਰਦਾ ਜੀ, ਬਰਕਤ ਤੁਹਾਡੀ ਗੱਲ ਠੀਕ ਆ, ਮੈਂ ਉਹਨੂੰ ਨਹੀਂ ਰੱਦ ਕਰਦਾ, ਪਰ ਤਰਕਸ਼ੀਲ ਸੁਸਾਇਟੀ ਦੀ ਆਉਣ ਤੋਂ ਪਹਿਲਾਂ ਇਹਨਾਂ ਬਾਬਿਆਂ ਨੂੰ ਇਹਨਾਂ ਚੀਜ਼ਾਂ ਨੂੰ ਕੋਈ ਚੈਲੰਜ ਨਹੀਂ ਸੀ। ਅੱਜ ਉਸ ਚੀਜ਼ ਨੂੰ ਚੁਣੌਤੀ ਦੇਣ ਵਾਲੇ ਲੋਕ ਜਿਹੜੇ ਨੇ ਹਰੇਕ ਪਿੰਡ ਹਰੇਕ ਇਲਾਕੇ ਦੇ ਵਿੱਚ 10 ਉੱਠ ਖੜਦੇ। ਬਿਲਕੁਲ ਕਿਵੇਂ ਕਰਦੇ ਹੋ ਤੁਸੀਂ? ਹਾਂਜੀ, ਇੱਕ ਇੰਨੀ ਕੁ ਜ਼ਰੂਰ ਮੇਰੇ ਖਿਆਲ ਹੈ ਕਿ ਅਸੀਂ ਕਰਨ ਚ ਕਾਮਯਾਬ ਹੋ ਗਏ ਹਾਂ। ਬਹੁਤਾ ਵੱਡਾ ਜੇ ਕਹੀਏ ਵੀ ਇਹ ਸਾਫ਼ ਹੋ ਚੁੱਕਾ ਹੈ, ਵੱਡਾ ਪ੍ਰੋਜੈਕਟ ਹੈ, ਮੈਂ ਨਹੀਂ ਸਮਝਦਾ। ਕਿਉਂਕਿ ਅਸੀਂ ਲੋਕ ਦੇਖਦੇ ਰਹੇ ਕਿ ਕਾਫੀ ਕੁਝ ਫਰਕ ਪਿਆ। ਬੜੀਆਂ ਥਾਵਾਂ ਦੇ ਉੱਤੇ ਇਹੋ ਜਿਹੀਆਂ ਤਰਕਸ਼ੀਲ ਸੁਸਾਇਟੀਆਂ ਬੜੀਆਂ, ਬੜੇ ਲੋਕਾਂ ਨੂੰ ਇਹਨਾਂ ਦੇ ਚੁੰਗਲ ਚੋਂ ਛਡਾਇਆ ਵੀ ਬਹੁਤ ਲੋਕਾਂ ਨੇ। ਸੋ ਇਹ ਸਾਰੀਆਂ ਮੇਰਾ ਖਿਆਲ ਇਹਦੇ ਨਾਲ ਜਿਹੜਾ ਥੀਏਟਰ ਜੁੜਿਆ ਔਰ ਜਿਹੜਾ ਤੁਸੀਂ ਕੀਤਾ ਉਹ ਬਹੁਤ ਵਧੀਆ। ਸੋ ਬਹੁਤ ਸ਼ੁਕਰੀਆ। ਅਸੀਂ ਕੱਲ ਫੇਰ ਮਿਲਾਂਗੇ। ਮਾਸਟਰ ਜੀ ਤੁਹਾਡਾ ਸ਼ੁਕਰੀਆ, ਸਾਰੇ ਦੋਸਤਾਂ ਦਾ, ਜਸਪ੍ਰੀਤ ਤੁਹਾਡਾ, ਸਾਰਿਆਂ ਦਾ, ਜਿੱਥੇ ਵੀ ਕੁਮਾਰ ਪਵਨਦੀਪ, ਤੁਸੀਂ ਰੋਜ਼ ਸਾਰੇ ਦੋਸਤ ਜੁੜਦੇ ਹੋ, ਪੰਡਿਤ ਜੀ, ਜਸਵਿੰਦਰ ਸ਼ਰਮਾ ਜੀ, ਡਾਕਟਰ SP ਸਿੰਘ ਜੀ, ਤੇ ਹੋਰ ਸਾਰੇ ਦੋਸਤ, ਸਰੀਨ ਸਾਹਿਬ, ਰਮਨ ਜੀ, ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ। ਤੁਸੀਂ ਹਮੇਸ਼ਾ ਸਾਥ ਦਿੰਦੇ ਹੋ। ਸੋ ਬਹੁਤ ਵਧੀਆ ਲੱਗਾ। ਸੋ ਮਾਸਟਰ ਜੀ ਇਹ ਗੱਲਾਂ ਜਿਹੜੀਆਂ ਕੇਵਲ ਜੀ ਮੇਰੇ ਵੱਲੋਂ ਅਕੈਡਮੀ ਦਾ ਤੁਹਾਡਾ ਇਸ ਕਰਕੇ ਕਿ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ ਵੀ ਕਈ ਚੀਜ਼ਾਂ ਨਹੀਂ ਸ਼ੇਅਰ ਕੀਤੀਆਂ ਹੁੰਦੀਆਂ। ਇਸ ਕਰਕੇ ਮੈਨੂੰ ਵੀ ਲੱਗਦਾ ਕਿ ਮੈਂ ਤੁਹਾਡੇ ਜ਼ਰੀਏ ਤੁਹਾਨੂੰ ਜਾਂ ਆਪਣੇ ਦੋਸਤਾਂ ਨੂੰ ਕਈ ਗੱਲਾਂ ਹੋਰ ਵੀ ਕਰਨ ਚ ਕਾਮਯਾਬ ਹੋ ਗਿਆ ਹੋਊਗਾ। ਪਰ ਫਿਰ ਵੀ ਕਿਤੇ ਨਾ ਕਿਤੇ ਅਣਜਾਣ ਬੱਚਾ ਸਮਝ ਕੇ ਮੈਂ ਕਹਿੰਦਾ ਮਾਫ ਕਰਿਓ ਜੇ ਕਿਸੇ ਨੂੰ ਬੋਰ ਕੀਤਾ ਹੋਵੇ। ਮਾਫ ਅਸੀਂ ਕੋਈ ਨਹੀਂ ਕਰਦੇ ਹੁੰਦੇ। ਅਸੀਂ ਫਿਰ ਇੱਕ ਇੰਟਰਵਿਊ ਕਰ ਲਾਂਗੇ ਦੁਬਾਰਾ ਲੋੜ ਪਈ ਤੇ, ਜਿਹੜੇ ਭੁਲੇਖੇ ਰਹਿ ਗਏ ਫਿਰ ਦੂਰ ਕਰ ਲਾਂਗੇ। ਮਾਫ ਨਹੀਂ ਕਰਨਾ ਅਸੀਂ। ਹਾਂਜੀ, ਇੱਕ ਗੱਲ ਮੈਂ ਹੋਰ ਐਡ ਕਰਨਾ ਚਾਹੁੰਦੀ ਸੀ। ਇਹਨਾਂ ਦੀ ਮੈਮਰੀ ਬਹੁਤ ਜ਼ਿਆਦਾ ਹੈ। 92 ਦੀ ਇਹਨਾਂ ਨੂੰ ਮੈਂ ਕਿਹਾ ਸੀ ਮੈਂ ਸਾਈਕੋਲੋਜੀ ਦੀ ਮਾਸਟਰਸ ਕਰਨੀ ਹੈ। ਉਹ ਜਦ ਕਦੇ ਫੋਨ ਤੇ ਗੱਲ ਹੁੰਦੀ ਹੈ 6 ਮਹੀਨੇ ਬਾਅਦ, ਸਾਲ, ਮਾਸਟਰ ਜੀ ਕਹਿੰਦੇ ਜਸਪ੍ਰੀਤ ਤੂੰ MA ਕਰ ਲਈ। ਦੱਸ
ਸਾਈਕੋਲੋਜੀ ਦੀ। ਮੈਂ ਕਿਹਾ ਮਾਸਟਰ ਜੀ ਐਮਏ ਤਾਂ ਨਹੀਂ, ਕੋਈ ਚੰਕ ਕਰ ਲੇ, ਛੋਟੇ ਛੋਟੇ ਕਈ ਕੋਰਸ ਕਰ ਲੇ। ਇਹ ਮਤਲਬ ਕਿ ਮੇਰੇ ਕੋਲ ਸ਼ਬਦ ਨਹੀਂ ਇਹਨਾਂ ਲਈ। ਉਹ ਡਾਇਲੌਗ ਯਾਦ ਕਰਦੇ ਚੀਜ਼ਾਂ ਯਾਦ ਰਹਿ ਜਾਂਦੀਆਂ, ਬਹੁਤ ਜ਼ਿਆਦਾ ਮੈਮਰੀ ਹੈ ਜੀ। ਬਹੁਤ ਸ਼ੁਕਰੀਆ। ਆਪਾਂ ਕੱਲ 4 ਵਜੇ ਮਿਲਾਂਗੇ। 4 ਵਜੇ ਅਸੀਂ ਬਹੁਤ ਸਾਡੇ ਬਿਹਤਰੀਨ ਅਦਾਕਾਰ ਸਤਵਿੰਦਰ ਸੋਨੀ, ਨਾਟਕਕਾਰ, ਅਦਾਕਾਰ, ਬੜਾ ਲੰਮਾ ਇਤਿਹਾਸ ਹੈ ਉਹਨਾਂ ਦਾ, ਅਸੀਂ ਉਹਨਾਂ ਨਾਲ ਗੱਲਾਂ ਕਰਾਂਗੇ। 5 ਵਜੇ ਕੱਲ ਅਸੀਂ ਜਗਦੀਸ਼ ਖੰਨੇ ਵਾਲਿਆਂ ਨਾਲ ਗੱਲਾਂ ਕਰਾਂਗੇ, ਤੇ ਐਤਵਾਰ ਅਸੀਂ 4 ਵਜੇ ਸੰਗੀਤਾ ਗੁਪਤਾ ਨਾਲ ਗੱਲਾਂ ਕਰਾਂਗੇ, ਤੇ 5 ਵਜੇ ਬਲਦੇਵ ਮੋਗੇ ਨਾਲ ਗੱਲਾਂ ਕਰਾਂਗੇ। ਬਹੁਤ ਸ਼ੁਕਰੀਆ ਜੀ ਦੇ ਵਾਸਤੇ। ਥੈਂਕ ਯੂ ਸਰ। ਪਵਨ ਕੱਲ ਫੇਰ ਮਿਲਦੇ ਆ, ਕੱਲ ਹੋਰ ਜਲਦੀ ਉੱਠਣਾ ਪੈਣਾ। ਕੇਵਲ ਭਾਜੀ ਅਤੇ ਆਈਡੀ ਥੋੜਾ ਜਿਹਾ ਟਾਈਮ ਜਿਹੜਾ ਉਹ ਐਡਜਸਟ ਕਰ ਲਓ ਯਾਰ, ਮਤਲਬ ਕਿਉਂ ਕੀਰਤਨ ਵੇਲੇ ਉਠਾਉਣੇ ਹੋ ਸਵੇਰੇ? ਅਸੀਂ ਨਹੀਂ, ਅਸੀਂ ਤੇ ਤੁਹਾਨੂੰ ਐਡਜਸਟ, ਤੁਸੀਂ ਐਡਜਸਟ ਕਰੋ, ਹੋਰ ਉੱਠੋ ਜਲਦੀ। ਇਟਸ ਓਕੇ, ਆਈ ਕੈਨ ਜੇ ਇਦੋਂ ਛੇਤੀ ਉੱਠਣਾ ਹੁੰਦਾ ਗੁਰਦੁਆਰੇ ਪਾਠੀ ਨਾ ਲੱਗ ਜਾਂਦੇ। ਉਸੇ ਦੀ ਪ੍ਰੈਕਟਿਸ ਕਰਵਾ ਰਿਹਾ ਮੈਂ ਤੁਹਾਨੂੰ। ਠੀਕ ਹੈ, ਲਾਕਡਾਊਨ ਨੇ ਦਾੜੀ ਰਖਾਤੀ, ਤੁਸੀਂ ਇਹ ਪ੍ਰੈਕਟਿਸ ਕਰਾ ਦਿਓ। ਸਰਕਾਰਾਂ ਦਾ ਪਤਾ ਲੱਗਿਆ ਕੀ ਇਰਾਦਾ ਹੈ। ਬਿਲਕੁਲ ਕਰਨਾ। ਥੈਂਕ ਯੂ ਦੋਸਤੋ।